KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਹੈ ਤੇ 21 ਜੁਲਾਈ ਦਾ ਦਿਨ ਹੈ ਵਰਾ 2020 ਦਾ। ਸੌਣ ਮਹੀਨੇ ਦੀ ਤਰੀਕ ਹੋ ਗਈ 6 ਤੇ ਨਾਨਕਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ ਕੀ ਸੰਗੀਤ ਸੁਲਗ ਦੇ ਮਸਲੇ ਤੇ ਗੱਲਬਾਤ ਹੋਗੀ। ਪਹਿਲੇ ਹਿੱਸੇ 'ਚ ਖਬਰਾਂ ਥੋੜ੍ਹੀਆਂ ਜਿਹੀਆਂ। ਖਬਰਾਂ ਦੇ ਨਾਲ ਹੀ ਜਿਹੜਾ ਹੋਮ ਸਪੋਰਟ ਵਰਕਰ ਸੀ, ਹੈਲਥ ਕੇਅਰ ਵਰਕਰ ਸੀ, ਰੈਜ਼ੀਡੈਂਟ ਕੇਅਰ ਅਟੈਂਡੈਂਟ ਸੀ, ਜਿਨ੍ਹਾਂ ਦੀ ਗੱਲ ਕੀਤੀ ਆਪਾਂ 10 ਕੁ ਦਿਨ ਹੋ ਗਏ। ਕੋਈ ਫਰਕ ਪਿਆ ਮਾੜਾ ਜਿਹਾ ਫੋਨ ਕਰਕੇ ਦੱਸ ਦਿਓ। ਕੋਈ ਬਿਨਾਂ ਨਾਂ ਦੱਸੇ ਕੋਈ ਗੱਲ ਬਣਦੀ ਹੈ ਕਿ ਹਲੇ ਉਈਓ ਸ਼ਲਗਮਾਂ ਤੋਂ ਮਿੱਟੀ ਝਾੜ ਗਈ ਬੀਬਾ? ਤੇ ਇਹਦੇ ਬਾਰੇ ਗੱਲਬਾਤ ਹੋਏਗੀ। ਤੇ ਨਾਲ ਹੀ 12 ਤੋਂ 1 ਵਜੇ ਤੱਕ ਜਿਹੜੀ ਅਨਲਾਫੁਲ ਐਕਟੀਵਿਟੀ ਤੇ ਪ੍ਰੀਵੈਂਸ਼ਨ ਐਕਟ ਆਈ, ਓਪਾ ਜਿਹਨੂੰ ਕਹਿੰਦੇ ਨੇ, ਉਹਨੇ ਕਰਾਰ ਲਾਇਆ ਹੋਇਆ ਹੁਣ ਪੰਜਾਬ ਦੇ ਵਿੱਚ। ਰੱਤੇ ਖੇੜੇ ਦਾ ਮੁੰਡਾ ਸੰਗਰੂਰ ਜ਼ਿਲ੍ਹੇ ਦਾ ਖੁਦਕੁਸ਼ੀ ਕਰ ਗਿਆ ਪਿਛਲੇ ਦਿਨ, ਡਰਦਾ ਵੀ ਪੁਲਿਸ ਦੀਆਂ ਡਾਂਗਾਂ ਬਹੁਤ ਭੈੜੀਆਂ। ਤੇ ਉਹਦੀ ਗੱਲਬਾਤ। ਤੇ ਪਿਛਲੇ ਦਿਨਾਂ ਦੇ ਵਿੱਚ ਪਰਮਜੀਤ ਪੰਮਾ ਜਿਹੜਾ, ਜਿਸ ਨੂੰ ਕਹਿੰਦੇ ਆ 6 ਫॉर ਜਸਟਿਸ ਨਾਲ ਵਾਂਟਡ ਹੈ ਜੀ, ਉਹ ਤੇ ਗੁਰਪਤਵੰਤ ਪੰਨੂ, ਉਹਨੇ ਅੰਬੈਸੀ ਦੇ ਮੂਹਰੇ ਜਾ ਕੇ ਲੰਡਨ 'ਚ ਕਿਹਾ, ਮੈਂ ਖੜਾ, ਆ ਕੇ ਫੜ ਲਓ ਜਿਹਨੇ ਫੜਨਾ, ਨਿਕਲੋ ਬਾਹਰ, ਮੇਰੇ ਮਾਪਿਆਂ ਨੂੰ ਤੰਗ ਕਰਦੇ ਹੋ ਪੰਜਾਬ ਦੇ ਵਿੱਚ। ਉਹਦੇ ਮਾਪਿਆਂ ਨੂੰ ਵੀ ਹਰਦੀਪ ਸਿੰਘ ਨਿੱਜਰ ਦੇ ਪਿੰਡ ਵੀ ਜਾ ਕੇ ਇੱਕ ਲੁਧਿਆਣੇ ਗਿੱਲਾਂ ਦਾ ਦੱਸਿਆ ਸਰਪੰਚ, ਅਖਬਾਰ 'ਚ ਖਬਰ ਛਪੀ ਆ, ਉਹ ਲਲਕਰੇ ਮਾਰਨ ਲੱਗਿਆ। ਤੇ ਪਿੰਡ ਦੇ ਉਰਲੇ ਪਾਸਿਓਂ ਹੀ ਭਾਈਚਾਰਾ ਜਿਹੜਾ, ਜਿਨ੍ਹਾਂ ਨੂੰ ਵਿਹੜੇ ਵਾਲੇ ਕਹਿੰਦੇ ਆ, ਫਿਰ ਜਦ ਸੇਲੇ ਲੈ ਕੇ ਪਏ ਉਹ ਫਿਰ ਪਤਾ ਲੱਗਿਆ। ਇਹ ਜਿਹੜੀਆਂ ਗੱਲਾਂ ਚੱਲਦੀਆਂ, ਇਹ ਕਾਇਰਾਂ ਵਾਲੀਆਂ ਗੱਲਾਂ ਹੁੰਦੀਆਂ। ਬੰਦੇ ਜਿੱਥੇ ਆ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰਨਾ, ਤੇ ਉਹਦੀ ਸੋਚ ਇੱਥੋਂ ਹੀ ਕਿਤੋਂ ਨੱਪੀ ਜਾਂਦੀ ਹੈ। 6 ਫॉर ਜਸਟਿਸ ਦੇ YouTube ਦੇ ਚੈਨਲ ਤੇ ਪਰਮਜੀਤ ਪੰਮੇ ਦਾ ਲਲਕਰਾ ਮਾਰਿਆ ਹੋਇਆ, ਕਹਿੰਦਾ ਫੜ ਲਓ ਆ ਕੇ, ਮੈਂ ਤੁਹਾਡੇ ਮੂਹਰੇ ਖੜਾ, ਮਾੜੀ ਜਿਹੀ ਉਂਗਲ ਤਾਂ ਲਾਓ ਆ ਕੇ। ਕਦੇ ਮੈਂ ਉੱਥੇ ਵਾਂਟੜਾ, ਕਦੇ ਉੱਥੇ ਵਾਂਟੜਾ। ਇਹ ਵਾਂਟੜਾ ਵਾਲੀ ਗੱਲ, ਘਰੋਂ ਭਜਾਉਣ ਵਾਲੀ ਗੱਲ, ਜਿਨ੍ਹਾਂ ਨੇ ਸਵਾਰ ਕੇ ਵੇਖੀ ਉਹਨਾਂ ਨੂੰ ਪਤਾ ਹੈ ਕੀ ਕਰਦੇ। ਇਹ ਓਪਾ UAPA ਇਸ ਦੇ ਬਾਰੇ ਪਤਾ ਵੀ ਹੈ, ਉਹਦੀ ਗੱਲ ਬੜੀ ਘੱਟ ਹੁੰਦੀ ਹੈ। ਤੇ ਅੱਜ ਆਪਾਂ ਉਸ ਤੇ ਤੁਸੀਂ ਖੁੱਲ੍ਹ ਕੇ ਆਇਓ, ਦੱਸਿਓ। ਪਹਿਲਾਂ ਟਾਡਾ ਦੇ ਵਿੱਚ ਵੀ ਤੁਸੀਂ ਨੇ ਦੇਖਿਆ ਹੋਇਆ ਕਿ ਟਾਡਾ ਕੀ ਸੀ, ਟਾਡਾ ਨਾਲੋਂ ਵੀ ਇਹ ਖਤਰਨਾਕ। ਇਹਦੀ ਗੱਲਬਾਤ। ਤੇ ਅਖੀਰਲੇ ਘੰਟੇ ਦੇ ਵਿੱਚ ਕਰੋਨਾ ਦੀ ਦੂਜੀ ਵੇਵ ਦੀ ਤਿਆਰੀ ਹੈ। 100 ਦੇ ਕਰੀਬ ਨਵੇਂ ਕੇਸ ਹੋਏ ਨੇ ਪਿਛਲੇ 2 ਦਿਨਾਂ 'ਚ, 60 ਕਲੋਨੇ ਹੋਏ ਨੇ। ਇਹ ਜਿਹੜਾ ਧੂਤਕੜਾ ਪੈਂਦਾ ਨਾ ਬਈ ਹੋਣਾ ਹੀ ਨਹੀਂ ਸਾਨੂੰ, ਤਾਂ ਹੋਟਲ ਮੋਟਲ ਭਰੇ ਪਏ ਨੇ। ਤੁਸੀਂ ਅੱਜ ਬੁਕਿੰਗ ਲੱਭ ਲਓ, ਕਿਸੇ ਹੋਟਲ ਦੀ ਬੁਕਿੰਗ ਨਹੀਂ ਮਿਲ ਰਹੀ ਓਕਨਾਗਨ ਦੇ ਵਿੱਚ, ਨਾ ਸਨਸ਼ਨ ਕੋਸਟ ਤੇ ਨਾ ਵਿਕਟੋਰੀਆ ਆਈਲੈਂਡ। ਲੋਕ ਜਾਣਾ ਚਾਹੁੰਦੇ ਆ, ਪਰ ਉਹਦੀ ਕੀਮਤ ਕੀ ਹੈ? ਕੀ ਅਸੀਂ ਤਿਆਰ ਆ ਵੀ ਦੁਬਾਰਾ ਫਿਰ ਸਾਡਾ ਜਿਹੜਾ ਬੰਦ ਹੋਵੇ ਇਹ ਸੂਬਾ? ਕੁਛ ਖਿੱਤੇ ਨੇ ਜਿੱਥੇ ਹੈ ਨਹੀਂ, ਪਰ ਅਸੀਂ ਨਹੀਂ, ਸਾਡਾ ਵੀ। ਤੁਸੀਂ ਜਾ ਕੇ ਦੇਖ ਲਿਓ ਪਲਾਜ਼ਾ ਦੇ ਵਿੱਚ ਕਿਵੇਂ ਗੱਡੀ ਖੜਕਦੀ ਹੈ ਤੇ ਕਿਵੇਂ ਲੋਕ ਭੱਜੇ ਜਾਂਦੇ ਆ ਅੰਦਰ ਨੂੰ, ਜਿਵੇਂ ਵੀ ਅੱਜ ਹੀ ਇਹ ਜਿਹੜਾ ਸਿਸਟਮ ਹੈ, ਇਹਦੇ ਤੋਂ ਬਾਅਦ ਇਹ ਨਹੀਂ ਮਿਲਣਾ। ਸੋ ਇਹ ਜਿਹੜੀ ਕਹਾਣੀ ਹੈ ਕਿ ਸਾਨੂੰ ਨਹੀਂ ਹੋਣਾ, ਕਿਸੇ ਨੂੰ ਹੋਣਾ, ਇਹਦੀ ਗੱਲਬਾਤ ਹੋਏਗੀ। ਵਿਦਿਆਰਥੀਆਂ ਦੇ ਬਾਰੇ ਜਿਹੜੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ, ਉਹਦੇ ਬਾਰੇ ਵੀ ਕੁਛ ਅੱਜ ਮੈਂ ਤੁਹਾਡੇ ਨਾਲ, ਕਿ ਇਹਨਾਂ ਦੇ ਦੁੱਖ ਦਰਦਾਂ ਨੂੰ ਅਸੀਂ ਥੋੜ੍ਹਾ ਬਹੁਤਾ ਕੁਛ ਸਮਝਦੇ ਹਾਂ ਜਾਂ ਨਹੀਂ। ਤੇ ਕੱਲ੍ਹ ਵਾਲੀ ਗੱਲ ਜਿਹੜੀ ਸੁਮਨਜੀਤ ਕੌਰ ਦੀ, ਉਹਦੀ ਬੋਡੀ ਦੇ ਬਾਰੇ, ਕਿ ਉਹਦੀ ਸਰੀਰ ਨਹੀਂ, ਉਹਦਾ ਮ੍ਰਿਤਕ ਭੇਜਿਆ ਜਾ ਸਕਦਾ, ਮਾਪਿਆਂ ਨੂੰ ਸੱਦਣਾ ਚਾਹੀਦਾ। ਉਹਦੀ ਕੋਈ ਗੱਲ ਤੋਰੋ, ਕੋਈ ਕਮਿਊਨਿਟੀ ਰਲ ਕੇ, ਆਗੂ ਹੋ ਕੇ ਉਹਦੀ ਕੋਈ ਪਟੀਸ਼ਨ ਆਨਲਾਈਨ ਕਰੋ ਸ਼ੁਰੂ, ਉਹਨੂੰ ਸਪਰੈਡ ਕਰੀਏ ਤੇ ਇਹਨਾਂ ਨੂੰ ਭੇਜੀਏ। ਹੁਣ ਉਹਦਾ ਉੱਤਾ ਤਾਂ ਨਹੀਂ ਨਾ ਵੀ ਉਹ ਵਿਜ਼ਿਟ ਤੇ ਆ, ਉਹਦਾ ਫਾਇਦਾ ਫੂਦਾ ਤਾਂ ਕੋਈ ਹੈ ਨਹੀਂ ਆਪਾਂ ਨੂੰ। ਫਾਇਦੇ ਵਾਲੀ ਗੱਲ ਹੈ ਜਿੱਥੇ, ਉੱਥੇ ਫਿਰ ਅਸੀਂ ਦਿਨ ਰਾਤ ਨਹੀਂ ਸੌਂਦੇ। ਹੁਣ ਆਪਾਂ ਨੂੰ ਕੋਈ ਫਾਇਦਾ ਇਹਦੇ 'ਚ। ਸੋ ਇਹ ਰਾਤ ਦੀ ਨੀਂਦ ਜਿਹੜੀ ਹੈ, ਉਹਨੂੰ ਇੱਥੇ ਵਾਲੇ ਨਹੀਂ ਤਾਂ ਘੱਟੋ ਘੱਟ ਆਟੋਵਾ ਨੂੰ ਸੁਨੇਹਾ ਜਾਵੇ, ਰਲ ਕੇ ਆਪਾਂ ਕੰਮ ਇਸ ਤਰ੍ਹਾਂ ਕਰ ਲਿਆ ਕਰੀਏ। ਕੋਈ ਆਗੂ ਹੋ ਕੇ ਕਰੋ। 184424715550 ਔਨ ਏਅਰ ਨੰਬਰ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਇਸ ਗੱਲਾਂ ਦੇ ਨਾਲ ਇਸ ਨੂੰ ਤੁਸੀਂ krpradio.com ਤੇ ਸਿੱਧਾ ਪ੍ਰਸਾਰ ਸੁਣ ਰਹੇ ਹੋ। ਤੇ 6047291224 WhatsApp ਟੈਕਸਟ ਲਈ ਨੰਬਰ ਹੈ। ਫੇਸਬੁੱਕ ਦਾ ਅਕਾਊਂਟ ਹਰਜੀਤ ਸਿੰਘ ਗਿੱਲ ਦਾ, ਜਿੱਥੇ ਤੁਸੀਂ ਨਾਲ ਰਹਿੰਦੇ ਹੋ। 5000 ਤੋਂ ਉੱਪਰ ਜੇ ਹੋਊਗੀ ਗੱਲ ਤਾਂ ਫਿਰ ਆਪਣੀ ਲਿਮਟ ਪੂਰੀ ਹੋ ਗਈ, ਤੇ ਫਿਰ ਤੁਸੀਂ ਲਾਈਕ ਵਾਲਾ ਬਟਨ ਨੱਪ ਕੇ ਨਾਲੇ ਨਾਲ ਹੋ ਜਾਓ। ਬਰਾਬਰੀ ਤੁਰ ਲਿਓ, ਪਿੱਛੇ ਵੀ ਨਹੀਂ, ਬਰਾਬਰੀ ਤੁਰਨਾ ਆਪਾਂ। ਤੇ ਦਫ਼ਤਰ ਦਾ ਨੰਬਰ 6044446462 ਹੈ, ਨਿੰਮੀ ਡੌਲਾ ਜੀ ਦਾ। ਤੇ
info@krpradio.com दफ्तर की ईमेल है। तेरा साथ जिवें कोई कच्ची कंध तो कोई चिट्टा कुक्कड़ उड्या होवे, तेरा साथ जिवें कच्ची कंध तो कोई चिट्टा कुक्कड़ उड्या होवे, जिवें करीर दियां झिंगां ते सेवियां सुकणियां पाईयां होण, जिवें फुल्लां वाले पानी च सुपनियां वर्गियां वटकां तरदियां होण, जिवें छटियां दी अग ते छोलियां दियां टाटां भुज रहियां होण, जां किसी बुढ़ी मसीत च तोते ते कबूतर खेड रहे होण, जिवें सियाड़ां च पंछी उतरे होण, जिवें पकदियां रोटियां दी महक उड़ रही होवे, जां जिवें किसी रकान जी जट्टी ने थोड़ा जिहा सिर हिलाया होवे ते वालियां दे कुंडियां विच पाईयां पिप्पल पत्तियां आपस विच हल्का हल्का वज रहियां होण। तेरा साथ बयानण लई जिवें हाले भी माड़ी जी कच्च है, ये शाही शब्द निराले अखर संदली छतर कथावां किस्से अज फेर खा गए मार, भला कच्ची कंध तो उड्डे कुक्कड़ नूं कोई भाषा च किवें बन्ने। हरमनजीत इउं भी लिखदा महामारी सियाणे वाली बारी जद आउंदी है, जानवरां दा कीड़ा बड़ा चढ़दा, बंदे दे किते सट पेट लग जवे, बैठे ही कही जाणगे इउं करो, बंदा भेजो दराहे नूं खरौड़े मंगाओ, खरौड़े भलाओ इहनूं उबाल के, एक पैरों ही रेस फड़ जू, वो कहना ला ये नहीं, दूजा कोल करो इउं करो, बोले कबूतर मारो, गोले कबूतर गर्मी च ठंड च गर्मी करते ने ते इहदे अंग खड़दे जांदे। आ हुण करोना आया, कड़कनाथ एक मुर्गियां दी नस्ल है, इत्थे भी हैगे लैके आए हुए ने बंदे, कईयां दे कोल कड़कनाथ दे मुर्गे हैगे, ओह काले ही ने, मूँह भी काला ही आ विचारियां दा। ओह मध्य प्रदेश दे विच आदिवासियां दे कोल ओह नस्ल है ते उहदी मंग इन्नी वध गई, इंदौर तो खबरां आउंदियां ने कि उन्हां दा जिहड़ा झाबूआ जिला है ਉਹਦੇ ਵਿੱਚ ਇਹ मध्य प्रदेश च बहुत लोग ਜਿਹੜੇ ਨੇ मध्य प्रदेश ਤੇ इंदौर तो ਜ਼ਿਆਦਾ ਆਪਾਂ ਗਵਾਲੀਅਰ ਤੋਂ ਗੂਨਾ ਤੇ इंदौर ਤੋਂ ਅੱਗੇ ਬਰਹਾਨਪੁਰ ਦੇ ਰਸਤੇ ਤੇ ਮਹਾਰਾਸ਼ਟਰ ਦੇ ਬਾਰਡਰ ਦੇ ਨੇੜੇ ਇਹ इंदौर ਟੱਪ ਕੇ 100 ਕਿਲੋਮੀਟਰ ਤੇ ਚੁਰਲ ਘਾਟੀ ਪੈਂਦੀ ਹੈ। ਸਾਗਬਾਨ ਦੇ ਦਰਖਤ ਨੇ ਬਹੁਤ, ਤੇ ਉਹ ਚੁਰਲ ਘਾਟੀ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਇਹ ਲੋਕ ਨੇ ਜਿਹੜੇ ਰਹਿੰਦੇ ਆ ਅੰਦਰ, ਤੇ ਉਹ ਇਹ ਵਿਚਾਰੇ ਮੁਰਗੇ ਪਾਲਦੇ ਆ। ਹੁਣ ਇਹ ਮੁਰਗਿਆਂ ਦਾ ਗੇੜਾ ਬੰਨਿਆ ਹੋਇਆ ਬਈ ਕੜਕਨਾਥ ਜਿਹੜੇ ਇਹ ਬਹੁਤ ਵਧੀਆ ਸਿਹਤ ਲਈ ਚੰਗੇ ਨੇ। ਇਹ ਗੱਲ ਨਾਲੇ ਕਿਤੇ ਸਿੱਧ ਨਹੀਂ ਹੋਈ ਕਿ ਵਾਕਈ ਮੁਰਗਿਆਂ ਦੇ ਨਾਲ ਕਰੋਨਾ ਹਟਦਾ, ਮਤਲਬ ਸਵਾਦ ਹੀ ਹੈ ਗੱਲ। ਜਦ ਗੱਲ ਇਹ ਠੀਕ ਹੈ ਕਿ ਧਰਮ ਦੇ ਹਿਸਾਬ ਦੇ ਨਾਲ ਇਹ ਗੱਲ ਅਲੱਗ ਹੈ। ਬਹੁਤ ਵੱਡਿਆਂ ਵਿਦਵਾਨਾਂ ਨੇ ਕਿਤਾਬਾਂ ਲਿਖਤੀਆਂ ਕਿ ਮਾਸ ਕਰ ਮੂਰਖ ਝਗੜੇ ਵਾਲੀ ਗੱਲ ਕਿ ਜੀਭ ਦਾ ਸਵਾਦ ਤੇ ਜਾਨਵਰ ਗੱਡੀ ਦੇ ਕੇ ਥੱਲੇ ਮਰ ਗਿਆ, ਜਾਨਵਰ ਨੂੰ ਵੱਢ ਕੇ ਤੁਸੀਂ ਉਹਨੂੰ ਖਾ ਲਿਆ, ਫਰਕ ਤਾਂ ਉਹਦੇ 'ਚ ਵੱਡਾ ਹੈ ਨਹੀਂ, ਪਰ ਪਾਪ ਪੁੰਨ ਦਾ ਗੇੜਾ ਹੈ ਨਹੀਂ। ਜਦ ਕੋਈ ਚੁਆਇਸ ਹੈ ਨਹੀਂ ਸੀ ਜਦੋਂ ਖਾਂਦੇ ਰਹੇ, ਤੇ ਹੁਣ ਵੀ ਬੰਦੇ ਦੀ ਚੁਆਇਸ ਹੈ। ਪਰ ਜਾਣੀ ਇੱਕ ਗੱਲ ਜਿਉਂ ਵਧਾਉਂਦੇ ਹੈ ਵੀ ਜਦ ਗੱਲ ਇੱਕ ਤੁਰ ਪਈ, ਇਹਨਾਂ ਅੱਜ ਵੱਡੀ ਖਬਰ ਹੈ ਇਹਦੀ ਕਿ ਮੁਰਗੇ ਕਈ ਤਾਂ ਪੰਜਾਬ 'ਚੋਂ ਕਹਿੰਦੇ ਤਿਆਰ ਹੋਏ ਪਏ ਨੇ। ਕਹਿੰਦੇ ਕਿੱਥੇ? ਕਹਿੰਦੇ ਮੱਧ ਪ੍ਰਦੇਸ਼ ਚੱਲੀਏ, ਕੜਕਨਾਥ ਲੈ ਕੇ ਆਈਏ। ਪੰਜਾਬ ਦੇ ਵਿੱਚ ਵੀ ਇੱਥੇ ਵੀ ਲਿਆ ਕੇ, ਮੈਂ ਤੁਹਾਨੂੰ ਦੱਸਿਆ, ਕਈਆਂ ਦੇ ਅੰਡੇ ਲਿਆ ਕੇ ਇੱਥੇ ਮੁਰਗੇ ਉਹ ਕਢਾ ਲਏ, ਤੇ ਉਹ ਕਾਲੇ ਨੇ ਉਹਨਾਂ ਦੇ ਵਿੱਚ। ਕਹਿੰਦੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਐਨਰਜੀ ਆ। ਹੁਣ ਰੱਬ ਜਾਣਦਾ ਐਨਰਜੀ ਹੈ ਜਾਂ ਨਹੀਂ, ਪਰ ਕੜਕਨਾਥ ਵਾਲੇ ਚੱਕਰ ਦੀ ਲੋੜ ਨਹੀਂ, ਬਚਣ ਦੀ ਲੋੜ ਹੈ। ਕਰੋਨਾ ਜਿਹੜਾ ਇਹ ਫੈਲ ਰਿਹਾ, ਇਹਨੂੰ ਆਪਾਂ ਕਿਰਪਾ ਕਰਕੇ ਸਿਆਣੇ ਬਣ ਜਾਈਏ ਥੋੜੇ। ਰੈਸਟੋਰੈਂਟ, ਹੋਟਲਸ, ਪਤਾ ਨਹੀਂ ਕਿੱਥੇ ਕਿਹੜੇ ਬੰਦਾ ਕੌਣ ਲੰਘਿਆ ਤੇ ਤੁਹਾਨੂੰ ਕਿੰਨੀ ਕੁ ਤੁਸੀਂ ਬਚਤ ਕਰਦੇ। ਅਸੀਂ ਭੁੱਲ ਗਏ ਜਮਾਂ ਹੀ, ਸਾਡੇ ਦਿਮਾਗ 'ਚੋਂ ਨਿਕਲ ਗਈ ਗੱਲ ਵੀ ਕਰੋਨਾ ਆਊਗਾ ਨਾ ਸਾਨੂੰ ਕਿਤੇ। ਔਰ ਜੇ ਇੱਕ ਝਟਕਾ ਲੱਗ ਗਿਆ ਨਾ ਹੋਰ, ਆ ਜਿਹੜੇ ਹੁਣ ਰੋਟੀ ਖਾਣ ਲੱਗਿਆ ਥੋੜੇ ਜਿਹੇ ਸਹਿਕਦੇ ਆ, ਤੇ ਫਿਰ ਪਤਾ ਜਦ ਲੱਗਣਾ ਜਦ ਇਹ ਘੜਿੱਚ ਹੋਣੀ। ਇਹਦਾ ਪਲੀਜ਼ ਖਿਆਲ ਰੱਖੀਏ ਆਪਾਂ। ਤੇ ਦੂਸਰੀਆਂ ਖਬਰਾਂ, ਵੀ ਚੈਰਿਟੀ ਦਾ ਜਿਹੜਾ ਰੌਲਾ ਪਿਆ ਹੋਇਆ, ਉਹ ਹੁਣ ਪ੍ਰੀਵੀ ਕੌਂਸਲ ਦੇ ਕਲਰਕ ਨੇ
ਈਨ ਸ਼ੂਗਰ ਨੇ ਕਿ ਗੱਲ ਕਹੀ ਆ ਐਮਪੀਆਂ ਨੂੰ, ਉਹ ਕਹਿੰਦੇ ਨਾ ਇਹਨਾਂ ਨੂੰ ਟਰੂਡੋ ਤੇ ਮੋਰਨੋ ਨੂੰ ਵੀ ਚੈਰਿਟੀ ਦੇ ਡਿਸੀਜਨ ਦੇ ਵਿੱਚ ਸ਼ਾਮਲ ਹੋਣਾ ਪੈਣਾ ਸੀ, ਇਹਦੇ ਬਿਨਾਂ ਨਹੀਂ ਸੀ ਇਹ ਹੋਣਾ। $900 ਮਿਲੀਅਨ ਦੀ ਗੱਲ ਹੈ, ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦੋਨੇ ਇਹਦੇ 'ਚ ਆਉਣੇ ਚਾਹੀਦੇ ਸੀ ਤੇ ਦੋਨੇ ਆਏ ਨੇ। ਬਸ ਇਹ ਜਿਹੜੀ ਹੈ ਹੁਣ ਗੱਲ ਬਸ ਪੈ ਗਈ ਇੱਧਰ ਉੱਧਰ, ਉਹ ਕਿਸੇ ਪਾਸੇ ਨਹੀਂ ਜਾਣੀ ਕਿ ਉਹ ਕਿੰਨਾ ਕੁ ਇਨਵੋਲਵ ਹੈ ਕੀ ਨਹੀਂ। ਕਹਾਣੀ ਇਹ ਹੈ ਕਿ ਚੈਰਿਟੀ ਦੇ ਵਿੱਚ ਸਾਰੇ ਹੀ ਨੇ ਪੋਲੀਟੀਕਲ ਬੰਦੇ ਨੇ। ਚੈਰਿਟੀ ਦੇ ਵਿੱਚ ਉਹਦੀ ਮਾਤਾ ਟਰੂਡੋ ਉਹਨਾਂ ਦੀ ਜਾਂਦੀ ਰਹੀ ਹੈ, ਭਾਈ ਤੇ ਘਰ ਵਾਲੀ ਜਾਂਦੀ ਰਹੀ ਹੈ। ਉਹਨਾਂ ਨੇ ਉਹਦੇ ਵਿੱਚੋਂ $2.5 ਲੱਖ ਮਾਰਗਰੇਟ ਟਰੂਡੋ ਨੇ ਲੈ ਵੀ ਲਿਆ। ਪਰ ਇੱਕ ਚੈਰਿਟੀ ਨਹੀਂ, ਹੁਣ ਸਾਰੀਆਂ ਚੈਰਿਟੀਆਂ ਕਿਤਨਾ ਕਿਤੇ ਜਿੰਨੇ ਉੱਥੇ ਬੈਠੇ ਨੇ ਐਮਪੀ ਕਿਤਨਾ ਕਿਤੇ ਇਨਵੋਲਵ ਨੇ। ਫੰਡਿੰਗ ਜਦ ਦਵਾਉਂਦੇ ਨੇ, ਆਪ ਖਲਵਾਉਂਦੇ ਨੇ ਜਿਹੜੀਆਂ ਇਹ ਸੰਸਥਾਵਾਂ ਨੂੰ, ਤੇ ਫਿਰ ਉਹਨਾਂ ਨੂੰ $2-4 ਲੱਖ ਸਾਲ ਦਾ ਦਵਾ ਦੇਣਾ। ਫਿਰ ਉਹ ਥੋੜਾ ਬਹੁਤਾ ਡਰਾਮਾ ਡਰੂਮਾ ਜਿਹਾ ਵੀ ਕਰ ਲੈਂਦੇ ਨੇ, ਆਪਣੇ ਵੀ ਆਲੇ ਦੁਆਲੇ ਆਪਾਂ ਦੇਖ ਲੈਂਦੇ ਹਾਂ, ਕਰੋਨਾ ਦੇ ਆਲੇ ਦੁਆਲੇ ਹੁੰਦਾ ਰਿਹਾ। ਪਰ ਉਹ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ, ਆ ਜਵਾਕਾਂ ਵਾਲੀ ਤੁਹਾਡੀ ਚੈਰਿਟੀ ਜੀ, ਤੁਹਾਡੇ ਜਵਾਕਾਂ ਨੂੰ ਐਂ ਕਰਾ ਦਿਆਂਗੇ, ਤੁਹਾਡੇ ਜਵਾਕਾਂ ਨੂੰ ਆਹ ਕਰਾ ਦਿਆਂਗੇ। ਪਰ ਕੋਈ ਸੱਚ ਨਹੀਂ ਦੱਸਦਾ ਵੀ ਅਸੀਂ ਸਰਕਾਰ ਤੋਂ ਕਿੰਨੀ ਗ੍ਰਾਂਟ ਲੈਂਦੇ ਹਾਂ ਤੇ ਗ੍ਰਾਂਟ ਦੇ ਵਿੱਚੋਂ ਘਰਦਿਆਂ ਨੂੰ, ਘਰ ਵਾਲੀਆਂ ਨੂੰ ਜਾਂ ਘਰ ਵਾਲਿਆਂ ਨੂੰ ਤਨਖਾਹਾਂ ਕਿੰਨੀਆਂ ਦਿੰਦੇ। ਇਹ ਬਹੁਤ ਵੱਡੀ ਔਰ ਕਮਿਊਨਿਟੀ ਮੰਗ ਨਹੀਂ ਕਰਦੀ ਇਸ ਦੀ। ਜਿੰਨੀਆਂ ਤੁਹਾਡੀਆਂ ਸੰਸਥਾਵਾਂ ਖੁੱਲੀਆਂ ਨੇ ਉਹਦੇ ਤੁਸੀਂ ਹੱਕਦਾਰ ਹੋ ਵੀ ਤੁਹਾਨੂੰ ਫਾਈਨੈਂਸ਼ੀਅਲ ਰਿਪੋਰਟ ਉਹ ਦਿਖਾਉਣ ਵੀ ਅਸੀਂ ਕਿੰਨਾ ਸਰਕਾਰ ਤੋਂ ਲੈਂਦੇ ਹਾਂ, ਉਹ 'ਚੋਂ ਕਿੰਨੀ ਤਨਖਾਹ, ਕਿਹਦੀ ਕਿੰਨੀ ਤਨਖਾਹ। ਅਗਲਾ ਕਹਿੰਦਾ ਮੈਂ ਕੀ ਲੈਣਾ, ਕੱਲ੍ਹ ਨੂੰ ਕੰਮ ਪੈ ਜੂ ਕਿਤੇ ਆਪਣਾ ਧੀ ਪੁੱਤ ਲਵਾ ਲਾਂਗੇ। ਰੌਲਾ ਰੇੜਕਾ ਆਹ ਚੀਜ਼ ਦਾ ਪਿਆ। ਸੋ ਇਹ ਵੀ ਚੈਰਿਟੀ ਦਾ ਗੱਲ ਬਾਹਰ ਆ ਗਈ। ਪਰ ਹੁਣ ਇਹ ਪ੍ਰੀਵੀ ਕੌਂਸਲ ਦੇ ਇਹ ਕਲਰਕ ਬੜਾ ਪਾਵਰਫੁਲ ਹੁੰਦਾ, ਤੁਹਾਨੂੰ ਪਤਾ ਜਦ ਐਸਐਨਸੀ ਲੈਵਲ ਐਨ ਵੇਲੇ ਪ੍ਰੀਵੀ ਕੌਂਸਲ ਦਾ ਕਲਰਕ ਨੇ ਗੇਮ ਕੀਤੀ ਸੀ ਜਾਂ ਮੈਸੇਜ ਕਰਕੇ ਉਹਨੇ ਕਿਹਾ ਸੀ ਉਸ ਸਮੇਂ ਦੀ ਕਾਨੂੰਨ ਮੰਤਰੀ ਨੂੰ ਕਿ ਮੰਨ ਲਾ ਗੱਲ, ਉਹਨੇ ਮੰਨਣਾ ਨਹੀਂ, ਟਰੂਡੋ ਭੈੜਾ ਵੈੜਾ ਉਹਨੇ ਕਰਵਾ ਲੈਣਾ ਹੈ। ਸੋ ਤਾਂ ਜਿਹੜੀ ਹੁਣ ਗੱਲ ਨਿਕਲ ਆਈ ਬਾਹਰ ਆ ਗਈ, ਨਹੀਂ ਤਾਂ ਬਹੁਤ ਕੁਝ ਉੱਥੇ ਇਹ ਜਿਹਾ ਕੁਝ ਚੱਲਦਾ ਰਹਿੰਦਾ। ਦੂਸਰੀ ਜਿਹੜੀ ਆਪਾਂ ਇੱਕ ਕੈਂਪੇਨ ਸਾਰਿਆਂ ਨੇ ਰਲ ਕੇ, ਮੈਂ ਨਹੀਂ, ਕੈਂਪੇਨ ਆਪਾਂ ਚਲਾਈ ਸੀ ਇੱਕ, ਜਿਹੜੇ RCA ਤੇ ਹੋਮ ਸਪੋਰਟ ਵਰਕਰ ਤੇ ਸਾਰੇ ਅਲੱਗ-ਅਲੱਗ ਨਾਂ ਨੇ, ਉਹਨਾਂ ਨੂੰ ਕੁਛ ਅਪਡੇਟਸ, ਉਹਨਾਂ ਦੇ ਕੰਮ ਦਾ ਸਕੈਜੂਲ, ਕੋਈ ਸਪਲਾਈ ਵਗੈਰਾ, ਦਫ਼ਤਰ ਦੀ ਗੱਲਬਾਤ, ਕੋਈ ਫਰਕ ਪਿਆ ਜੇ ਦੱਸ ਸਕੋ ਤਾਂ ਘੱਟੋ ਘੱਟ ਬਾਹਰਲਿਆਂ ਨੂੰ ਵੀ ਹੋ ਜਾਵੇ ਆਪਣੀ ਗੱਲ ਇੱਥੇ ਕੀਤੀ ਕੋਈ ਫਾਇਦਾ ਕਰਦੀ ਹੈ। ਨਾ ਉਹ ਤੁਹਾਨੂੰ ਦੱਸਣ ਦੀ ਨਹੀਂ ਲੋੜ, ਜਾਂ ਮੈਨੂੰ ਮੈਸੇਜ ਕਰ ਦਿਓ ਤਾਂ ਮੈਂ ਮੈਸੇਜ ਵੀ ਤੁਹਾਡਾ ਪੜ੍ਹ ਕੇ ਸੁਣਾ ਸਕਦਾ। 1844 247 1550। ਮੈਨੂੰ ਇਹ ਪਤਾ ਲੱਗਿਆ ਕਿ ਕੁਛ ਨਵੇਂ ਸਰਕੂਲਰ ਆ ਰਹੇ ਨੇ ਤੇ ਵੀ ਉਹ ਕੁਝ ਚੇਂਜਸ ਆ ਰਹੀਆਂ ਨੇ। ਓਬਵੀਅਸਲੀ ਜਿਹੜੀ ਮੇਰੀ ਕਮਿਊਨੀਕੇਸ਼ਨ ਆ ਮੈਨੂੰ ਦੱਸਦੇ ਰਹਿੰਦੇ ਆ, ਪਤਾ ਲੱਗਦਾ ਰਹਿੰਦਾ ਕਿ ਅਸੀਂ ਐਕਟਿਵਲੀ ਐਕਚੁਅਲੀ CEO ਡਾਕਟਰ ਲੀ ਦਾ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਇੰਪਲੀਮੈਂਟ ਕੀਤਾ ਤੇ ਇਹ ਚੰਗੀ ਲੱਗ ਰਹੀ ਹੈ ਗੱਲ। ਤੇ ਕਿਸੇ ਨੇ ਮੈਨੂੰ ਅੱਜ ਦੱਸਿਆ ਵੀ ਹੈ ਸਵੇਰੇ ਕਿ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ 'ਚ ਚੇਂਜਸ ਨੇ ਆ ਰਹੀਆਂ, ਸਾਡੇ ਸਕੈਜੂਲਿੰਗ ਦੀ ਤੇ ਸਾਡੀ ਸਪਲਾਈ ਦੀ, ਸਾਡੇ ਨਾਲ ਗੱਲਬਾਤ ਕਰਨ ਦੀ, ਜ਼ੋਨਸ ਦੀ ਤੇ ਘੰਟਿਆਂ ਦੀ। ਇਸ ਤਾਂ ਮੈਂ ਕਿਹਾ ਗੱਲ ਸੂਤ ਆ ਗਈ ਜੇ ਆਹ ਗੱਲ ਹੋ ਜਾਵੇ। ਦੱਸਿਓ ਜੇ ਕੋਈ ਕਿਸੇ ਕੋਲ ਇਨਫੋਰਮੇਸ਼ਨ ਹੈ। 184424715550। ਅਮਨ ਖਹਿਰਾ ਜੀ ਮੇਰੇ ਨਾਲ ਨੇ ਤੇ ਇਮੀਗ੍ਰੇਸ਼ਨ ਦੇ ਸੰਬੰਧੀ ਜਾਣਕਾਰੀ 2 ਹਫ਼ਤੇ ਬਾਅਦ ਉਹ ਦਿੰਦੇ ਹੁੰਦੇ ਆ ਤੇ ਉਹਨਾਂ ਤੋਂ ਅੱਜ ਪੁੱਛਦੇ ਹਾਂ ਖਾਸ ਤੌਰ ਤੇ ਜਿਹੜੀ LMIA ਹੈ ਉਹ ਵਰਕਰਸ ਦੀ, ਉਸ ਦੀ ਗੱਲਬਾਤ ਬੜੀ ਚੱਲ ਰਹੀ ਹੈ ਕਿ ਜੀ ਕੀ ਹੋਇਆ ਕੀ ਨਹੀਂ ਹੋਇਆ ਤੇ ਸਰਵਿਸ ਕੈਨੇਡਾ ਨੇ ਉਹ ਬੰਦ ਕਰਤੇ ਤੇ 2 years LMIA ਜਿਹੜੇ ਨੇ ਵਰਕਰਸ ਦੇ, ਉਹ ਕੀ ਹੈ। ਅਮਨ ਖਹਿਰਾ ਜੀ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਜੀ, ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
ਅੱਛਾ ਜੀ, ਫਾਰਮਰਸ ਦੀ ਜਿਹੜੀ LMIA ਹੈ ਉਹ ਵਾਕਈ ਬੰਦ ਕਰ ਦਿੱਤੀ ਜੀ? ਨਹੀਂ ਬਈ ਜੀ, ਬਿਲਕੁਲ ਜਿਹੜੀ ਫਾਰਮਰਸ ਦੀ LMIA ਉਹ ਬੰਦ ਨਹੀਂ ਹੋਈ। ਦੇਰ ਆਰ ਡਿਫਰੈਂਟ ਕਾਈਂਡਸ ਆਫ LMIA। ਜਦੋਂ ਆਪਾਂ LMI ਦੀ ਗੱਲ ਕਰਦੇ ਹਾਂ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹੜੀ ਕਿ 2014 ਦੇ ਵਿੱਚ ਸਰਕਾਰ ਨੇ ਸਟਾਰਟ ਕੀਤੀ ਸੀ, ਔਰ ਇਹ ਰਿਪਲੇਸਮੈਂਟ ਸੀ ਜਿਹੜਾ LMO ਪ੍ਰੋਸੈਸ ਸੀਗਾ, ਲੇਬਰ ਮਾਰਕੀਟ ਓਪੀਨੀਅਨ ਪ੍ਰੋਸੈਸ ਸੀ। ਨਾ ਇਹਨੂੰ ਤਬਦੀਲ ਕਰਨ ਦਾ ਸਰਕਾਰ ਨੇ ਇਸ ਲਈ ਫੈਸਲਾ ਕੀਤਾ ਸੀ ਬਿਕੋਜ਼ LMO ਪ੍ਰੋਸੈਸ ਦੇ ਵਿੱਚ ਜਿਹੜੀ ਟਰਾਂਸਪੇਰੈਂਸੀ ਸੀ ਉਹ ਬਹੁਤ ਘੱਟ ਸੀਗੀ, ਔਰ ਪ੍ਰੋਸੈਸ ਸੀਗਾ ਵਨ ਸਾਈਡਡ ਜ਼ਿਆਦਾ ਹੁੰਦਾ ਸੀ ਪ੍ਰੋਸੈਸ, ਕਿਉਂਕਿ ਆਫਿਸਰ ਦੀ ਜਿਹੜਾ ਵੀ ਸਰਵਿਸ ਕੈਨੇਡਾ ਆਫਿਸਰ ਸੀ ਜਦੋਂ ਡਿਸੀਜਨ ਬਣਾਉਂਦਾ ਸੀ, ਕਈ ਵਾਰ ਉਹ ਡਿਸੀਜਨ ਜਿਹੜੇ ਸੀ ਵਨ ਸਾਈਡਡ ਹੁੰਦੇ ਸੀ। ਸੋ ਇੰਪਲੋਇਰਸ ਨੂੰ ਇਹ ਫੀਲ ਹੁੰਦਾ ਸੀ ਵੀ ਉਹਨਾਂ ਦੀ ਕੋਈ ਸੇ ਨਹੀਂ ਹੈ। ਸੋ ਐਂਡ ਸੈਕਿੰਡ ਜਿਹੜਾ ਉਹ ਪ੍ਰੋਸੈਸ ਰਿਸਪੌਂਸਿਵ ਪ੍ਰੋਸੈਸ ਵੀ ਨਹੀਂ ਹੁੰਦੇ ਸੀ, ਮੀਨਿੰਗ LMIA ਪ੍ਰੋਸੈਸ ਦੇ ਵਿੱਚ ਮਿਨਿਸਟਰ ਇੰਸਟਰਕਸ਼ਨ ਜਿਵੇਂ ਪਾਸ ਔਨ ਹੋ ਸਕਦੀਆਂ ਨੇ ਤੇ ਬਹੁਤ ਜਲਦੀ ਜਿਹੜਾ ਡਿਸੀਜਨ ਹੈ ਇੰਸਟਰਕਸ਼ਨ ਦੇ ਰਾਹੀਂ ਪਾਸ ਔਨ ਕੀਤਾ ਜਾ ਸਕਦਾ ਔਰ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੇ ਨੇ। ਨਾਓ ਕੋਵਿਡ ਦੀ ਜਿਹੜੀ ਸਿਚੁਏਸ਼ਨ ਸੀ ਇਹ ਅਨਐਕਸਪੈਕਟਿਡ ਸੀ। ਮਾਰਚ ਮਹੀਨੇ ਦੇ ਵਿੱਚ ਕੰਪਲੀਟ ਜਿਵੇਂ ਆਪਾਂ ਗਲੋਬਲ ਹਾਲਟ ਕਹਿ ਸਕਦੇ ਹਾਂ ਵੀ ਵਰਲਡ ਸਾਰਾ ਰੁਕ ਸੀ, ਜਿਸ ਦੇ ਵਿੱਚ ਕੈਨੇਡਾ ਨੂੰ ਵੀ ਰਿਐਕਟ ਕਰਨਾ ਪੈਣਾ ਸੀ, ਬਾਕੀ ਕੰਟਰੀਜ਼ ਨੇ ਵੀ ਰਿਐਕਟ ਕੀਤਾ। ਔਰ ਜਦੋਂ ਵੀ ਤੁਸੀਂ ਕਿਸੇ ਫੋਰਨ ਵਰਕਰ ਨੂੰ ਬੁਲਾਉਂਦੇ ਹੋ ਕੈਨੇਡਾ ਦੇ ਵਿੱਚ ਤਾਂ ਤੁਹਾਨੂੰ ਇਹ ਪ੍ਰੋਸੈਸ ਨੂੰ ਯੂਜ਼ ਕਰਨਾ ਪੈਂਦਾ। ਮੈਂ ਇਹ ਵੀ ਦੱਸਦਾ ਗਿੱਲ ਸਾਹਿਬ ਵੀ ਹਰ ਵਰਕਰ ਨੂੰ ਕੈਨੇਡਾ ਬੁਲਾਉਣ ਲਈ LMI ਦੀ ਜ਼ਰੂਰਤ ਨਹੀਂ ਹੁੰਦੀ। ਦੇਰ ਆਰ ਸਮ ਐਗਜ਼ੈਂਪਸ਼ਨਸ ਟੂ ਜਿੱਥੇ ਤੁਸੀਂ ਵਰਕਰ ਨੂੰ ਬਿਨਾਂ LMI ਤੋਂ ਵੀ ਬੁਲਾ ਸਕਦੇ ਹੋ, ਬਟ ਮੈਜੋਰਿਟੀ ਆਫ ਵਰਕਰਸ ਜਦੋਂ ਕੋਈ ਇੰਪਲੋਇਰ ਸਪਾਂਸਰਸ਼ਿਪ ਦਿੰਦਾ, ਕਿਉਂਕਿ ਇੱਕ ਇੰਪਲੋਇਰ ਡਰਿਵਨ ਪ੍ਰੋਸੈਸ ਹੈ, ਤਾਂ ਫਿਰ ਮੈਜੋਰਿਟੀ ਆਫ ਵਰਕਰਸ ਨੂੰ ਸਪਾਂਸਰ ਕਰਨ ਲਈ ਤੁਹਾਨੂੰ ਇਸ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ, ਜਿਹਨੂੰ ਕਿ ਆਪਾਂ LMIA ਕਹਿੰਦੇ ਹਾਂ। ਜਦੋਂ ਇਹ ਕੁਐਸਚਨ ਪੁੱਛਿਆ ਜਾਂਦਾ ਵੀ ਕੀ LMIA ਬੰਦ ਹੋ ਗਈਆਂ, ਤਾਂ ਇਹ ਜਦੋਂ LMIA ਪ੍ਰੋਸੈਸ 2014 ਚ ਸਰਕਾਰ ਨੇ ਚਲਾਇਆ ਸੀ, ਉਸ ਵਕਤ ਹੀ ਇਹਨੂੰ ਇੱਕ ਰਿਸਪੌਂਸਿਵ ਪ੍ਰੋਸੈਸ ਬਣਾਇਆ ਸੀ। ਮੀਨਿੰਗ ਇੱਕ ਇਹਦੇ ਵਿੱਚ ਟੂਲ ਵਰਤਿਆ ਗਿਆ ਸੀ, ਸਰਕਾਰ ਨੇ ਰੱਖਿਆ ਸੀ ਵੀ 6% ਜੇ ਕੈਨੇਡਾ ਦੀ ਅਨਐਮਪਲੋਇਮੈਂਟ ਰਹਿੰਦੀ ਹੈ ਤਾਂ ਹਰ ਕਿਸਮ ਦੇ ਬਿਜ਼ਨਸ ਨੂੰ ਸ਼ਾਰਟੇਜ ਰਹੇਗੀ। ਤੋ ਇਸ ਲਈ ਜਿਹੜੀ ਪ੍ਰੋਗਰਾਮ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ ਵੀ ਜੇ 6% ਤੋਂ ਵੱਧ ਕਿਸੇ ਪਰਟੀਕੂਲਰ ਰੀਜਨ ਦੀ ਅਨਐਮਪਲੋਇਮੈਂਟ ਵੱਧ ਜਾਂਦੀ ਹੈ ਤਾਂ ਆਟੋਮੈਟਿਕ ਕੁਝ ਕੈਪਸ ਲੱਗ ਜਾਣਗੇ। ਉਹ ਕੋਵਿਡ ਕਰਕੇ ਨਹੀਂ ਹੈ, ਇਨ ਜਨਰਲ ਵੀ ਹੋ ਸਕਦਾ। ਜੇ ਕੱਲ੍ਹ ਨੂੰ ਕਿਸੇ ਪਰਟੀਕੂਲਰ ਰੀਜਨ ਦੇ ਵਿੱਚ ਅਨਐਮਪਲੋਇਮੈਂਟ ਬਹੁਤ ਵੱਧਦੀ ਹੈ ਤਾਂ ਫਿਰ ਬਾਰ-ਬਾਰ ਸਰਕਾਰ ਨੂੰ ਉਹ ਡਿਸੀਜਨ ਨੂੰ ਰੀਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ। ਆਟੋਮੈਟਿਕ ਹੀ ਆਫਿਸਰਸ ਨੂੰ ਗਾਈਡਲਾਈਨ ਮਿਲੀਆਂ ਹੋਈਆਂ ਨੇ ਜਿੱਥੇ ਕੁਝ ਰਿਸਟ੍ਰਿਕਸ਼ਨਸ ਜਾਂ ਕੈਪ ਲੱਗ ਜਾਂਦੀਆਂ ਨੇ। ਉਹਦੇ ਵਿੱਚ ਜਿਹੜੀਆਂ ਇਫੈਕਟ ਹੁੰਦੀਆਂ ਨੇ, ਜਿਹੜੀਆਂ ਆਕੂਪੇਸ਼ਨਸ ਉਹ ਹੁੰਦੀਆਂ ਨੇ ਜਿਹੜੀਆਂ ਕੈਨੇਡੀਅਨ ਕੰਮ ਕਰਨਾ ਪਸੰਦ ਕਰਦੇ ਨੇ। ਸੈਕਿੰਡ ਤਰ੍ਹਾਂ ਦੀਆਂ ਜਿਹੜੀਆਂ ਜੌਬਸ ਹੁੰਦੀਆਂ ਨੇ ਲੋ ਸਕਿੱਲ ਜੌਬਸ ਨੇ। ਨਾ ਲੋ ਵੇਜ ਜੌਬਸ ਜਿਹੜੀਆਂ ਨੇ ਉਹ ਕਾਫੀ ਤਰ੍ਹਾਂ ਦੀਆਂ ਜੌਬਸ ਨੇ ਜਿਹੜੀਆਂ ਸਰਕਾਰ ਨੇ ਓਪਨ ਰੱਖੀਆਂ ਹੋਈਆਂ ਨੇ, ਉਹਨਾਂ 'ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਥਰਡ ਜਿਹੜੀ ਚੀਜ਼ ਦੇਖੀ ਜਾਂਦੀ ਹੈ, ਇੱਕ ਕੈਪ ਸਰਕਾਰ ਨੇ ਵਰਤਿਆ ਹੋਇਆ ਵੀ ਜੇ ਤੁਸੀਂ ਫਰਜ਼ ਕੀਤਾ 10 ਇੰਪਲੋਈਜ਼ ਤੁਸੀਂ ਰੱਖੇ ਹੋਏ ਨੇ ਜਾਂ 10 ਇੰਪਲੋਈ ਤੋਂ ਵੱਧ ਤੁਸੀਂ ਹਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ 1% ਆਫ ਜਿਹੜੀ ਟੋਟਲ ਇੰਪਲੋਇਮੈਂਟ ਤੁਸੀਂ ਕੈਨੇਡਾ ਦੀ ਟ੍ਰੇਨਿੰਗ ਜਨਰੇਟ ਕੀਤੀਆਂ ਉਹਨੇ ਵਰਕਰਸ ਹੀ ਅਲਾਓ ਕੀਤੇ ਜਾਣ। ਸੋ ਰੇਸ਼ੋ ਆਟੋਮੈਟਿਕਲੀ ਕਿਕ ਇਨ ਕਰ ਜਾਂਦੀ ਹੈ। ਸੋ ਜਦੋਂ ਵੀ ਤੁਸੀਂ ਐਪਲੀਕੇਸ਼ਨ ਕਰਨੀ ਹੈ ਤਾਂ ਤੁਸੀਂ, ਕਿਉਂਕਿ ਹੁਣ ਇਹ 6% ਤੋਂ ਜ਼ਿਆਦਾ ਹੈ, ਸੋ ਐਪਲੀਕੇਸ਼ਨ ਕਰਨ ਤੋਂ ਪਹਿਲਾਂ ਪਲੀਜ਼ ਸਲਾਹ ਲਿਆ ਕਰੋ ਵੀ ਤੁਹਾਨੂੰ ਐਪਲੀਕੇਸ਼ਨ ਕਰਨੀ ਚਾਹੀਦੀ ਵੀ ਹੈ, ਤੁਸੀਂ ਐਲੀਜੀਬਲ ਇੰਪਲੋਇਰ ਹੋ, ਐਲੀਜੀਬਲ ਆਕੂਪੇਸ਼ਨ 'ਚ ਕਰ ਰਹੇ ਹੋ ਤੇ ਜਾਂ ਤੁਸੀਂ ਕੈਪ ਤੋਂ ਬਾਹਰ ਤਾਂ ਨਹੀਂ ਹੋਗੇ, ਕਿਉਂਕਿ ਸਰਕਾਰ ਨੇ ਦੀ ਫੀਸ ਵੀ ਰੱਖੀ ਹੋਈ ਹੈ। ਜੇ ਤੁਸੀਂ ਡਿਸਕੁਆਲੀਫਾਈ ਹੋ ਜਾਂਦੇ ਹੋ ਜਾਂ ਕਿਸੇ ਵਜ੍ਹਾ ਕਰਕੇ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਡਿਨਾਈ ਹੁੰਦੀ ਹੈ ਇਹਨਾਂ ਵਜ੍ਹਾ ਕਰਕੇ, ਤਾਂ ਤੁਹਾਡੀ ਜਿਹੜੀ ਉਹ ਫੀਸ ਹੈ ਸਾਰਾ $1000 ਤੁਸੀਂ ਭਰਿਆ ਹੋਇਆ ਤਾਂ ਫਿਰ ਉਹ ਵੀ ਚਲਾ ਜਾਏਗਾ। ਸੋ ਜਿਹੜੀਆਂ ਆਕੂਪੇਸ਼ਨਸ ਅੰਡਰ ਪ੍ਰੈਸ਼ਰ ਨੇ ਸਰਕਾਰ ਨੇ ਉਹ ਵੀ ਰੱਖੀਆਂ ਹੋਈਆਂ ਨੇ, ਔਰ ਇਹ 2014 ਦੀ ਗਾਈਡਲਾਈਨ ਦੇ ਵਿੱਚ ਹੀ ਨੇ। ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਜਿਹੜੀ ਗਾਈਡਲਾਈਨ ਹੈ ਉਹਦੇ ਵਿੱਚ ਹੀ ਨੇ ਜਿਹੜੀਆਂ ਆਕੂਪੇਸ਼ਨ ਅਤਿਅੰਤ ਪ੍ਰੈਸ਼ਰ ਦੇ ਥੱਲੇ ਨੇ, ਤਾਂ ਉਹਨਾਂ ਲਈ ਸਰਕਾਰ ਨੇ ਐਗਜ਼ੈਂਪਸ਼ਨਸ ਵੀ ਲਾਈਆਂ ਹੋਈਆਂ ਨੇ। ਉਹਨਾਂ ਨੇ ਸਹੂਲਤਾਂ ਵੀ ਦਿੱਤੀਆਂ ਹੋਈਆਂ ਨੇ ਵੀ ਤੁਸੀਂ ਇਹ ਜਿਹੜੀਆਂ ਐਪਲੀਕੇਸ਼ਨ ਇਹਨਾਂ ਨੂੰ ਜਲਦੀ ਪ੍ਰੋਸੈਸ ਕਰਾ ਸਕਦੇ ਹੋ। ਤੇ ਇਸ ਤੋਂ ਇਲਾਵਾ ਸਰਕਾਰ ਨੇ ਜਿਵੇਂ ਮੈਂ ਜ਼ਿਕਰ ਕੀਤਾ ਸੀ ਵੀ ਕਾਫੀ ਤਰ੍ਹਾਂ ਦੀਆਂ LMI ਨੇ, ਜਿਵੇਂ ਗਲੋਬਲ ਟੈਲੈਂਟ ਸਟਰੀਮ ਹੈ ਜਾਂ ਕੁਝ IT ਵਰਕਰਸ ਨੇ, ਸਰਕਾਰ ਨੇ ਉਹਨਾਂ ਨੂੰ ਐਗਜ਼ੈਂਪਸ਼ਨ ਲਿਸਟ ਦੇ ਵਿੱਚ ਰੱਖਿਆ ਹੋਇਆ ਜਿੱਥੇ ਉਹਨਾਂ ਦੀ ਅਪਰੂਵਲ ਜਿਹੜੀ ਹੈ ਪ੍ਰੋਮਿਸਰੀ ਇੱਕ ਜਿਹੜੀ ਹੈ ਸਰਕਾਰ ਐਡਮਿਨਿਸਟ੍ਰੇਟਿਵ ਡਿਸੀਜਨ ਲਿਆ ਹੋਇਆ ਤਾਂ ਪ੍ਰੋਮਿਸਰੀ ਜਿਹੜੀ ਨੇ 10 ਡੇ ਪ੍ਰੋਸੈਸਿੰਗ ਕਰਦੀ ਹੈ।
ਉਹਨਾਂ ਐਪਲੀਕੇਸ਼ਨ ਦੀ, ਤਾਂ ਕਿ ਉਹ ਵਰਕਰਸ ਨੂੰ ਕੈਨੇਡਾ ਜਲਦੀ ਬੁਲਾਇਆ ਜਾ ਸਕੇ ਔਰ ਜਿਹੜੀ ਕੈਨੇਡਾ ਨੂੰ ਦੁਬਾਰਾ ਸਿਸਟਮ ਨੂੰ ਸਟਾਰਟ ਕਰਨ ਲਈ, ਦੁਬਾਰਾ ਬੈਕ ਟੂ ਜਿਹੜਾ ਇਕਨੋਮਿਕ ਗਰੋਥ ਦਾ ਪੈਟਰਨ ਆ ਉਹਦੇ ਵਿੱਚ ਦੁਬਾਰਾ ਆਉਣ ਦੇ ਲਈ ਉਹਨਾਂ ਵਰਕਰਸ ਨੂੰ ਵਰਤਿਆ ਜਾ ਸਕੇ ਜੀ। ਅੱਛਾ ਜੀ, ਇਹਦੇ 'ਚ ਇਹ ਵੀ ਦੱਸੋ ਵੀ ਜੇ ਵੀਜ਼ਾ ਅਫੀਸਰ, ਕੇਸ ਅਫੀਸਰ ਇਹਨੂੰ ਕਹਿ ਦੇਵੇ ਵੀ ਮੈਂ ਨਹੀਂ ਦੇਣਾ ਬਈ, ਇਹਦੀ ਕੋਈ ਅਪੀਲ ਦਲੀਲ ਹੈ? ਯੈਸ ਬਾਈ ਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਜਦੋਂ ਵੀ ਤੁਸੀਂ LMIA ਫਾਈਲ ਕਰਦੇ ਹੋ ਤਾਂ ਇੰਪਲੋਇਰ ਦੀ ਇੱਕ ਪ੍ਰੋਸੈਸ ਰੱਖਿਆ ਹੋਇਆ ਸਰਕਾਰ ਨੇ, ਜਿੱਥੇ ਮੈਜੋਰਿਟੀ ਆਫ ਐਪਲੀਕੇਸ਼ਨਸ ਦੀ ਇੰਟਰਵਿਊ ਵੀ ਹੁੰਦੀ ਹੈ। ਇੰਟਰਵਿਊ ਕਰਨ ਦਾ ਕਾਰਨ ਦੋ ਬਣ ਜਾਂਦੇ ਨੇ। ਇੱਕ ਤਾਂ ਹੈਗਾ ਕਿਉਂਕਿ ਕੁਝ ਕਨਫਰਮੇਸ਼ਨਸ ਆਫਿਸਰ ਨੇ ਰਿਕਾਰਡਡ ਕਨਫਰਮੇਸ਼ਨਸ ਤੁਹਾਡੇ ਤੋਂ ਲੈਣੀਆਂ ਹੁੰਦੀਆਂ ਨੇ। ਇੱਕ ਪਿਛਲੇ ਸਮੇਂ ਦੇ ਵਿੱਚ ਇਹ ਵੀ ਸੁਣਨ ਨੂੰ ਆਇਆ ਸੀ ਸਰਕਾਰ ਨੂੰ, ਜਿੱਥੇ ਕਾਫੀ ਇੰਪਲੋਇਰਸ ਨੇ ਕੰਪਲੇਨ ਕੀਤੀ ਸੀ ਵੀ ਕਈਆਂ ਨੇ ਉਹਨਾਂ ਦੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਮਿਸਯੂਜ਼ ਕੀਤਾ, ਉਹਨਾਂ ਦੀ ਵਿਦਆਊਟ ਦੇਅਰ ਨੌਲੇਜ, ਜਿਹੜਾ ਇੰਪਲੋਇਰ ਦੀ ਨੌਲੇਜ ਤੋਂ ਬਿਨਾਂ ਸਪਾਂਸਰਸ਼ਿਪ ਕੀਤੀਆਂ ਗਈਆਂ ਔਰ ਵਰਕਰਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਏ। ਇੰਪਲੋਇਰਸ ਨੂੰ ਉਦੋਂ ਹੀ ਮਾਲੂਮ ਜਾਂ ਇਨਫੋਰਮੇਸ਼ਨ ਪਤਾ ਲੱਗੀ ਜਦੋਂ ਉਹ ਉਹਨਾਂ ਦੇ ਡੋਰ ਸਟੈਪ ਦੇ ਉੱਤੇ ਖੜੇ ਸੀ। ਸੋ ਇਸ ਚੀਜ਼ ਕਰਕੇ ਜਿਹੜਾ ਸਰਕਾਰ ਨੇ ਜਿਹੜਾ ਡਾਇਰੈਕਟ ਕਮਿਊਨੀਕੇਸ਼ਨ ਹੈ ਇੰਪਲੋਇਰਸ ਦੇ ਨਾਲ ਰੱਖਿਆ ਹੋਇਆ, ਕਿਉਂਕਿ ਇੰਪਲੋਇਰਸ ਨੂੰ ਕੁਝ ਆਬਲੀਗੇਸ਼ਨਸ ਹੁੰਦੀਆਂ ਨੇ। ਜਦੋਂ ਤੁਸੀਂ ਕੋਈ ਸਪਾਂਸਰਸ਼ਿਪ ਕਰਦੇ ਹੋ ਤਾਂ ਤੁਸੀਂ ਇਨ ਰਿਟਰਨ ਕੁਝ ਪ੍ਰੋਮਿਸਿਸ ਕਰਦੇ ਹੋ ਔਰ ਉਹ ਪ੍ਰੋਮਿਸਿਸ ਤੁਹਾਨੂੰ ਡਿਲੀਵਰ ਕਰਨੇ ਪੈਂਦੇ ਨੇ। ਜੇ ਤੁਸੀਂ ਡਿਲੀਵਰ ਨਹੀਂ ਕਰਦੇ ਤਾਂ ਤੁਹਾਡੇ ਕੋਲ ਐਕਸਕਿਊਜ਼ ਨਹੀਂ ਬਚਦਾ ਵੀ ਮੈਂ ਇਨਵੋਲਵ ਨਹੀਂ ਸੀ, ਮੇਰਾ ਥਰਡ ਪਾਰਟੀ ਸੀ ਜਾਂ ਮੇਰੀ ਨੌਲੇਜ ਤੋਂ ਬਿਨਾਂ ਇਹ ਚੀਜ਼ਾਂ ਹੋ ਗਈਆਂ ਨੇ। ਸੋ ਇਸ ਕਰਕੇ ਜਿਹੜੀ ਇੰਟਰਵਿਊਜ਼ ਹੈ ਉਹ ਬਹੁਤ ਇੱਕ ਕਾਮਨ ਪ੍ਰੈਕਟਿਸ ਹੈ, ਇੰਪਲੋਇਰਸ ਦੀ ਕਰੀ ਜਾਂਦੀ ਹੈ। ਨਾਓ ਜੇ ਉਹ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਦੇਖਣਾ ਹੁੰਦਾ ਵੀ ਰਿਫਿਊਜ਼ਲ ਦਾ ਰੀਜ਼ਨ ਕੀ ਹੈ। ਸੋ ਉਹਦੇ ਲਈ ਤੁਸੀਂ ਜਿਹੜਾ ਆਫਿਸਰ ਤੋਂ, ਕਿਉਂਕਿ ਜਿਹੜੀ ਤੁਹਾਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਰਿਪੋਰਟ ਮਿਲਦੀ ਹੈ ਜੇ ਨੈਗੇਟਿਵ ਮਿਲਦੀ ਹੈ ਤਾਂ ਉਹ ਵਨ ਲਾਈਨਰ ਆਨਸਰ ਹੀ ਹੁੰਦਾ ਵੀ ਤੁਸੀਂ ਦੁਬਾਰਾ ਐਡਵਰਟਾਈਜ਼ ਕਰੋ ਜਾਂ ਦੁਬਾਰਾ ਐਪਲੀਕੇਸ਼ਨ ਜਿਹੜੀ ਹੈ ਸਬਮਿਟ ਕਰੋ, ਇਹਨਾਂ ਕਾਰਨਾਂ ਕਰਕੇ ਤੁਹਾਨੂੰ ਅਸੀਂ ਰਿਫਿਊਜ਼ ਕਰ ਰਹੇ ਹਾਂ। ਔਰ ਉਹ ਜਿਹੜੇ ਕਾਰਨ ਨੇ ਉਹ ਵਨ ਲਾਈਨਰ ਆਨਸਰ ਜਿਹੜੇ ਹੁੰਦੇ ਨੇ। ਸੋ ਤੁਸੀਂ ਜਿਹੜੀ ਹੈ ਐਕਸੈਸ ਟੂ ਇਨਫੋਰਮੇਸ਼ਨ ਦੇ ਰਾਹੀਂ ਕੰਪਲੀਟ ਜਿਹੜੀ ਅਸੈਸਮੈਂਟ ਆਫਿਸਰ ਤੋਂ ਲੈ ਸਕਦੇ ਹੋ। ਔਰ ਜਿਵੇਂ ਮੈਂ ਕਿਹਾ ਸੀ ਵੀ ਇਹ ਗਵਰਨਮੈਂਟ ਡਿਪਾਰਟਮੈਂਟ, ਉਹਨਾਂ ਨੂੰ ਟਰਾਂਸਪੇਰੈਂਟ ਹੋਣਾ ਪੈਂਦਾ, ਤੁਹਾਡੇ ਆਪਣੇ ਵੀ ਹੱਕ ਹੈਗੇ ਆ। ਜੇ ਤੁਹਾਨੂੰ ਉਹ ਪਸੰਦ ਨਹੀਂ ਆਉਂਦਾ ਡਿਸੀਜਨ ਤਾਂ ਤੁਸੀਂ ਐਡਮਿਨਿਸਟ੍ਰੇਟਿਵਲੀ ਜਿਹੜਾ ਪ੍ਰੋਗਰਾਮ ਮੈਨੇਜਰ ਹੈ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ, ਜਾਂ ਫਿਰ ਜੇ ਅਪੀਲ ਕਰਨਾ ਚਾਹੋ ਤਾਂ ਇਹ ਫੈਡਰਲ ਕੋਰਟ ਦੇ ਵਿੱਚ ਜੁਡੀਸ਼ਲੀ ਜਿਹੜੀ ਹੈ ਅਪੀਲ ਵੀ ਕੀਤੀ ਜਾ ਸਕਦੀ ਹੈ ਇਹਨਾਂ ਪ੍ਰੋਸੈਸਿਸ ਦੀ। ਸੋ ਇਹ ਜਾਣਕਾਰੀ ਜਦੋਂ ਵੀ ਤੁਸੀਂ ਐਪਲੀਕੇਸ਼ਨ ਕਰਨੀ ਹੈ ਪਲੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਵੀ ਤੁਹਾਡੇ ਆਪਣੇ ਹੱਕ ਕੀ ਨੇ। ਵੀਜ਼ਾ ਜਿਹੜਾ ਸਰਵਿਸ ਕੈਨੇਡਾ ਦਾ ਡਿਸੀਜਨ ਹੈਗਾ ਉਹ ਫੁੱਲ ਐਂਡ ਫਾਈਨਲ ਡਿਸੀਜਨ ਨਹੀਂ ਹੈ। ਜਿਹੜੀ ਇਨਫੋਰਮੇਸ਼ਨ ਤੁਹਾਡੇ ਤੋਂ ਲਈ ਜਾਂਦੀ ਹੈ ਪਲੀਜ਼ ਉਹ ਕੰਸਿਸਟੈਂਟ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਐਪਲੀਕੇਸ਼ਨ ਕੀਤੀ ਹੈ, ਕਿਉਂਕਿ ਜੇ ਉਹ ਮਿਸਟੇਕ ਤੁਹਾਡੇ ਵੱਲੋਂ ਪਾਈ ਜਾਂਦੀ ਹੈ ਫਿਰ ਤੁਹਾਨੂੰ ਅਪੀਲ ਕਰਨ ਦਾ ਜਾਂ ਉਸ ਐਪਲੀਕੇਸ਼ਨ ਨੂੰ ਅੱਗੇ ਲੈ ਕੇ ਜਾਣ ਦਾ ਜਿਹੜਾ ਹੈਗਾ ਕੋਈ ਵੀ ਸੈਂਸ ਨਹੀਂ ਬਣਦੀ। ਬਟ ਅਦਰ ਦੈਨ ਦੈਟ, ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਜਿਹੜੀ ਆਫਿਸਰ ਨੇ ਡਿਸੀਜਨ ਜਿਹੜਾ ਹੈਗਾ ਵਨ ਸਾਈਡਡ ਬਣਾਇਆ ਔਰ ਅਥਾਰਟੇਟਿਵ ਡਿਸੀਜਨ ਹੈ, ਤੁਹਾਡੀ ਗੱਲ ਕੋਈ ਮੰਨੀ ਨਹੀਂ ਗਈ, ਸੁਣੀ ਨਹੀਂ ਗਈ, ਤਾਂ ਬਿਲਕੁਲ ਤੁਹਾਡੇ ਕੋਲ ਪ੍ਰੋਸੈਸ ਹੈਗਾ, ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਅੱਛਾ ਜੀ, ਇਹ ਵੀ ਦੱਸਿਓ ਇਹ ਜਿਹੜਾ LMIA ਹੈ ਇਹ ਕਿਹੜਿਆਂ ਕਿੱਥੇ ਲੈਣਾ ਹੈ? ਇੱਥੇ ਪਿੱਛੇ ਜੇ ਇੱਕ ਆਪਣੇ ਗ੍ਰੰਥੀ ਸਿੰਘ ਦਾ ਰੇੜਕਾ ਜਿਹਾ ਪੈ ਗਿਆ ਵੀ ਉਹਨੂੰ ਸੱਦ ਲਿਆ, ਉੱਥੇ ਨੌਕਰੀ ਨਹੀਂ ਦਿੱਤੀ ਤੇ ਉੱਥੇ PhD ਵਾਲੇ ਪੱਤਰਕਾਰ ਉਹਨੂੰ LMIA 'ਚ ਖਿੱਚੀ ਫਿਰਨ, ਹਾਲਾਂਕਿ ਗੁਰਦੁਆਰੇ 'ਚ LMIA ਦੀ ਲੋੜ ਨਹੀਂ। ਇਹ ਵੀ ਦੱਸਿਓ ਵੀ ਕਿਹੜੇ ਕੰਮਾਂ 'ਚ ਲੋੜ ਨਹੀਂ, ਤੇ ਨੈਣੀ ਜੇ ਕਿਸੇ ਨੇ ਸੱਦਣੀ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਸਾਂਭਣ ਲਈ, ਉਹਦੇ ਵੀ LMIA ਹੈ ਜੀ? ਜੀ ਫਸਟ ਆਫ ਆਲ ਮੈਂ ਨੈਣੀ ਦੇ ਬਾਰੇ ਦੱਸ ਦਿੰਦਾ ਬਾਈ ਜੀ। ਨੈਣੀ ਲਈ ਬਿਲਕੁਲ ਜਿਹੜਾ ਐਗਜ਼ੈਂਪਸ਼ਨ ਦਿੱਤੀ ਹੋਈ ਹੈ। ਹੁਣ ਤੁਹਾਨੂੰ ਜਿਹੜੇ ਨਵੇਂ ਪ੍ਰੋਗਰਾਮ ਹੈ ਉਹਦੇ 'ਚ ਨੈਣੀ ਨੂੰ ਸਪਾਂਸਰ ਕਰਨ ਲਈ ਤੁਹਾਨੂੰ LMIA ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ। ਨਾਓ ਜਿਹੜਾ ਤੁਹਾਡਾ ਫਸਟ ਕੁਐਸਚਨ ਸੀ ਵੀ LMIA ਦੀ ਹਰ ਜਗ੍ਹਾ ਤੇ ਜ਼ਰੂਰਤ ਪੈਂਦੀ ਹੈ, ਨਹੀਂ ਬਾਈ ਜੀ, ਹਰ ਜਗ੍ਹਾ ਤੇ ਇਹਨਾਂ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਕੁਝ ਜਿਹੜੇ ਸਰਕਾਰ ਦੇ ਜਿਵੇਂ ਜਿਹੜਾ ਸਪੈਸ਼ਲੀ ਗੁਰਦੁਆਰਾ ਸਾਹਿਬ ਦੀ ਆਪਾਂ ਗੱਲ ਕਰ ਰਹੇ ਸੀ, ਜਿੱਥੇ ਆਪਾਂ ਕੋਈ ਵੀ ਤੁਸੀਂ ਚੈਰਿਟੀ ਜਾਂ ਰਿਲੀਜੀਅਸ ਵਰਕ ਦੇ ਵਿੱਚ ਇਨਵੋਲਵ ਹੋ ਤਾਂ ਬਿਲਕੁਲ ਤੁਹਾਨੂੰ ਕੋਈ LMIA ਦੀ ਜ਼ਰੂਰਤ ਨਹੀਂ ਪੈਂਦੀ ਹੈਗੀ, ਤੁਸੀਂ ਉਹ ਤੋਂ ਐਗਜ਼ੈਂਪਟਡ ਹੁੰਦੇ ਹੋ। ਤਾਂ ਸਿੱਧੀ ਤੁਸੀਂ ਜੌਬ ਆਫਰ ਦੇ ਬੇਸਿਸ ਤੇ ਤੁਸੀਂ ਵਰਕ ਪਰਮਿਟ ਜਿਹੜਾ ਉਹ ਹਾਸਲ ਕਰ ਸਕਦੇ ਹੋ। ਇਸੇ ਤਰ੍ਹਾਂ ਜੇ ਤੁਸੀਂ ਜਿਸ ਤਰ੍ਹਾਂ ਕਿ NAFTA ਦੇ ਥਰੂ
ਪ੍ਰੋਗਰਾਮਸ ਨੇ ਉਹਨੂੰ ਇੰਟਰਨੈਸ਼ਨਲ ਐਗਰੀਮੈਂਟ ਦੇ ਥਰੂ ਜਿਹੜੀ ਐਪਲੀਕੇਸ਼ਨਸ ਫਾਈਲ ਹੁੰਦੀਆਂ ਨੇ, ਖਾਸ ਕਰਕੇ ਜਿਹੜੇ US ਸਿਟੀਜ਼ਨਸ ਨੇ ਜਦੋਂ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ, ਬਿਲਕੁਲ ਉਹ ਵੀ ਐਗਜ਼ੈਂਪਟਡ ਹੁੰਦੇ ਨੇ। ਕੈਨੇਡਾ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ। ਇਸੇ ਤਰ੍ਹਾਂ ਕਈ ਸੈਲਫ ਇੰਪਲੋਇਡ ਇੰਡੀਵਿਜੂਅਲਸ ਹੁੰਦੇ ਨੇ ਜਿਹੜੇ ਕੈਨੇਡਾ ਦੇ ਇੰਟਰਸਟ ਦੇ ਵਿੱਚ ਕੰਮ ਕਰਦੇ ਨੇ। ਇੱਕ ਸਪੈਸ਼ਲ ਕਲਾਸ ਹੈ, ਇਹਨੂੰ ਸਪੈਸ਼ਲ ਬੈਨੀਫਿਟ ਕਲਾਸ ਕਿਹਾ ਜਾਂਦਾ, ਜਿਹਦੇ ਵਿੱਚ ਤੁਹਾਨੂੰ LMIA ਤੋਂ ਬਿਨਾਂ ਤੁਸੀਂ ਜਿਹੜਾ ਹੈਗਾ ਆ ਕੇ ਕੰਮ ਕਰ ਸਕਦੇ ਹੋ। ਔਰ ਖਾਸ ਕਰਕੇ ਇੰਟਰ ਕੰਪਨੀ ਟਰਾਂਸਫਰ ਨੇ, ਜਿਵੇਂ ਫਰਜ਼ ਕੀਤਾ ਕੋਈ ਕੰਪਨੀ ਜਿਹੜੀ ਕੈਨੇਡੀਅਨ ਕੰਪਨੀ ਹੈ ਉਹ ਆਪਰੇਟ ਕਰ ਰਹੀ ਹੈ ਆਊਟਸਾਈਡ ਕੈਨੇਡਾ, ਸਿਮਿਲਰ ਕੰਪਨੀ ਪ੍ਰਿੰਸੀਪਲ ਕੰਪਨੀ ਜਿਹੜੀ ਉਹ ਕੈਨੇਡਾ 'ਚ ਐਗਜ਼ਿਸਟ ਕਰਦੀ ਹੈ, ਤਾਂ ਫਿਰ ਤੁਸੀਂ ਇੰਟਰ ਕੰਪਨੀ ਟਰਾਂਸਫਰਸ ਕਰ ਸਕਦੇ ਹੋ ਵਰਕਰਸ ਦੀ ਬਿਨਾਂ LMIA ਤੋਂ। ਸੋ ਇਸੇ ਤਰ੍ਹਾਂ ਜੇ ਆਫਟਰ ਸੇਲ ਸਰਵਿਸਿਜ਼ ਨੇ, ਜਿਵੇਂ ਕੋਈ ਤੁਸੀਂ ਪ੍ਰੋਡਕਟ ਜਾਂ ਕੋਈ ਪਾਰਟ ਤੁਸੀਂ ਕੈਨੇਡਾ ਦੇ ਵਿੱਚ ਮੰਗਵਾਇਆ ਜਾਂ ਇੰਸਟਾਲ ਕੀਤਾ, ਉਸਦੀ ਸਰਵਿਸ ਕਰਨ ਕਿਸੇ ਨੇ ਆਉਣਾ, ਕੰਮ ਕਰਨ ਆਉਣਾ, ਜਾਂ ਈਵਨ ਤੁਹਾਡੇ ਜਿਹੜੇ ਐਗਜ਼ਿਸਟਿੰਗ ਇੰਪਲੋਈਜ਼ ਨੇ ਉਹਨੂੰ ਟ੍ਰੇਨ ਕਰਨ ਆਉਣਾ, ਤਾਂ ਬਿਲਕੁਲ ਇਹ ਧਾਰਾ 183 ਸਬਸੈਕਸ਼ਨ 6 ਦੇ ਅੰਦਰ ਤੁਹਾਨੂੰ ਫਿਰ ਜ਼ਰੂਰਤ ਨਹੀਂ ਪੈਂਦੀ। ਤੁਸੀਂ ਬਿਨਾਂ LMIA ਤੋਂ ਜਿਹੜੀ ਐਗਜ਼ੈਂਪਸ਼ਨ ਲੈ ਕੇ ਤਾਂ ਤੁਸੀਂ ਸਿੱਧਾ ਵਰਕ ਪਰਮਿਟ ਜਿਹੜਾ ਹੈਗਾ ਹਾਸਲ ਕਰ ਸਕਦੇ ਹੋ। ਅੱਛਾ ਜੀ, ਤੇ ਜਿਹੜੀ ਇਹਦਾ ਨਵਾਂ ਪ੍ਰੋਗਰਾਮ ਹੈ ਨੈਨੀ ਦਾ, ਇਹਦੇ ਬਾਰੇ ਫੇਰ ਇੱਕ ਵਾਰ ਸਵਾਰ ਕੇ ਸਮਝਾਇਓ ਕਿ ਇਹਦੀਆਂ ਰਿਕੁਆਇਰਮੈਂਟਸ ਅੱਗੇ ਨਾਲੋਂ ਵੱਧ ਗਈਆਂ ਜਾਂ ਘਟ ਗਈਆਂ, ਤੇ ਕਿਉਂਕਿ ਇਹ ਇੱਕ ਬਹੁਤ ਵਧੀਆ ਸਰਵਿਸ ਹੈ। ਜੇ ਘਰ ਦੇ ਵਿੱਚ ਕੋਈ ਮਾਪਾ ਢਿੱਲਾ ਜਾਂ ਬੱਚੇ ਛੋਟੇ ਆ, ਉਹਨਾਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਜਾਂ ਉਹਨਾਂ ਨੂੰ ਲੌਂਗ ਟਰਮ ਕੇਅਰ ਦੇ ਵਿੱਚ, ਜਾਂ ਬੱਚਿਆਂ ਨੂੰ ਸਵੇਰੇ ਸਾਜਰੇ ਆਲੇ ਦੁਆਲੇ ਡੇ ਕੇਅਰ ਛੱਡਣ ਨਾਲੋਂ ਕੋਈ ਨੈਨੀ ਪਰਿਵਾਰ ਦਾ ਜੀ ਅੱਛਾ ਆ ਸਕਦੀ ਹੈ, ਉਹ ਆਪਣੇ ਬਲੱਡ ਰਿਲੇਸ਼ਨ ਚੋਂ ਵੀ ਆ ਸਕਦੀ ਹੈ ਜੀ। ਜੀ ਬਾਈ ਜੀ, ਨੈਨੀ ਬਾਈ ਜੀ ਪ੍ਰੋਗਰਾਮ ਸਰਕਾਰ ਨੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਸੀ ਉਹ ਰੱਖਿਆ ਹੋਇਆ ਸੀ। ਪ੍ਰੋਗਰਾਮ ਰੱਖਣ ਦਾ ਸਪੈਸ਼ਲੀ ਸਰਕਾਰ ਦਾ ਜਿਹੜਾ ਪਰਪਸ ਸੀਗਾ ਜਾਂ ਮੈਂਡੇਟ ਸੀਗਾ ਜਦੋਂ ਇਹ ਪ੍ਰੋਗਰਾਮ ਚਲਾਇਆ ਗਿਆ ਸੀ 2002 ਦੇ ਵਿੱਚ, ਉਸ ਵਕਤ ਜਿਹੜਾ ਸਰਕਾਰ ਦਾ ਮੈਂਡੇਟ ਇਹੀ ਸੀਗਾ ਵੀ ਕਿਉਂਕਿ ਕੈਨੇਡਾ 'ਚ ਜਿਹੜੇ ਇਕਨੋਮਿਕ ਜਾਂ ਜਿਹੜੇ ਹਾਈਲੀ ਪ੍ਰੋਫੈਸ਼ਨਲ ਜਿਹੜੇ ਇੰਡੀਵਿਜੂਅਲਸ ਨੇ ਜਾਂ ਜਿਹੜੇ ਬਿਜ਼ਨਸ ਰਨ ਕਰ ਰਹੇ ਨੇ, ਉਹ ਸਰਕਾਰ ਇਹ ਚਾਹੁੰਦੀ ਸੀ ਵੀ ਉਹ ਆਪਣਾ ਜਿਹੜਾ ਟਾਈਮ ਹੈ ਉਹ ਆਪਣੇ ਜਿਹੜੇ ਸਕਿੱਲਸ ਨੇ ਉਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨ ਔਰ ਇਕਨੋਮਿਕ ਬੈਨੀਫਿਟ ਦੇ ਵਿੱਚ ਕੰਟਰੀਬਿਊਟ ਕਰਨ। ਜਿਹੜੇ ਕੈਨੇਡਾ ਨੂੰ ਇਕਨੋਮਿਕ ਬੈਨੀਫਿਟ ਉਹਨਾਂ ਤੋਂ ਡਾਇਰੈਕਟਲੀ ਮਿਲ ਰਿਹਾ ਸੀ, ਨਾ ਕਿ ਉਹ ਘਰ ਬੈਠਣ ਔਰ ਸਿਰਫ ਬੱਚਿਆਂ ਦੀ ਜਾਂ ਡਿਸੇਬਲ ਇੰਡੀਵਿਜੂਅਲ ਜਾਂ ਬਜ਼ੁਰਗਾਂ ਦੀ ਕੇਅਰ ਕਰਨ ਲਈ ਘਰ ਨਾ ਬੈਠਣ। ਨਾ ਉਹ ਪ੍ਰੋਗਰਾਮ ਦਾ ਮੈਂਡੇਟ ਬੜਾ ਵਧੀਆ ਸੀ, ਬਟ ਇਹ ਪ੍ਰੋਗਰਾਮ ਨੂੰ ਖਾਸ ਕਰਕੇ ਆਪਣੀ ਕਮਿਊਨਿਟੀ ਬਾਰੇ ਮੈਂ ਜ਼ਰੂਰ ਕਹੂੰਗਾ ਐਟ ਸਰਟਨ ਸਟੇਜ ਇੱਕ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਦੇ ਤੌਰ ਤੇ ਦੇਖਿਆ ਗਿਆ ਵੀ ਆਪਣੇ ਪਰਿਵਾਰ ਦਾ ਕੋਈ ਮੈਂਬਰ ਕੈਨੇਡਾ ਦੇ ਵਿੱਚ ਬੁਲਾ ਲਓ, ਕਿਉਂਕਿ ਇਹਦੇ 'ਚ ਇਮੀਗ੍ਰੇਸ਼ਨ ਲੈਣੀ ਬਹੁਤ ਆਸਾਨ ਸੀ, ਕਿਉਂਕਿ ਇਹਦੇ 'ਚ ਵਰਕ ਪਰਮਿਟ ਹਾਸਲ ਕਰਨਾ ਬਹੁਤ ਆਸਾਨ ਸੀ। ਤਾਂ ਕਾਫੀ ਜਿਹੜੇ ਵਿਅਕਤੀ ਨੇ ਕੈਨੇਡਾ ਦੇ ਵਿੱਚ ਉਦੋਂ ਦਾਖਲ ਹੋਏ। ਉਸ ਤੋਂ ਬਾਅਦ ਵੀਜ਼ਾ ਪੋਸਟ ਦੇ ਵਿੱਚ ਇਹ ਰਿਪੋਰਟਸ ਗਈਆਂ ਵੀ ਇਹਨੂੰ ਇੱਕ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਦੇ ਤੌਰ ਤੇ ਵਰਤਿਆ ਜਾ ਰਿਹਾ। ਤਾਂ ਫਿਰ ਸਰਕਾਰ ਨੇ ਇਹਦੇ ਵਿੱਚ ਕਾਫੀ ਚੇਂਜਸ ਵੀ ਲਿਆਂਦੀਆਂ। ਹੁਣ ਜਿਹੜੀ ਸਭ ਤੋਂ ਬੜੀ ਦਿੱਕਤ ਸਰਕਾਰ ਨੂੰ ਆ ਰਹੀ ਸੀ, ਜਿਵੇਂ ਕਿ ਜਿਹੜੀਆਂ ਡੇ ਕੇਅਰ ਫੈਸਿਲਿਟੀਜ਼ ਨੇ ਜਾਂ ਜਿਹੜੀਆਂ ਸਪੈਸ਼ਲੀ अर्ਲੀ ਚਾਈਲਡਹੁੱਡ ਕੇਅਰ ਫੈਸਿਲਿਟੀਜ਼ ਨੇ ਔਰ ਏਜਿੰਗ ਜਿਹੜੀ ਪਾਪੂਲੇਸ਼ਨ ਹੈ, ਜੇ ਤੁਸੀਂ ਉਹਨਾਂ ਲਈ ਕੇਅਰ ਹੋਮਸ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਉਹ ਕਾਫੀ ਕਾਸਟਲੀ ਪੈ ਜਾਂਦਾ ਉਹ ਸਾਰਾ ਅਫੇਅਰ। ਔਰ ਜਿੱਥੇ ਖਾਸ ਕਰਕੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਉਹ ਕੇਅਰ ਲੈ ਸਕਦੇ ਹੋ, ਉਹਦੇ ਵਰਗੀ ਤਾਂ ਕੋਈ ਰਿਪਲੇਸਮੈਂਟ ਨਹੀਂ ਹੈ। ਸੋ ਇਸੇ ਕਰਕੇ ਸਰਕਾਰ ਨੇ ਆਪਸ਼ਨ ਹਲੇ ਵੀ ਅਵੇਲੇਬਲ ਰੱਖੀ ਹੈ, ਇਹਨੂੰ ਬਿਲਕੁਲ ਬੰਦ ਨਹੀਂ ਕੀਤਾ, ਕਿਉਂਕਿ ਪ੍ਰੋਗਰਾਮ ਦੇ ਵਿੱਚ ਖਾਮੀਆਂ ਬੜੀਆਂ ਸੀ। ਪ੍ਰੋਗਰਾਮ ਦੇ ਵਿੱਚ ਬੜੀਆਂ ਕੰਪਲੇਂਟ ਸੀ, ਐਕਸਪਲੋਇਟੇਸ਼ਨ ਦੀਆਂ ਬੜੀਆਂ ਕੰਪਲੇਂਟ ਸੀ। ਉਹਨਾਂ ਦੇ ਬਾਵਜੂਦ ਸਰਕਾਰ ਨੇ ਪ੍ਰੋਗਰਾਮ ਨੂੰ ਅਲਾਈਵ ਰੱਖਿਆ। ਨਾ ਉਹ ਸਰਕਾਰ ਨੇ ਜਿਹੜੀ ਫਾਈਨਲੀ ਉਹ ਕੰਪਲੇਂਟਸ ਨੂੰ ਰਿਜ਼ੋਲਵ ਕੀਤਾ, ਜਿਹਦੇ ਵਿੱਚ ਇਹਨੂੰ ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਸਰਕਾਰ ਨੇ ਇੱਕ ਜਿਹੜਾ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਦੀ ਬਜਾਏ ਆਕੂਪੇਸ਼ਨ ਸਪੈਸੀਫਿਕ ਵਰਕ ਪਰਮਿਟ ਬਣਾਇਆ। ਔਰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਹੈ, ਇਹ ਇੱਕ ਇਕਲੌਤਾ ਪਰਮਿਟ ਹੈ ਜਿਹਨੂੰ ਆਕੂਪੇਸ਼ਨ ਸਪੈਸੀਫਿਕ ਬਣਾਇਆ। ਸੋ ਇਟ ਮੀਨਸ ਇਹਨੂੰ ਇੱਕ ਪਾਇਲਟ ਪ੍ਰੋਗਰਾਮ ਦੀ ਤਰ੍ਹਾਂ ਦੇਖਿਆ ਜਾ ਰਿਹਾ ਵੀ ਇਹ ਕਿੰਨਾ ਸਕਸੈਸਫੁਲ ਰਹੇਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਗਿੱਲ ਸਾਹਿਬ ਇਹਦੇ ਬਾਰੇ ਚਰਚਾ ਹੋ ਰਹੀ ਹੈ ਵੀ ਜਿਹੜੇ ਐਕਸਪਲੋਇਟੇਸ਼ਨ ਨੂੰ ਜਾਂ ਜਿਹੜੇ ਇੰਪਲੋਈਜ਼ ਨੇ ਉਹਨਾਂ ਨੂੰ ਬੈਲੈਂਸ ਕਰਨ ਦੇ ਲਈ ਜਿਹੜੇ ਉਹਨਾਂ ਦੇ ਰਾਈਟਸ ਨੇ ਉਹਨਾਂ ਨੂੰ ਅਪਹੈਲਡ ਜਾਂ ਕੀਪ ਕਰਨ ਦੇ ਲਈ ਸਰਕਾਰ ਜਿਹੜਾ ਹੈਗਾ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਵੀ ਤਬਦੀਲੀਆਂ ਕਰੇ, ਜਿਹੜੇ LMIA ਪ੍ਰੋਗਰਾਮਸ ਨੇ, ਔਰ ਉਹਨਾਂ ਨੂੰ ਵੀ ਸ਼ਾਇਦ ਆਕੂਪੇਸ਼ਨ ਸਪੈਸੀਫਿਕ ਪ੍ਰੋਗਰਾਮ ਬਣਾ ਦੇਵੇ। ਪਰ ਨੈਨੀ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਉਹਨੂੰ ਆਕੂਪੇਸ਼ਨ ਸਪੈਸੀਫਿਕ ਬਣਾਇਆ। ਸੈਕਿੰਡ, ਉਹਨਾਂ ਦੀ ਸਭ ਤੋਂ ਬੜੀ ਪ੍ਰੋਬਲਮ ਸੀ ਜਿਹੜੀ ਉਹਨਾਂ ਨੂੰ ਪਰਿਵਾਰ ਨੂੰ ਛੱਡ ਕੇ ਕਾਫੀ ਸਾਲ ਕੈਨੇਡਾ ਦੇ ਵਿੱਚ ਰਹਿਣਾ ਪੈਂਦਾ ਸੀ
ਔਰ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਸੀ। ਸੋ ਹੁਣ ਜਿਹੜੇ ਉਹਨਾਂ ਦੇ ਹਸਬੈਂਡਸ ਨੇ ਜਾਂ ਵਾਈਫਸ ਨੇ ਜਾਂ ਸਪਾਊਸ ਮੈਂ ਕਹਾਂ, ਇੱਕ ਕਾਮਨ ਵਰਡ ਹੈ ਦੋਨਾਂ ਲਈ, ਜੈਂਡਰਸ ਲਈ, ਤਾਂ ਸਪਾਊਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਓਪਨ ਵਰਕ ਪਰਮਿਟ ਜਿਹੜਾ ਦਿਲਵਾ ਸਕਦੇ ਹੋ। ਇਸ ਤੋਂ ਇਲਾਵਾ ਜੇ ਕੋਈ ਲਿਵ ਇਨ ਕੇਅਰ ਗਿਵਰ, ਮਾਫ ਕਰਨਾ, ਜਿਹੜੇ ਨੈਨੀ ਨੇ ਉਹਨਾਂ ਦੇ ਘਰ ਕੋਈ ਬੱਚੇ ਨੇ ਤਾਂ ਫਿਰ ਉਹ ਬੱਚਿਆਂ ਲਈ ਵੀ ਸਟੱਡੀ ਪਰਮਿਟ ਜਿਹੜਾ ਹੈਗਾ ਉਹ ਮਿਲੇਗਾ। ਮੈਡੀਕਲ ਸਾਰੀ ਫੈਮਿਲੀ ਦਾ ਕਵਰ ਹੋਏਗਾ। ਔਰ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਪਰਮਾਨੈਂਟ ਰੈਜ਼ੀਡੈਂਟ ਲਈ, ਜਿਸ ਕੰਟਰੀ ਦੇ ਵਿੱਚੋਂ ਉਹ ਆ ਰਹੇ ਨੇ ਆਊਟਸਾਈਡ ਕੈਨੇਡਾ, ਉੱਥੇ ਪਰਮਾਨੈਂਟ ਰੈਜ਼ੀਡੈਂਸ ਲਈ ਅਸੈਸ ਕੀਤੀ ਜਾਏਗੀ। ਜੇ ਉਹ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਕੰਡੀਸ਼ਨ ਨੂੰ ਕੁਆਲੀਫਾਈ ਕਰਨਗੇ ਤਾਂ ਫਿਰ ਹੀ ਉਹਨਾਂ ਨੂੰ ਜਿਹੜਾ ਹੈਗਾ ਵਰਕ ਪਰਮਿਟ ਦਿੱਤਾ ਜਾਏਗਾ। ਔਰ ਉਹਨਾਂ ਦੇ ਪਰਿਵਾਰ ਦੇ ਸਮੇਤ ਇਹ ਐਪਲੀਕੇਸ਼ਨ ਫਾਈਲ ਹੋਏਗੀ ਔਰ ਬਿਨਾਂ LMIA ਦੀ ਜ਼ਰੂਰਤ ਤੋਂ ਇਹ ਐਪਲੀਕੇਸ਼ਨ ਫਾਈਲ ਹੋਏਗੀ। ਇੰਪਲੋਇਰ ਨੇ ਸਿਰਫ ਐਂਡ ਸਿਰਫ ਉਹਨਾਂ ਨੂੰ ਜੌਬ ਆਫਰ ਔਰ ਆਪਣੀ ਫਾਈਨੈਂਸ਼ੀਅਲ ਐਬਿਲਿਟੀ ਪ੍ਰੂਵ ਕਰਨੀ ਹੈ ਔਰ ਇਸ ਦੇ ਨਾਲ ਕਾਰਨ ਵੀ ਪ੍ਰੂਵ ਕਰਨਾ ਵੀ ਉਹਨਾਂ ਨੂੰ ਕਿਸ ਕਾਰਨ ਕਰਕੇ ਜਿਹੜਾ ਨੈਨੀ ਦੀ ਜ਼ਰੂਰਤ ਹੈ। तो बिल्कुल परिवार का मैंबर जो है उन्होंने बुलाया जा सकता, प्रोवाइडेड जो ਜਿਹੜੀਆਂ नैनी ਦੀਆਂ कंडीशनस ने, जिवें कि उन्होंने एजुकेशन ਜਿਹੜੀ है पोस्ट सैकेंडरी है। हुण 12वीं वाले ਜਿਹੜੇ नैनी ਉਹ क्वालीफाई नहीं करते, पोस्ट सैकेंडरी जिन्हां ਦੀ 12वीं ਤੋਂ ਵੱਧ ਦੀ पढ़ाई की हुई है ਤਾਂ ਉਹੀ ਜਿਹੜੀ नैनीज ने ਉਹ क्वालीफाई करते हैं और ਉਹ परिवार के समेत ਜਿਹੜਾ ਹੈਗਾ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। अच्छा जी, नैनी दी आखिरी एक सवाल किसने भेजा कि उम्र का भी कोई है? जी भाई जी बिल्कुल माइनर नहीं होने चाहिए और जिवें मैं जिक्र किया भी उन्होंने जी एजुकेशन है वो पोस्ट सैकेंडरी होनी चाहिए, लाजमी है। सो एजुकेशन की रिक्वायरमेंट है, एज की कोई सरकार ने वो मिनिमम कोई रिक्वायरमेंट नहीं रखी हुई। तो इन जनरल जो कोई पोस्ट सैकेंडरी नूं पास करता है तो वह तकरीबन जो 18वें साल दे विच या 18वें साल तो प्लस ही होंदे ने जिन्हां नूं तुसीं स्पॉन्सरशिप जिहड़ी है दे रहे हो, पर अदरवाइज कोई इहदे च मिनिमम एज सरकार ने जिहड़ी नहीं रखी हुई। ठीक है जी, अखीर दे विच कोई गल रह गई होवे दस सकदे हो? जी बिल्कुल भाई जी, और खास करके जे LMIA दे प्रोसैस दे विच किसी नूं कोई तकलीफ आ रही है या उन्हां दा जिहड़ा LMIA है शॉर्ट रखिया सरकार ने, उन्होंने लॉन्ग टर्म LMIA मंगिया सी और काफ़ी ये दिक्कत आई है जिथे फार्मर्स ये कह रहे हैं भी सानू जी LMIA दी गई है सिर्फ 4 महीने या 6 महीने दी गई है। जो डिसीजन तो खुश नहीं हो तो फिर तुसी 2 साल दी LMIA लेना चाहते हो तो बिल्कुल थोड़े कोल क्रेडिबल एक्सप्लेनेशन है, तुसी उन्होंने रीसबमिट करके 2 साल दी लै सकते हो। उसका प्रोसैस है तो तुसी साडे ऑफिस नूं कॉन्टैक्ट कर सकते हो। जे सरी ऑफिस कॉन्टैक्ट करना है तो 6045985555 और इस तो अलावा एबसवुड जिहड़ा साडा ऑफिस है 6048524444। जे तुहाडा कोई वर्कर उन्होंने रिफ्यूज़ करता सरकार ने, चाहे वो इंडिया तो है या किसी होर कंट्री तो उन्होंने रिफ्यूज़ किया, तो डेफिनेटली मैं रिकमेंड करूँगा अपील एक बहुत वधिया ऑप्शन है। जिन्होंने पूरे कागज़ लाए सी फिर भी रिफ्यूज़ किया तो अपील उन्हें बारे तुसी जानकारी साडे ऑफिस तो एनी टाइम लै सकते। धन्यवाद जी खैरा साहब, थैंक यू भाई। अमन खैरा जी गलबात कर रहे सी उदों पहला अपने इंटरव्यू का तो पहला मैं हैल्थ केयर वर्कर्स की गलबात कर रहा सी कि की बनया, कुछ फर्क पिया। थोड़े मैसेज तो दसते ने कि ज़्यादा हुण कुछ ईमेल्स भी सर्कुलर हो रही ने कि चेंजेस, बिग चेंजेस आई हैं। बाकी ये गल पक्की है 1844 247 1550 जे कोई गलबात करनी चाहो, नहीं तो ਤੁਹਾਡੀ ਮਰਜ਼ੀ ਹੈ ਅਗਲੇ ਹਿੱਸੇ 'ਚ ਅਗਲੀ ਗੱਲ ਕਰ। ਗੁਰਦੇਵ ਸਿੰਘ ਜੀ ਲਾਈਨ ਨੰਬਰ 2 ਤੁਸੀਂ ਹੋ? ਹਾਂਜੀ ਹਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਰੱਕੜ ਸਾਹਿਬ, ਬਹੁਤ ਦੇਰ ਬਾਅਦ ਤੁਹਾਨੂੰ ਕਾਲ ਕੀਤੀ ਹੈ। ਧੰਨਵਾਦ ਜੀ। ਗਿਲ ਸਾਹਿਬ ਮੈਂ ਇਹ ਪੁੱਛਣਾ ਸੀਗਾ ਜਿਹੜਾ ਨੈਨੀ ਪ੍ਰੋਗਰਾਮ ਹੈ ਨਾ, ਜਿੱਦਾਂ ਹੁਣ ਅਸੀਂ ਬਜ਼ੁਰਗ ਰਹਿੰਦੇ ਹਾਂ, ਇਕੱਲੇ ਰਹਿੰਦੇ ਹਾਂ 2 ਬੰਦੇ पेंशन पे है, इन्हां लई जिहड़ा मतलब ਉਹ ਕਿੱਦਾਂ ਰੱਖਾ, ਪੇਮੈਂਟ ਉਹਨਾਂ ਦੀ ਕਿੱਦਾਂ ਹੁੰਦੀ ਹੈ, ਜਾਂ ਉਹ ਟਾਈਮ ਦੀ ਜਾਂ ਗੌਰਮੈਂਟ ਦਿੰਦੀ ਜਾਂ ਸਾਨੂੰ ਦੇਣਾ ਪਏਗਾ ਪੈਨਸ਼ਨ, ਕਿੱਦਾਂ ਉਹਦਾ ਹਿਸਾਬ ਕਿਤਾਬ ਹੈ? ਕਿਉਂਕਿ ਅਮਰੀਕਾ ਵਿੱਚ ਜਿਹੜੇ ਆਪਣੇ ਬਜ਼ੁਰਗਾਂ ਨੂੰ ਦੇਖਦੇ, ਕੋਈ ਘਰ ਦਾ ਹੋਵੇ ਜਾਂ ਬਾਹਰ ਦਾ ਹੋਵੇ, ਗੌਰਮੈਂਟ ਪੇ ਕਰਦੀ ਹੈ ਔਰ ਉਹ 24 ਆਵਰ ਸਰਵਿਸ ਤੇ ਹੁੰਦੇ ਆ। ਹਾਂਜੀ ਜੀ, ਹਾਂਜੀ ਹਾਂਜੀ ਕੀ ਕਹਿ ਰਹੇ ਹੋ? ਮੈਂ ਪੁੱਛਿਆ ਜਿਹੜੇ ਬੰਦੇ ਨਾ, ਜਿੱਦਾਂ ਹੁਣ ਅਸੀਂ ਬਜ਼ੁਰਗ ਹੈਗੇ ਆ,
ਅਸੀਂ ਦੋਨੋਂ ਇਕੱਲੇ ਰਹਿੰਦੇ ਆ ਔਰ ਸਾਨੂੰ ਜੇ ਨੈਣੀ ਮੰਗਾਣੀ ਹੋਵੇ ਸਾਨੂੰ ਉਹਨਾਂ ਨੂੰ ਪੇ ਕਰਨਾ ਪਏਗਾ ਜਾਂ ਗਵਰਨਮੈਂਟ ਉਹਨਾਂ ਦੀ ਕੋਈ ਹੈਲਪ ਕਰਦੀ ਹੈ? ਜੀ ਹਾਂਜੀ, ਪਤਾ ਲੱਗਿਆ ਕੁਛ? ਨਹੀਂ ਸੌਰੀ ਜੀ, ਮੈਂ ਤੁਹਾਡਾ ਸਵਾਲ ਨਹੀਂ ਜੀ ਪੂਰਾ। ਰੱਕੜ ਸਾਹਿਬ ਸਵਾਲ ਕੀ ਹੈ ਜੀ? ਸਵਾਲ ਮੇਰਾ ਇਹ ਹੈ ਵੀ ਜੇ ਨੈਣੀ ਅਸੀਂ ਮੰਗਾਣੀ ਹੋਵੇ, ਅਸੀਂ 2 ਜਣੇ ਰਹਿੰਦੇ ਆ, ਆਪਣੇ ਹਸਬੈਂਡ ਵਾਈਫ ਰਹਿੰਦੇ ਆ, ਇਕੱਲੇ ਰਹਿੰਦੇ। ਬਿਲਕੁਲ ਠੀਕ ਹੈ। ਹਾਂ ਜੇ ਸਾਨੂੰ ਨੈਣੀ ਅਸੀਂ ਕੋਈ ਮੰਗਾਣੀ ਹੋਵੇ, ਭਾਵੇਂ ਬਾਹਰ ਦੀ ਹੋਵੇ ਚਾਹੇ ਘਰ ਦੀ ਹੋਵੇ, ਕੋਈ ਜ਼ਰੂਰੀ ਨਹੀਂ ਟ੍ਰਾਇਲ ਤੇ ਵੀ ਹੋਵੇ, ਆਪਣੀ ਮਦਦ ਲਈ ਬੁਲਾਣੀ ਹੋਵੇ ਜਿਹੜੀ ਸਾਨੂੰ ਇੱਥੇ 24 ਆਵਰ ਲੋਕਾਂ ਵਾਸਤੇ ਕਰ ਸਕੇ, ਉਹਨਾਂ ਦੇ ਹੂ ਪੇ ਗਵਰਨਮੈਂਟ ਕੁਛ ਉਹਦੀ ਮਦਦ ਕਰਦੀ ਕਿ ਜਾਂ ਸਾਨੂੰ ਜੇਬ 'ਚੋਂ ਪੇ ਕਰਨਾ ਪਏਗਾ ਜੇ ਸਾਡੇ ਕੋਲ ਨਹੀਂ? ਮੇਰੇ ਖਿਆਲ ਦੇਖੋ, ਜਿਹੜੀ ਗਵਰਨਮੈਂਟ ਦੀਆਂ ਫੈਸਿਲਿਟੀਜ਼ ਨੇ, ਜਦ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਡੀ ਪੈਨਸ਼ਨ ਦੇ ਵਿੱਚੋਂ ਪੈਸੇ ਕੱਟ ਲੈਂਦੇ ਆ। ਸੋ ਨੈਣੀ ਨੂੰ ਪੇ ਤੁਹਾਨੂੰ ਹੀ ਕਰਨਾ ਪੈਣਾ ਮੈਨੂੰ ਲੱਗਦਾ। ਇਹ ਜਦੋਂ ਨੈਕਸਟ ਜ਼ਰੂਰ ਪਤਾ ਕਰਿਓ। ਫਿਰ ਇਹਦੇ ਨਾਲ ਤਾਂ ਜੇ ਅਸੀਂ ਪੈਨਸ਼ਨ ਤੋਂ ਪੈਸੇ ਕੱਢ ਲਏ ਪਏ, ਅਸੀਂ ਇੱਥੇ ਰੈਂਟ ਪੇ ਕਰਨਾ ਹੈ, ਹੋਰ ਖਾਣਾ ਪੀਣਾ ਸਾਰਾ ਖਰਚਾ ਉਹਦਾ ਵੀ ਕਰਨਾ ਪਏਗਾ ਨਾਲ। ਬਿਲਕੁਲ ਜੀ ਰੱਕੜ ਸਾਹਿਬ, ਜਿਹੜੀ ਦੋ ਚੀਜ਼ਾਂ ਨੇ ਜੀ। ਇੱਕ ਤਾਂ ਅਸਲ ਨੈਣੀ ਜਿਹੜੀ ਇੱਕ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਸਾਂਭਣ ਲਈ ਜਾਂ ਆਪਣੇ ਬਜ਼ੁਰਗ ਮਾਪਿਆਂ ਨੂੰ, ਵਰਕਿੰਗ ਜਿਹੜਾ ਪਰਿਵਾਰ ਹੈ, ਵਰਕਿੰਗ ਪਰਿਵਾਰ ਉਹਨਾਂ ਨੂੰ ਸਪਾਂਸਰ ਕਰਦਾ। ਜੇ ਤੁਸੀਂ ਆਪਣੀ ਸੰਭਾਲ ਦੇ ਲਈ ਉਹਨਾਂ ਨੂੰ ਸੱਦਣਾ, ਤੁਹਾਨੂੰ ਉਹ ਰਿਕਮੈਂਡ ਇਹ ਕਰਨਗੇ, ਉਹ ਵਰਕਿੰਗ ਕਲਾਸ ਪਰਿਵਾਰਾਂ ਲਈ ਆ ਵੀ ਅਸੀਂ ਕੰਮ ਦੀ ਵਜ੍ਹਾ ਕਰਕੇ ਮਾਪਿਆਂ ਨੂੰ ਸਾਂਭ ਨਹੀਂ ਸਕਦੇ ਜਾਂ ਬੱਚਿਆਂ ਨੂੰ ਸਾਨੂੰ ਨੈਣੀ ਚਾਹੀਦੀ ਹੈ। ਜੇ ਤੁਸੀਂ ਆਪ ਹੀ ਰਿਟਾਇਰ ਹੋ ਤੇ ਬਜ਼ੁਰਗ ਹੋ, ਤੁਹਾਨੂੰ ਗਵਰਨਮੈਂਟ ਇਹ ਰਿਕਮੈਂਡ ਕਰਦੀ ਹੈ ਤੁਸੀਂ ਕੇਅਰ ਹੋਮ 'ਚ ਜਾਓ। ਕੇਅਰ ਹੋਮ ਦੇ ਵਿੱਚ ਵੀ ਅਸਿਸਟੈਂਟ ਲਿਵਿੰਗ ਜਾਂ ਫੁੱਲ ਜਿਹੜੀ ਪੂਰੀ ਜਾਂ ਇੰਡੀਪੈਂਡੈਂਟ ਲਿਵਿੰਗ ਦੇ ਵਿੱਚ ਵੀ ਤੁਹਾਡੀ ਜਿਹੜੀ ਪੈਨਸ਼ਨ ਦੇ ਵਿੱਚੋਂ ਪੈਸੇ ਉਹ ਕੱਟ ਲੈਂਦੇ ਆ ਜੀ। ਫਿਰ ਤੁਹਾਨੂੰ $100-150 ਦਿੰਦੇ ਆ, ਬਾਕੀ ਪੈਨਸ਼ਨ ਕੱਟ ਲੈਂਦੇ ਵੀ ਤੁਹਾਡੀ ਲਿਵਿੰਗ ਹੋ ਰਹੀ। ਹਾਂਜੀ, ਇਹ ਜਿਹੜਾ ਉਹਨਾਂ ਨੇ ਬਣਾਇਆ ਨਾ, ਇਹ ਚੀਜ਼ ਬਣਾਈ ਹੋਈ ਹੈ ਆਪਣਾ ਕਹਿ ਲਓ ਮੰਗਾਉਣ ਲਈ, ਇਹਦੇ ਨਾਲ ਪੈਨਸ਼ਨ ਤੱਕ ਸਾਨੂੰ ਓਲਡ ਲੋਕਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੈ। ਇਹਦੇ ਨਾਲ ਫਾਇਦਾ ਉਹਨਾਂ ਲੋਕਾਂ ਨੂੰ ਇਹ ਜਿਹੜੇ ਪਰਿਵਾਰਾਂ 'ਚੋਂ ਕਿਸੇ ਨੂੰ ਬੁਲਾਉਣਾ ਚਾਹੁੰਦੇ ਉਹ ਬਹਾਨੇ ਨਾਲ ਤਾਂ ਬੁਲਾ ਲੈਂਦੇ। ਇਹ ਚੀਜ਼ ਹੋ ਜਾਂਦੀ ਹੈ। ਫਿਰ ਇੱਦਾਂ ਹੁਣ 150 ਰੁਪਏ ਦਵਾਈਆਂ ਵੀ ਲੈਣੀਆਂ, ਸਭ ਕੁਝ ਕਰਨਾ। ਜੇ ਤੁਸੀਂ ਪਿੱਛਾ ਚਲੇ ਜਾਓ ਬੜੀ ਮੁਸ਼ਕਿਲ ਹੋ ਜਾਂਦੀ ਹੈ ਫਿਰ ਲੋਕ ਮੇਰੀ ਪੈਨਸ਼ਨ। ਜੀ ਥੈਂਕ ਯੂ ਤੁਹਾਡਾ ਗਿਲ ਸਾਹਿਬ। ਠੀਕ ਹੈ ਜੀ। ਸ਼ਾਹ ਜਸਵੀਰ ਸਿੰਘ ਜੀ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਕਸ਼ਮੀਰ ਸਿੰਘ ਬੋਲਦਾ ਹਾਂ ਗਿਲ ਸਾਹਿਬ। ਹਾਂਜੀ ਕਸ਼ਮੀਰ ਸਿੰਘ ਜੀ, ਸੌਰੀ। ਜਿਹੜੇ ਨਾ ਆਪਣੇ ਆਏ ਸੀਗੇ ਬਜ਼ੁਰਗ, ਕਹਿੰਦੇ ਸੀ ਵੀ ਉਹ ਨੈਣੀ ਦੀ ਗੱਲ ਕਰਦੇ ਸੀ। ਇਹਦੇ ਕਰਕੇ ਤਾਂ ਪੈਸੇ ਆਪਾਂ ਨੂੰ ਪੇ ਕਰਨੇ ਪੈਂਦੇ ਸਾਰੇ। ਅੱਛਾ ਜੀ। ਨਾ ਪੇ ਕਰਨਾ, ਬਾਕੀ ਨਹੀਂ ਹੁਣ ਜਿਹੜੇ ਟੇਕਰ ਬਣਾਏ ਹੋਏ ਜਿੱਥੇ ਰਹਿੰਦੇ ਬਜ਼ੁਰਗ ਰੱਖਦੇ ਜਿਹਨਾਂ ਦੇ, ਉੱਥੇ ਜਿਹੜੇ ਜਾਂਦੇ ਆ ਫਿਰ ਤਾਂ ਪੈਨਸ਼ਨ ਸਾਰੀ ਟੋਟਲ ਉਹਨਾਂ ਦੀ ਹੁੰਦਾ, ਸਾਰਾ ਕੁਝ ਉਹਨਾਂ ਦਾ, ਜਿੰਨਾ ਇਨਕਮ ਹੁੰਦੀ ਆ ਬਜ਼ੁਰਗਾਂ ਨੂੰ ਸਾਰੀ ਉਹਨਾਂ ਦੀ ਹੁੰਦੀ ਆ। ਇਹ ਕਰਕੇ ਨਾਨੀ ਦੇ ਉਹ ਸੱਚੋ ਖਰਚੇ ਸਾਡੇ ਆਪਣੇ ਸਾਨੂੰ ਕੋਈ ਜੇਬ 'ਚ ਦੇਣੇ ਪੈਣੇ। ਓਕੇ, ਥੈਂਕ ਯੂ ਜੀ। ਤੇ ਇੱਕ ਦਲਜੀਤ ਦੋਸਾਂਝ ਦਾ ਤੁਹਾਡੇ 12:11 ਹੋਇਆ ਜੀ। ਇਸ ਹਿੱਸੇ ਦੇ ਵਿੱਚ ਮੈਂ ਪੰਜਾਬ ਦੀ ਆਹ ਦਿਨਾਂ ਦੀ ਗੱਲ, ਅਸਲ ਕਹਾਣੀ ਇਹ ਹੋਈ ਕਿ ਇੱਕ ਸੰਗਰੂਰ ਜ਼ਿਲ੍ਹੇ ਦਾ ਰੱਤੇ ਖੇੜੇ ਦੇ ਮੁੰਡੇ ਨੇ UAPA ਜਿਹੜਾ ਓਪਾ ਜਿਹਨੂੰ ਕਹਿੰਦੇ ਨੇ, ਉਸ ਤੇ ਗ੍ਰਿਫਤਾਰੀ ਤੋਂ ਡਰਦੇ ਆ ਖੁਦਕੁਸ਼ੀ ਕਰ ਲਈ ਪਿਛਲੇ ਦਿਨ। ਹੁਣ ਇਹ ਜਿਹੜਾ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਇਹ ਪੁਲਿਸ ਦਾ ਜਿਹੜਾ ਤਸ਼ੱਦਦ ਹੈ, ਜਿਹੜਾ ਹੋਇਆ ਪਹਿਲਾਂ ਵੀ, ਉਹਦਾ ਜਿਹੜਾ ਡਰ ਹੈ ਲੋਕਾਂ ਦੇ ਮਨ ਦੇ ਵਿੱਚ, ਕਿਉਂਕਿ ਜਦ ਟਾਡਾ ਲੱਗੀ, ਟਾਡਾ ਵੀ ਬਹੁਤ ਖਤਰਨਾਕ ਸੀ, ਜਿਹਦੇ ਵਿੱਚ ਬਹੁਤ ਫਸੇ ਲੋਕ। ਉਹਦੇ ਬਾਅਦ
टाडा तो बाद हुण UAPA ਜਿਹਦੇ ਤੇ ਸਿੱਧੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਰੋਕੂ ਐਕਟ ਆ ਜਿਹੜਾ ਬਣਿਆ ਤਾਂ ਬਹੁਤ ਚਿਰ ਦਾ ਹੋਇਆ 1967 ਦਾ ਬਣਿਆ ਹੋਇਆ। ਜੇ ਇਹਦੇ ਬਾਰੇ ਤੁਸੀਂ ਸਮਝਣਾ ਹੋਵੇ ਸਟਾਰ ਬੈਂਸ ਦੀ ਵਕੀਲ ਜਿਹੜੇ ਰਜਿੰਦਰ ਸਿੰਘ ਬੈਂਸ ਉਹਨਾਂ ਨੇ 2 ਸਾਲ ਪਹਿਲਾਂ ਇੱਕ ਬਹੁਤ ਵਧੀਆ ਇਹਦੇ ਤੇ ਇੰਟਰਵਿਊ ਕੀਤੀ ਹੋਈ ਹੈ ਤੇ ਉਹ ਸੁਣਨ ਵਾਲੀ ਹੈ। ਕੌਮੀ ਜਾਂਚ ਜਿਹੜੀ ਏਜੰਸੀ ਹੈ NIA ਉਹਦੇ ਵਿੱਚ ਹੁਣ ਉਹਦਾ ਕੰਟਰੋਲ ਹੈ ਤੇ ਉਹ ਕੰਟਰੋਲ ਦੇ ਇਹਦੇ ਤਹਿਤ ਹੋਣਾ ਇਹਦੇ ਵਿੱਚ ਕੁਛ ਨਹੀਂ ਹੈ। ਮਤਲਬ ਤੁਹਾਨੂੰ ਕੁਛ ਨਹੀਂ ਹੈ ਮੀਨਸ ਗੱਲ ਇਹ ਆ ਵੀ ਇਹਦੇ ਵਿੱਚ ਜਦ ਉਹਨਾਂ ਨੇ ਤੁਹਾਨੂੰ ਫੜਨਾ ਤੇ UAPA ਜਿਹੜਾ ਅਨਲॉफुल ਐਕਟੀਵਿਟੀ ਤੇ ਪ੍ਰੀਵੈਂਸ਼ਨ ਐਕਟ 2 ਚੀਜ਼ਾਂ ਨੇ। ਉਹਦੇ ਲਈ ਕੋਈ ਵੀ ਤੁਹਾਡੇ ਕੋਲ ਕਿਸੇ ਕਿਸਮ ਦਾ ਲਿਟਰੇਚਰ ਜਿਹੜਾ ਉਹ ਚਾਹੀਦਾ ਬਸ। ਲਿਟਰੇਚਰ ਪੁਲਿਸ ਜਿੱਥੇ ਵੱਡੇ ਅਸਲੇ ਤੁਹਾਡੇ ਤੇ ਪਾ ਦਿੰਦੀ ਹੈ। ਹੁਣ ਤਾਂ ਇਹ ਤਾਂ 4 ਪੇਪਰ ਨੇ ਗੱਡੀ ਦੀ ਪਿਛਲੀ ਸੀਟ ਤੇ ਉਹ ਸਿੱਟਿਆ ਹੋਇਆ। ਲਵਪ੍ਰੀਤ ਸਿੰਘ ਨੇ ਖੁਦਕੁਸ਼ੀ ਰੱਤਾ ਖੇੜੇ ਦੇ ਮੁੰਡੇ ਨੇ ਕੀਤੀ ਹੈ ਤੇ ਉਹਨੇ ਲਿਖ ਕੇ ਗਿਆ ਕਿ ਮੈਨੂੰ ਹੋਇਆ ਮੇਰਾ ਕਾਰਨ ਕੀ ਹੈ। ਉਸਨੇ ਆਪਣਾ ਨਾਂ ਤੇ ਆਪਣੇ ਜੀਜਾ ਜੀ ਦਾ ਨੰਬਰ ਲਿਖ ਕੇ ਮੁੰਡਾ ਪੇਪਰ ਲਿਖ ਕੇ ਉਸਨੇ ਲਵਪ੍ਰੀਤ ਸਿੰਘ ਮੇਰਾ ਪਿੰਡ ਰੱਤਾ ਖੇੜਾ ਪੁੱਤਰ ਕੇਵਲ ਸਿੰਘ ਮੈਂ ਆਪਣੀ ਮੌਤ ਦਾ ਜ਼ਿੰਮੇਵਾਰ ਹਾਂ। ਮੇਰੀ ਮੌਤ ਤੋਂ ਬਾਅਦ ਨਾ ਮੇਰੇ ਪਰਿਵਾਰ ਨੂੰ ਜਿਹੜਾ ਇਹ ਤੇ ਕੁਛ ਨਾ ਕਿਹਾ ਸਿਰਫ ਡਰ ਇਹ ਹੈ ਵੀ ਹੁਣ ਜੱਗੀ ਜੌਹਲ ਵਾਲਾ ਕੇਸ ਹੈ। ਜੱਗੀ ਜੌਹਲ ਨੂੰ ਫੜੇ ਨੂੰ 3 ਵਰ੍ਹੇ ਹੋ ਜਾਣੇ ਨੇ। ਜੱਗੀ ਜੌਹਲ ਨੈਵਰ ਫੋਰਗੇਟ 84 ਇੱਕ ਵੈਬਸਾਈਟ ਚਲਾਉਂਦਾ ਸੀ ਤੇ ਉਹਦੇ ਤੇ ਕੇਸ ਵੀ ਇਹ ਬੱਗੇ ਹੋਣੀ ਜਿਹੜੇ ਉਸ ਗੈਂਗਸਟਰ ਮੁੰਡੇ ਸੀ ਉਹਨਾਂ ਦੇ ਨਾਲ ਉਹਦਾ ਕਨੈਕਸ਼ਨ ਬਣਾ ਕੇ ਤੇ 1 ਸਾਲ ਤਾਂ ਘੱਟੋ ਘੱਟ ਜੇ ਤੁਹਾਨੂੰ ਫੜ ਲਿਆ ਨਾ 1 ਸਾਲ ਉਹ ਤੁਹਾਡਾ ਚਲਾਨ ਇਹ ਨਹੀਂ ਪੇਸ਼ ਕਰਦੇ, ਚਾਰਜ ਨਹੀਂ ਫਰੇਮ ਕਰਦੇ। ਮਤਲਬ ਚਲਾਨ ਦਾ ਮਤਲਬ ਇਹ ਤੁਹਾਡੀਆਂ ਜ਼ਮਾਨਤਾਂ ਸ਼ੁਰੂ ਹੁੰਦੀਆਂ ਨੇ 6 ਮਹੀਨੇ ਸਾਲ ਜਾਨੂੰ ਤੁਸੀਂ ਜ਼ਮਾਨਤ ਤੇ ਰਿਹਾ ਹੁੰਦੇ ਹੋ ਕਿਉਂਕਿ ਹੈ ਨਹੀਂ ਕੋਈ ਜਾਨ ਨਹੀਂ ਕੇਸ ਦੇ ਵਿੱਚ। ਜਾਨੂੰ ਇੱਕ ਹੋਰ ਕੇਸ ਪਾ ਦੇਣਾ ਵੀ ਫਲਾਣੇ ਜਗ੍ਹਾ ਬੰਦਾ ਫੜਿਆ ਉਹਦੇ ਕੋਲ ਆਹ ਚੀਜ਼ ਫੜੀ ਤੇ ਉਹਨੇ ਤੁਹਾਡਾ ਨਾਂ ਲੈ। ਉਹਨਾਂ ਦੀ ਪੁਲਿਸ ਹੈ ਉਹਨਾਂ ਦਾ ਜਿਹੜੀ ਜੁਡੀਸ਼ਰੀ ਆ ਉੱਥੇ ਕੋਈ ਚੈਲੰਜ ਨਹੀਂ ਹੈ। ਹੁਣ ਇਹ UAPA ਦੇ ਥੱਲੇ ਫੜੋ ਫੜੀ ਫੇਰ ਪੰਜਾਬ 'ਚ ਜਾਰੀ ਹੈ। 2020 ਦਾ ਰੈਫਰੈਂਡਮ ਇਹ ਦੇਸ਼ਾਂ 'ਚ ਇੱਥੇ ਚੱਲ ਰਿਹਾ ਫੜੋ ਫੜੀ ਪੰਜਾਬ 'ਚ ਵੀ ਇਹਦੇ ਕੋਲ ਆਹ ਚੀਜ਼ ਲੱਭੀ ਇਹਦੇ ਕੋਲ ਆਹ ਚੀਜ਼। ਕਿਤਾਬਾਂ ਨੇ ਦੋ ਕਿਤਾਬਾਂ ਤੁਹਾਡੀ ਗੱਡੀ 'ਚ ਰੱਖ ਦਿਓ ਉਹਦੇ ਬਾਅਦ ਖਤਮ ਹੈ ਕਹਾਣੀ। ਚੈਲੰਜ ਤੁਸੀਂ ਕਿੱਥੋਂ ਕਰੋਗੇ? ਉਹਦਾ ਚੈਲੰਜ ਤਾਂ ਜਦ ਹੋਊਗੀ ਜਾਂ ਕਿਤੇ ਨਿਕਲੋਗੇ ਅੰਦਰ। ਤੁਸੀਂ ਹੁਣ ਭੁੱਲ ਜਾਂਦੀ ਹੈ ਕਮਿਊਨਿਟੀ ਬਸ 3 ਵਰ੍ਹੇ ਹੋ ਗਏ। ਜੇ ਦੇਖਦੇ ਹਾਂ ਤਾਂ ਜੱਗੀ ਜੌਹਲ ਵਾਲੇ ਕੇਸ ਦੇ ਵਿੱਚ ਇਸ਼ੂ ਵੇਖੋ ਕੀ ਹੈ। ਕੋਈ ਸੁਣ ਰਿਹਾ ਕੋਈ ਉੱਥੇ ਗੱਲ ਹੈ ਵੀ ਵਿਆਹ ਇੱਕ ਕਰਾਉਣ ਗਿਆ ਬੰਦਾ 3 ਵਰ੍ਹੇ ਹੋ ਗਏ ਤੇ ਕਾਲ ਹੁਣ ਉਹਨੂੰ ਲੈ ਕੇ ਵੀ ਜਿਹੜਾ ਇੱਥੇ ਆ ਗਏ ਦਿੱਲੀ ਤਿਹਾੜ ਦੇ ਵਿੱਚ ਉਹਨੂੰ ਮੈਂਟਲੀ ਹੋਈ ਮਤਲਬ ਉਹਦਾ ਮੰਦਾ ਹਾਲ ਕਰ ਦੇਣਗੇ। ਤੇ ਜਿਹੜੇ 2020 ਰੈਫਰੈਂਡਮ ਨੂੰ ਆਰਗੇਨਾਈਜ਼ ਕਰਨ ਵਾਲੇ ਨੇ ਗੁਰਪਤਵੰਤ ਪੰਨੂ ਹੋਣੀ ਹਰਦੀਪ ਸਿੰਘ ਨਿੱਜਰ ਹੈ ਜਾਂ ਪਰਮਜੀਤ ਪੰਮਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁਤਲੇ ਪਿੰਡਾਂ ਦੇ ਵਿੱਚ ਫੂਕੇ ਗਏ ਪਿਛਲੇ ਦਿਨਾਂ। ਹਰਦੀਪ ਸਿੰਘ ਨਿੱਜਰ ਦੇ ਵੀ ਪਿੰਡ ਗਏ ਨੇ ਬੰਦੇ। ਪਰਮਜੀਤ ਪੰਮਾ ਦੇ ਬਜ਼ੁਰਗਾਂ ਨੂੰ ਪੁੱਛ ਕੇ ਚੁੱਕ ਕੀਤੀ ਹੈ ਦਿੱਲੀੋਂ NIA ਵਾਲੇ ਆਏ ਨੇ। ਹੁਣ ਪਤਾ ਹੈ ਵੀ ਕਿ ਇੰਗਲੈਂਡ 'ਚ ਕੋਈ ਦਿੱਲੀ ਆਪਣੇ ਕੋਈ ਕੈਨੇਡਾ 'ਚ ਕੋਈ ਅਮਰੀਕਾ 'ਚ ਉਹਦੇ ਟੱਬਰ ਦੇ ਕਾਹਦੇ ਲਈ ਤੁਸੀਂ ਪਿੱਛੇ ਤੁਰੇ ਫਿਰਦੇ। ਅਮਰਜੀਤ ਸਿੰਘ ਪੰਮਾ ਨੇ ਬਹੁਤ ਵੱਡੀ ਇੱਕ YouTube 40 ਮਿੰਟ ਦੀ ਖੜ ਕੇ ਸਾਹਮਣੇ ਕੌਂਸਲਰ ਜਨਰਲ ਦੇ ਲੰਡਨ ਦੇ ਵਿੱਚ ਦੱਸਿਆ ਵੀ ਆਹ ਮੈਂ ਖੜਾ ਫੜ ਲਓ ਮੈਨੂੰ ਆ ਮੇਰੇ ਮਾਪਿਆਂ ਨੂੰ ਰੋਲਦੇ ਹੋ ਤੁਸੀਂ ਜ਼ੁਲਮ ਕਰਦੇ ਹੋ ਤੁਸੀਂ ਧੱਕਾ ਕਰਦੇ ਹੋ ਮੈਂ ਵਾਂਟਡ ਹਾਂ ਤੁਹਾਡਾ ਮੈਨੂੰ ਫੜ ਲਓ ਲੈ ਚਲੋ ਕੇਸ ਕਰੋ ਐਕਸਟ੍ਰਾਡਾਈਟ ਕਰ ਲਓ ਕਹੋ ਲੰਡਨ ਆਪਣੇ UK ਦੀ ਸਰਕਾਰ ਨੂੰ ਤੇ ਕੈਨੇਡਾ ਦੀ ਨੂੰ ਤੇ ਤੁਸੀਂ ਕਰੋ ਕੇਸ ਤੇ ਲੈ ਜਾਓ। ਇਹ ਜਿਹੜਾ ਹੁਣ ਪੰਜਾਬ ਦੇ ਵਿੱਚ ਆਹ ਦੌਰ ਚੱਲ ਰਿਹਾ UAPA ਦਾ ਉਹਦੇ ਥੱਲੇ ਜਿਹੜੀ ਫੜੋਫੜੀ ਜਾਰੀ ਆ ਉਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਵੀ ਕੀ ਹੋ ਰਿਹਾ ਤੇ ਇਵੈਂਚੁਅਲੀ ਕੀ ਹੋਏਗਾ ਅਗਲਾ ਸਮਾਂ ਕੀ ਪੰਜਾਬ ਦੇ ਵਿੱਚ ਆਏਗਾ ਕਿਤੇ ਦੁਬਾਰਾ ਫੇਰ ਉਹੀ ਚੀਜ਼ ਮੁੜ ਕੇ ਤਾਂ ਨਹੀਂ ਹੋਣ ਜਾ ਰਹੀ
ਇਹ ਮੈਨੂੰ ਜਿਹੜਾ ਵੱਡਾ ਇਸ਼ੂ ਇਹਦੇ 'ਚ ਇਹ ਹੈ, ਫੜੋ ਫੜੀ 5 7 10 20 ਮੁੰਡਿਆਂ ਦੀ 50 ਦੀ, ਉਹ ਨਹੀਂ ਗੱਲ। 2022 ਦੀ ਇਲੈਕਸ਼ਨ ਆ ਜਿਹੜੀ, ਉਹਦਾ ਮੁੱਦਾ ਕਿਸੇ ਪਾਰਟੀ ਕੋਲ ਕੋਈ ਨਹੀਂ ਹੈ। ਖਾਸ ਤੌਰ ਤੇ ਫੇਲ ਹੋਈਆਂ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਵਰਗੀਆਂ, ਜਿਹਨਾਂ ਤੇ ਕੱਖ ਨਹੀਂ ਹੋਇਆ। ਉੱਥੇ ਸਿਰਫ ਪਜਾਮੀ ਦੇ ਬਾਲੇ 3 ਸਾਲ ਸੂਤ ਆਏ ਨੇ, ਜਾਂ ਦਾੜੀ ਪੁੱਠੀ ਚੜਾਈ ਹੈ, ਤੇ ਜਾਂ ਫਿਰ ਰੂਸਾ ਆਲਮ ਨੂੰ ਬਿਰਿਆਨੀ ਖਿਲਾਈ ਆ। ਕੰਮ ਇਹੀ ਕੀਤੇ ਆ ਬਸ। ਤੇ ਉਹ ਜਿਹੜਾ ਇਸ਼ੂ ਹੈ ਹੁਣ, ਉਹਦੀ ਜਿਹੜੀ ਆਪਣੀ ਫੇਲੂਅਰ ਹੈ, ਉਹ ਫੇਲੂਅਰ ਦੇ ਥੱਲੇ ਹੁਣ ਫੜੋ ਫੜੀ ਹੋਣੀ ਹੈ। ਦੇਸ਼ ਦੀ ਅਖੰਡਤਾ ਨੂੰ ਖਤਰੇ 'ਚ ਪਾ ਕੇ 22 ਦੇ ਵਿੱਚ ਨਾਨ ਸਿੱਖ ਵੋਟ ਨੂੰ ਡਰਾ ਕੇ ਵੀ ਇੱਥੇ ਹਾਲਾਤ ਖਰਾਬ ਹੋ ਸਕਦੇ ਨੇ, ਵੋਟਾਂ ਸਾਨੂੰ ਪਾਓ, ਜਿਵੇਂ ਪੈਂਦੀਆਂ। ਹੁਣ ਇਹਦੇ ਵਿੱਚ ਜ਼ਮੀਨ ਖਾਲੀ ਪਈ ਆ। ਹੁਣ ਇਹਦੇ ਤੇ ਸਾਰਾ ਕੁਝ ਸਾਰਿਆਂ ਨੇ ਕਰਨਾ, ਜਿੰਨੀਆਂ ਪਾਰਟੀਆਂ ਤੁਰੀਆਂ ਫਿਰਦੀਆਂ। ਬੀਜੇਪੀ ਨੇ ਅਲਾਇੰਸ ਬਣਾਉਣਾ ਕਿਸੇ ਨਾਲ, ਅਕਾਲੀ ਦਲ ਢੀਂਡਸੇ ਨਾਲ ਵੀ ਹੋ ਸਕਦਾ, ਹੋਰ ਕਿਸੇ ਨਾਲ ਵੀ ਹੋ ਸਕਦਾ। ਬੈਂਸ ਹੋਣੀ ਹਲੇ ਖੁੱਲੇ ਨੇ, ਤੇ ਉਹਦੇ ਬਾਅਦ ਧਰਮਵੀਰ ਗਾਂਧੀ ਹੈ, ਉਹ ਨਵਜੋਤ ਸਿੱਧੂ ਹਲੇ ਸੈੱਟ ਕਰਦਾ ਫਿਰਦਾ ਗਰਾਊਂਡ ਵੀ ਕਿੱਥੇ ਜਾਊ। ਬੀਜੇਪੀ 'ਚ ਵੀ ਵਾਪਸੀ ਹੋ ਸਕਦੀ ਹੈ, ਤੇ ਹੋ ਸਕਦਾ ਕੈਪਟਨ ਨੂੰ ਵੀ ਠਿੱਬੀ ਲੱਗ ਜਾਏ। ਬਹੁਤ ਕੁਝ ਹੈ। ਤੇ ਉਹਦੇ 'ਚ ਫਿਰ ਇਹਨਾਂ ਨੇ ਹੁਣ ਚੇਂਜ ਜਿਹੜਾ ਕਰਨਾ, ਡਾਇਵਰਟ ਕਰਨਾ ਜਿਹੜਾ ਸਿਸਟਮ, ਉਹ ਇੱਕੋ ਹੀ ਸੌਖਾ ਹੈ ਕਿ ਦੇਸ਼ ਦੀ ਅਖੰਡਤਾ ਨੂੰ ਖਤਰਾ, ਦੇਸ਼ ਟੁੱਟਣ ਤੇ ਜਿਹੜਾ ਕੁਛ ਕੁਫਰ ਜਿਹੜਾ ਉਹ ਡੈਣ ਨੇ ਕੀਤਾ ਸੀ 84 ਦੇ ਸਮੇਂ, 78 ਤੋਂ ਲੈ ਕੇ, ਜਿਹੜਾ ਕੁਛ ਵਿਸਾਖਾਤ ਉਹਨੇ ਕੀਤਾ ਵੀ ਸਾਲ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਮਾਡਲ ਬਣਾ ਕੇ ਉਹਦੀਆਂ ਉਹ ਮਸ਼ਕਾਂ ਕਰਾ ਰਹੀ ਹੈ, ਤੇ ਦੂਜੇ ਬੰਨੇ ਪੰਜਾਬ ਨੂੰ ਹਵਾਲੇ ਕਰਨ ਦੇ ਮਿਲਟਰੀ ਦੇ ਉਦੋਂ ਇੱਕ ਦਿਨ ਪਹਿਲਾਂ ਉਹ ਕੌਮ ਦੇ ਨਾਂ ਸੰਦੇਸ਼ ਦੇ ਰਹੀ। ਤੇ ਖੱਟਿਆ ਤਾਂ ਕੱਖ ਨਹੀਂ ਨਾ, ਕੀ ਖੱਟਿਆ ਉਹਦੇ 'ਚ। ਸੋ ਇਸ ਤਰ੍ਹਾਂ ਹੀ ਇਹ ਜਿਹੜੀ ਰਾਜਨੀਤੀ ਤੋਂ ਹੁਣ ਪ੍ਰੇਰਿਤ ਵੱਡੀ ਘਟਨਾ, ਕੋਈ ਛੋਟੀ ਤੋਂ ਵੱਡੀ ਘਟਨਾ ਕਰ ਲੈਂਦੀ। ਉਧਰੋਂ ਬੇਅਦਬੀ ਵਾਲੇ ਚੱਕਰ ਦੇ ਵਿੱਚ ਨਵੇਂ ਬੰਦੇ ਨਿਕਲ ਕੇ ਆ ਰਹੇ ਨੇ। ਆ ਮੈਂ ਫਲਾਣੀ ਵੀਰਪਾਲ ਕੌਰ ਇਨਸਾਨ ਜੀ, ਉਹ ਪਤਾ ਨਹੀਂ ਕਿੱਧਰੋਂ ਆ ਗਈ ਬੀਬੀ, ਉਹ ਨਾਂ ਲੈ ਰਹੀ ਹੈ, ਦੱਸ ਰਹੀ ਹੈ ਮੈਨੂੰ ਪੋਸ਼ਾਕ ਸਾਨੂੰ ਪਤਾ ਹੈ। ਜਿਵੇਂ ਨਾ ਉਹ ਗੱਡੀ 'ਚ ਮੰਟੈਰੋ 'ਚ ਨਾ ਸੁਖਬੀਰ ਬਾਦਲ ਦੇ ਬੈਠੀ ਹੁੰਦੀ ਆ ਵੀ ਆਹ ਲਓ ਜੀ ਮੈਂ ਕਰਾਤੀ ਪ੍ਰੈਸ, ਲੈ ਜਾਓ ਗੁਰੂ ਜੀ ਨੂੰ ਆਪਣੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਾਜਨੀਤੀ ਲੱਖ ਕਰੋ, ਪਰ ਪੰਜਾਬ ਦੀ ਜਵਾਨੀ ਪਹਿਲਾਂ ਹੀ ਉੱਜੜ ਗਈ। ਉੱਥੋਂ ਤਾਂ ਅਸੀਂ 60% ਤਾਂ ਭੱਜੇ ਆਏ, ਉੱਥੋਂ ਰਹਿ ਗਏ ਉੱਥੇ 40%, ਤੇ 40% ਦਾ ਕੀ ਹਸ਼ਰ ਕਰਨ। ਵਪਾਰਕ ਸੰਦੇਸ਼ਾਂ ਤੋਂ ਬਾਅਦ ਕਾਲਰ ਤੁਹਾਡੇ ਸ਼ੁਰੂ ਕਰਦਾ ਜੀ। ਜਸਵੀਰ ਸਿੰਘ ਜੀ ਦਿਓਲ ਜੀ ਹੁਣੇ ਆਉਣਾ ਵਾਪਸ। ਪੰਜਾਬ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਫੜੋ ਫੜੀ ਹੈ UAPA ਦੇ ਥੱਲੇ, ਉਹਦਾ ਕੀ ਸੰਕੇਤ ਹੈ। ਰੈਫਰੈਂਡਮ 2020 ਦੇ ਬਾਰੇ ਵੀ ਇਹ ਗੱਲ ਨਾਲ ਹੀ ਤੁਸੀਂ ਕਰਿਓ ਕਿ ਠੀਕ ਹੈ ਕਿਸੇ ਸਮੇਂ ਹਥਿਆਰਬੰਦ ਸੰਘਰਸ਼ ਨੂੰ ਇਹ ਕਹਿ ਕੇ ਨਿੰਦਦੇ ਰਹੇ ਵੀ ਗੋਲੀ ਮਾੜੀ ਆ, ਬੰਦੇ ਮਰਨੇ ਨਹੀਂ ਚਾਹੀਦੇ, ਬਿਲਕੁਲ ਇਹ ਗੱਲ ਠੀਕ। ਪਰ ਹੁਣ ਤਾਂ ਮੇਰੇ ਖਿਆਲ ਬੈਂਚ ਤੇ ਟੇਬਲ ਤੇ ਬੈਠ ਕੇ ਗੱਲ ਹੋ ਰਹੀ ਹੈ, ਮੇਜ਼ ਤੇ, ਤਾਂ ਹਲੇ ਵੀ ਕੋਈ ਇਹਦੇ ਵਿੱਚ ਅਖਿਆਈ ਹੈ ਤਾਂ ਉਹ ਕਾਹਦੀ ਅਖਿਆਈ ਹੈ। UAPA ਦਾ ਜਿਹੜਾ ਇਹ ਬੜਾ ਅਲੱਗ ਕਿਸਮ ਦਾ ਇੱਕ ਐਕਟ ਆ, ਜਿਹਦੇ ਵਿੱਚ ਤੁਹਾਡੋਂ ਅੜਿੱਕਾ ਜਿਹੜਾ ਪੈ ਜਾਵੇ, ਉਹ ਜਾਂ ਕੋਈ ਕਿਸੇ ਨੇ ਕਿੜ ਕੱਢਣੀ ਹੋਵੇ ਪੋਲੀਟੀਕਲ ਪਾਰਟੀਆਂ ਦੇ ਨਾਲ, ਇੱਥੋਂ ਖਾਸ ਤੌਰ ਤੇ ਜਿਹੜੇ ਟੌਟਲਮਾ ਲੋਕ ਇੱਥੇ ਰੇਡੀਓ ਤੇ ਆ ਕੇ ਬੋਲਦੇ ਆ ਦੂਜੇ ਦੇਸ਼ਾਂ ਚੋਂ, ਤੇ ਉਹਨਾਂ ਦੀ ਸਾਂਝ ਗਾਂਠ ਦੇ ਥੱਲੇ ਕਿਸੇ ਨੂੰ ਜਾਣ ਕੇ ਜਾਂ ਇੱਥੋਂ ਚੁਗਲੀ ਕਰਕੇ ਕਿਸੇ ਦਾ ਨੁਕਸਾਨ ਕਰਾਉਣਾ ਹੋਵੇ, ਉਹ ਬੜਾ ਸਿੰਪਲ ਹੈ, ਕੁਛ ਨਹੀਂ ਕਰਨਾ। 4 ਕਿਤਾਬਾਂ ਰੱਖਣੀਆਂ ਗੱਡੀ ਦੇ ਵਿੱਚ ਤੇ ਬੰਦਾ ਫਰੇਮ ਕਰਨਾ, ਤੇ ਫਿਰ ਹੀ ਚਲੋ 1 ਸਾਲ ਕੀ ਇੱਥੇ 10 ਦਿਨ ਨਹੀਂ ਤੁਹਾਡੇ ਬੰਨੇ ਹੋਏ ਲੰਘ ਸਕਦੇ। ਪੰਜਾਬ ਦੇ ਵਿੱਚ ਫਸੇ ਤੁਸੀਂ ਗਏ ਤੇ ਆਨੰਦ, ਬਸ ਉਹਦੇ ਬਾਅਦ ਗਰਾਊਂਡ ਖੁੱਲ੍ਹਾ। ਤੇ ਤਾਂ ਹੀ ਇਹਦੇ ਖਿਲਾਫ ਬੋਲ ਨਹੀਂ, ਕਿਉਂਕਿ ਗੱਲ ਕੱਲ੍ਹ ਨੂੰ ਹੁਣ MLA ਤੇ MPਆਂ ਵਾਲਾ ਹੀ ਸੀਟਾਂ ਦਿਖਦੀਆਂ, ਘਰ ਵਾਲਿਆਂ ਦਾ ਜੁਗਾੜ, ਤੇ 4 ਦਿਨ ਕਰੋ ਗੱਲਾਂ ਤੇ ਮਾਰੋ ਨਾਅਰੇ ਅਵੈਸੀ ਦੇ ਸਾਹਮਣੇ ਖੜ ਕੇ, ਤੇ ਉਹਦੇ ਬਾਅਦ ਸੈੱਟ ਕਰੋ ਵੀ ਇਹ ਤਾਂ ਜੀ ਕੌਮ ਦੇ ਦਰਦਮੰਦ ਬੰਦੇ ਨੇ। ਇਹਦੇ 'ਚ ਕਮੇਟੀ ਹੁਣ ਕੀ ਖਿਆਲ ਰੱਖੇ, ਕੀ ਇਹਦੇ 'ਚ ਸਾਨੂੰ ਕਰਨਾ ਚਾਹੀਦਾ। ਇਹ ਜਿਹੜੀ ਤੁਸੀਂ ਚੇਂਜਸ ਵੇਖੀ, ਉਹ ਪਿਛਲੇ 1-2-4 ਮਹੀਨੇ ਦੇ ਵਿੱਚ ਨਵੀਆਂ ਗੱਲਾਂ, ਨਵੇਂ ਬੰਦੇ ਪ੍ਰਗਟ ਹੋ ਰਹੇ ਨੇ। ਉਹ ਇੱਕ ਪੂਰਾ ਜਿਹੜਾ ਖਾਸ ਤੌਰ ਤੇ ਵੈਨਕੂਵਰ ਦੇ ਵਿੱਚ ਬਾਹਰੋਂ ਲੋਕ ਆ ਕੇ ਰਹਿ ਰਹੇ ਨੇ, ਇੱਥੋਂ ਇਨਫੋਰਮੇਸ਼ਨ ਲੈ ਰਹੇ ਨੇ, ਤੇ
ਪਿਕਟਸ ਉਹਦੀਆਂ ਫਿੱਟ ਕੀਤੀਆਂ ਜਾ ਰਹੀਆਂ ਨੇ। ਇਹ UAP ਗੱਲ ਇਹ ਆ ਵੀ ਜਿਹਨਾਂ ਦੇਸ਼ਾਂ ਦੇ ਵਿੱਚ ਸੁਰੱਖਿਅਤ ਨੇ ਲੋਕ ਸਿਟੀਜ਼ਨ ਲੈ ਕੇ ਉਹ ਗੱਲਾਂ ਕਰਦੇ ਨੇ ਜਿੱਥੇ ਬੋਲਣ ਦੀ ਆਜ਼ਾਦੀ ਆ, ਇਹਦੇ ਕਰਕੇ ਨਹੀਂ ਬੱਸ ਚੱਲੇ ਤਾਂ ਹੱਥ ਨੇ ਬੰਨ੍ਹ ਕੇ ਲੈ ਜਾਣ। ਸੋ UAPA ਜਿਹੜਾ ਹੈ ਅਨਫੁੱਲ ਲਾ ਐਕਟੀਵਿਟੀਜ਼ ਤੇ ਪ੍ਰੀਵੈਂਸ਼ਨ ਐਕਟ ਆ, ਪਹਿਲਾਂ ਇਹਨੂੰ ਟੈਰਰਿਸਟ ਐਂਡ ਜਿਹੜਾ ਡਿਸਟਰਕਟਿਵ ਐਕਟ ਕਹਿੰਦੇ ਸੀ, TA ਟਾਡਾ ਸੀ ਜਿਹੜਾ, ਟਾਡੇ ਦੇ ਵਿੱਚ ਵੀ ਬੜਾ ਔਖਾ ਸੀ ਕੰਮ, ਲੋਕਾਂ ਨੇ ਬੜੇ ਫਸਾਏ 20-25 ਸਾਲ। ਸਰ ਜਸਵੀਰ ਸਿੰਘ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਸਰਦਾਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਆ ਨੌਜਵਾਨਾਂ ਫੜਾਈ, ਉਹਦੇ 'ਚ ਮੈਂ ਕੁਝ ਐਡ ਕਰਨਾ ਚਾਹੁੰਦਾ ਵੀ ਇਸ ਵਕਤ ਜਿਸ ਤਰ੍ਹਾਂ ਫੜਾਈ ਹੋ ਰਹੀ ਨਾ ਉਸ ਤਰ੍ਹਾਂ ਅਜੇ ਖਬਰਾਂ ਨਹੀਂ ਆ ਰਹੀਆਂ, ਬੜੇ ਵੱਡੇ ਲੈਵਲ ਤੇ ਹੋ ਰਹੀ ਹੈ। ਮੈਂ ਤੁਹਾਨੂੰ ਦੱਸਣਾ ਵੀ ਮੇਰੇ ਆਪਣੇ ਪਿਛਲੇ ਘਰ ਦੀ ਪਿਛਲੇ ਹਫ਼ਤੇ 2 ਵਾਰੀ ਪੁਲਿਸ ਜਾ ਚੁੱਕੀ ਹੈ ਤੇ ਫੋਨ ਲਾ ਗਈ ਤੇ ਮੁੰਡਿਆਂ ਨੂੰ ਛੱਡ ਗਈ ਹੈ, ਪਰ ਨਾਲ ਮੋਟਾ ਪੈਸਾ ਵੀ ਲੈ ਗਈ ਹੈ। ਪੁਲਿਸ ਵਾਲੇ ਜਿਨ੍ਹਾਂ ਨੂੰ ਫੜਦੇ ਨੇ, ਜਿਨ੍ਹਾਂ ਨੂੰ ਛੱਡਦੇ ਨੇ, ਉਹਨਾਂ ਨੂੰ ਵੀ ਮੋਟਾ ਪੈਸਾ ਲੈ ਰਹੇ ਨੇ। ਇਸ ਟਾਈਮ ਪੁਲਿਸ ਦੀ ਪੂਰੀ ਹਰਾਮ ਦੀ ਕਮਾਈ ਚੱਲ ਰਹੀ ਹੈ, ਜਿਵੇਂ ਝੂਠੇ ਮੁਕਾਬਲਿਆਂ 'ਚ ਚੱਲਦੀ ਸੀ। ਜੇ ਕੇਸ ਪਵਾਉਣਾ ਤੇ ਪੈਸੇ ਲੈ ਲਓ, ਫਿਰ ਵੀ ਜੇ ਮੁੰਡਾ ਬਚਾਉਣਾ ਤਾਂ ਵੀ ਲੈ ਲਓ, ਜੇ ਮਰਨਾ ਤਾਂ ਵੀ ਲੈ ਲਓ, ਉਹੀ ਹਾਲ ਹੈ। ਦੇਖੋ ਮੈਂ ਰਿਫੰਡਨ ਬਾਰੇ ਗੱਲ ਕਰਨੀ ਚਾਹੁੰਦਾ ਵੀ ਇਹ ਜਿਹੜਾ ਰਿਫੰਡਨ ਇਹ ਅਨਆਫੀਸ਼ਲੀ ਹੋ ਰਿਹਾ ਵੀ ਇਹਨੂੰ ਨਾ ਤੇ UN ਨੂੰ ਕਰਾ ਕੇ ਨਾ ਹੀ ਭਾਰਤ ਸਰਕਾਰ ਕਰਵਾ ਰਹੀ। ਇਹ ਰਿਫੰਡਨ ਨਾ ਤੇ ਸਕਾਟਲੈਂਡ ਵਰਗਾ ਹੋ ਰਿਹਾ ਤੇ ਨਾ ਹੀ ਕਿਊਬਕ ਵਰਗਾ ਹੋ ਰਿਹਾ। ਤੇ ਇਹ ਰਿਫੰਡਨ ਸਿਰਫ ਹੋ ਰਿਹਾ 2018 'ਚ ਜਿਹੜਾ ਸਪੇਨ ਦੇ ਸੂਬੇ ਕਟਲੋਨੀਆ 'ਚ ਹੋਇਆ ਸੀ ਜਾਂ ਕੁਰਦਿਸਤਾਨ 'ਚ ਹੋਇਆ ਸੀਗਾ। ਇਹਦੇ ਹੋਣ ਤੋਂ ਮਗਰੋਂ ਕੋਈ ਭਾਰਤ ਨੇ ਵੱਖਰਾ ਦੇਸ਼ ਨਹੀਂ ਬਣ ਜਾਣਾ। ਤੇ ਪਰ ਸਵਾਲ ਇਹ ਪੈਦਾ ਹੁੰਦਾ ਵੀ ਇਸ ਰਿਫੰਡ ਤੋਂ ਭਾਰਤ ਸਰਕਾਰ ਬਹੁਤ ਜ਼ਿਆਦਾ ਡਰੀ ਹੋਈ ਹੈ। ਮੈਂ ਤਾਂ ਵੇਖਦਾ ਡੀਪਲੀ ਵੇਖਦਾ ਵੀ ਇੰਨੀ ਸਰਕਾਰ ਤੇ ਹਥਿਆਰਬੰਦ ਸੰਘਰਸ਼ ਤੋਂ ਨਹੀਂ ਡਰੀ ਹੋਈ ਜਿੰਨੀ ਇਹ ਰਿਫੰਡ ਨਾਨ ਵਾਇਲੈਂਸ ਤੋਂ ਡਰੀ ਹੋਈ ਹੈ। ਸੋ ਮੇਰੀ ਬੇਨਤੀ ਹੈ ਸਮੂਹ ਪੰਜਾਬੀਆਂ ਨੂੰ ਵਕਤ ਨਾ ਖੰਜਾਓ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਤੇ ਰਿਫੰਡ 2020 ਦਾ ਸਾਥ ਦਿਓ, ਆਪਣੀਆਂ ਵੋਟਾਂ ਰਜਿਸਟਰ ਕਰਾਓ। ਬੇਸ਼ੱਕ ਦੀ ਜੇ ਤੁਸੀਂ ਭਾਰਤ ਦੇ ਨਾਲ ਵੀ ਰਹਿਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਵੋਟਾਂ ਰਜਿਸਟਰ ਕਰੋ ਤੇ ਭਾਰਤ ਦੇ ਹੱਕ 'ਚ ਵੋਟ ਪਾ ਦਿਓ। ਮਿਹਰਬਾਨੀ ਹੋਏਗੀ ਜੀ, ਮਿਹਰਬਾਨੀ। ਧੰਨਵਾਦ ਜੀ। ਦਿਓਲ ਸਾਹਿਬ ਤੁਸੀਂ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਗਿੱਲ ਸਾਹਿਬ, ਪਹਿਲਾਂ ਦੇਖੋ ਜੀ ਤੁਸੀਂ ਉਹ ਦੱਸੇ ਦਿੱਤਾ ਜਿਹੜਾ UAPA ਆ ਇਹ 1967 ਦਾ ਬਣਿਆ ਆ। ਹੁਣ ਜਿਹੜਾ ਟਾਡਾ ਸੀਗਾ ਇਹ ਬਣਿਆ 1985 ਦੇ ਵਿੱਚ ਸਿੱਖਾਂ ਦੇ ਲਈ ਬਣਿਆ। ਈਵਨ UAP ਵੀ ਉਦੋਂ ਜਦੋਂ ਪੰਜਾਬ ਸੂਬਾ ਬਣਿਆ ਉਹਦੇ ਨਾਲ ਹੀ ਬਣ ਗਿਆ ਸੀਗਾ। ਤੇ ਜਿਹੜਾ ਟਾਡਾ 1985 ਸਿੱਖਾਂ ਲਈ ਵਿਸ਼ੇਸ਼ ਕਰਕੇ ਬਣਾਇਆ ਗਿਆ ਤੇ ਜਿਹੜਾ ਪੋਟਾ ਸੀਗਾ ਇਹ ਗੁਜਰਾਤ 2002 ਦੇ ਵਿੱਚ ਜਦੋਂ ਆਪਣਾ ਦੂਜਾ ਕਤਲੇਆਮ ਹੋਇਆ ਮੁਸਲਮਾਨ ਭਾਈਚਾਰੇ ਦਾ ਉਦੋਂ ਬਣਿਆ। ਇਹ ਮੰਨ ਲਓ ਇਹ ਦੋਨੋਂ ਹੀ ਦੋ ਕਮਿਊਨਿਟੀਆਂ ਲਈ ਬਣਾਏ ਗਏ। ਹੁਣ ਉਹਨਾਂ ਨੂੰ ਉਹ ਦੋਨਾਂ ਨੂੰ ਮੰਨ ਲਓ ਖਤਮ ਕਰਕੇ ਉਹ ਜਿਹੜਾ UAPA ਵਾਲਾ ਉਹਨੂੰ ਮੁੜ ਕੇ ਜਿਉਂਦੇ ਕਰਕੇ ਉਹ ਦੋਨਾਂ ਦੀਆਂ ਧਰਾਵਾਂ ਵਿੱਚ ਐਡ ਕਰਕੇ ਮੰਨ ਲਓ ਉਹਦੇ ਨਾਲੋਂ ਵੀ ਵੱਧ ਖਤਰਨਾਕ ਅੱਗੇ ਘੱਟੋ ਘੱਟ ਜਿੱਦਾਂ ਉਹ ਆਪਣੇ ਚਲੋ ਪੰਜਾਬ ਦਾ ਫਿਰ ਜਿੱਦਾਂ ਹੁਣ ਸੰਜੇ ਦਾ ਕਰਕੇ ਵੀ 47 ਪਾਈ ਸੀ ਉਹ ਟਾਡੇ ਦੇ ਰੀਜ ਆ ਉਹ ਕਰਕੇ ਵੀ ਘੱਟੋ ਘੱਟ ਅਗਲੇ ਵੈਪਨ ਸ਼ੋਅ ਕਰਨਾ ਪੈਂਦਾ ਹੈਗਾ। ਚਲੋ ਅੱਗੇ ਵੀ ਪੁਲਿਸ ਕੋਲੋਂ ਵੀ ਪਾ ਦਿੰਦੀ ਸੀਗੀ, ਅੱਗੇ ਆਵੇਂ ਪਾਏ ਆ। ਪਰ ਹੁਣ ਤਾਂ ਤੁਹਾਨੂੰ ਦੱਸ ਦਿੱਤਾ ਵੀ ਤੁਹਾਨੂੰ ਕੁਛ ਸ਼ੋਅ ਕਰਨ ਦੀ ਲੋੜ ਨਹੀਂ, ਤੁਸੀਂ ਆਪਣੇ ਖਿਆਲ ਵੀ ਕੀ ਰੱਖਦੇ ਆ ਜਾਂ ਤੁਸੀਂ ਉੱਦਾਂ ਆਪਾਂ ਰੌਲਾ ਪਾਉਂਦੇ ਜੀ ਫਰੀਡਮ ਆਫ ਐਕਸਪ੍ਰੈਸ਼ਨ ਆ। ਜੇ ਕੋਈ ਗੀਤ ਗਾ ਦੇਵੇ ਮੂਸੇ ਵਾਲੇ ਵਰਗਾ ਜਾਂ ਹੋਰ ABC ਨਾ ਤੇ ਉਹਨਾਂ ਦੀ ਫਰੀਡਮ ਆਫ ਐਕਸਪ੍ਰੈਸ਼ਨ ਹੋ ਜਾਏ, ਆਮ ਬੰਦਾ ਕੋਈ ਲਾਈਕ ਕਰਦੇ ਕਮੈਂਟ ਕਰ ਦੇਵੇ ਜਾਂ ਉਹਨਾਂ ਦੇ ਟੋਕੇ ਜਾਂਦੇ ਆ। ਹੁਣ ਇਹਦੇ ਵਿੱਚ ਦੇਖੋ ਸਿੱਖਾਂ ਦੇ ਤਾਂ ਮੁਸਲਮਾਨਾਂ ਦੇ ਤਾਂ ਪਹਿਲਾਂ ਵੀ ਕੇਸ ਪੈਂਦੇ ਆ, ਪਰ ਇਹਦਾ ਹੁਣ ਜਿਹੜਾ ਅਸਲੀ ਹੋਣਾ ਆ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਉਹਨਾਂ ਨੇ ਗਰੀਬ ਜਿਹੜੇ ਲੋਕ ਆ ਜੇ ਉਹਨਾਂ ਨੂੰ ਪਤਾ ਜਿਹੜੇ ਸਿੱਧੇ ਤੌਰ ਤੇ ਲੜਦੇ ਉਹਨੀ ਤਾਂ ਲੜਨਾ ਹੀ ਆ, ਉਹ ਬੇਸ਼ੱਕ ਹਥਿਆਰਬੰਦ ਲੜਨ ਜਾਂ ਬਿਨਾਂ ਹਥਿਆਰਾਂ ਦੇ ਉਹਨਾਂ ਤੋਂ ਨਹੀਂ ਲਾਉਣਾ ਹੀ ਆ। ਪਰ ਇਹਦੇ ਵਿੱਚ ਜਿੱਦਾਂ ਅੰਬੇਦਕਰ ਸਾਹਿਬ ਦਾ ਪੋਤਾ ਆ ਜਾਂ ਸਾਈਂ ਬਾਬੇ ਵਰਗੇ ਅੰਦਰ ਜਾਂ ਉਧਰੋਂ ਸਾਊਥ ਵਿੱਚੋਂ ਜਿੰਨੇ ਅੰਦਰ ਕੀਤੇ ਗਏ ਆ ਉਹ ਸਾਰੇ ਹੀ ਬਿਨਾਂ ਕਿਸੇ ਗੱਲਬਾਤ ਦੇ ਅੰਦਰ ਸਿੱਟੇ। ਤੇ ਅਫਸੋਸ ਦੀ ਗੱਲ ਵੀ ਜੇ ਪੰਜਾਬ ਦੇ ਵਿੱਚ ਬੈਠੇ ਆ ਜਾਂ ਉਹ ਦਲਿਤ ਭਾਈਚਾਰੇ ਦੇ ਰਾਖਵੇਂ ਕਰਨ ਵਾਲੇ ਆ ਜਾਂ ਉਹ ਸੈਕੂਲਰ ਕਹਾਉਣ ਵਾਲੇ ਜਾਂ ਕਾਮਰੇਡ ਕਹਾਉਣ ਵਾਲੇ ਤਰਕਸ਼ੀਲ ਟਾਈਪ ਉਹ ਉਹਨਾਂ ਦੀ ਸੋਚ ਵਾਲੇ ਸਾਰੇ ਹੀ ਬਾਕੀ ਭਾਰਤ ਵਿੱਚ ਅੰਦਰ ਠੋਕੇ ਜਾ ਰਹੇ ਤੇ ਇਹ ਸਾਰੇ ਚੁੱਪ ਕਰਕੇ ਬੈਠੇ ਆ। ਨਾਲ ਇਹਨਾਂ ਦੇ ਇੱਕ ਹੋਰ ਅਫਸੋਸ ਦੀ ਇਹ ਗੱਲ ਆ ਵੀ ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਉੱਥੇ ਖਾਲਸਾ ਦੀਆਂ ਦਾਅਵੇਦਾਰ ਹੈਗੀਆਂ ਉਹ ਹੁਣ ਮੂਰ ਮਾੜੇ ਮੋਟੇ ਬੋਲਣ ਲੱਗੀਆਂ। ਪਹਿਲਾਂ ਚੁੱਪ ਕਰਕੇ ਖਾਨਾ ਪੂਰਤੀ ਅਖਬਾਰ 'ਚ ਦੇ ਦਿੱਤਾ, ਸੋਸ਼ਲ ਮੀਡੀਆ ਤੇ ਸਿਵਾਏ ਖਹਿਰੇ ਹੋਣਾ ਤੋਂ ਜਾਂ ਧਰਮਵੀਰ ਗਾਂਧੀ ਤੋਂ ਕੋਈ ਨਹੀਂ ਬੋਲਿਆ। ਭਗਵੰਤ ਮਾਨ ਹੋਣਾ ਤੋਂ ਜਾਂ ਹੋਰ ਕੋਈ ਕੀ ਆ। ਮੇਰਾ ਕਹਿਣ ਤੋਂ ਭਾਵ ਹੈ ਬੇਸ਼ੱਕ ਸਾਡੇ ਉਹਨਾਂ ਨਾਲ ਲੱਖ ਮਤਭੇਦ ਹੋਣੇ ਕਹਿ ਰਹੇ ਹੋਣਾ ਪਰ ਘੱਟੋ ਘੱਟ ਬੋਲਿਆ। ਸਿੱਧੂ ਹੋਣੀ ਵੀ ਇਨਕਲਾਬ ਕਦੇ ਲੈ ਆਉਂਦੇ ਕਦੇ ਕੇਜਰੀਵਾਲ। ਇਹਨਾਂ ਲੋਕਾਂ ਨੇ ਤਕਰੀਬਨ ਉਹ ਆਪਣੇ ਇੱਕ ਢੰਗ ਦਾ ਜਿੱਦਾਂ ਉਹ ਜਿਹੜਾ ਮੰਨ ਲਓ ਹੱਕ 'ਚ ਖੜਨਾ ਚਾਹੀਦਾ ਗਾ ਜਿਹਨਾਂ ਲੋਕਾਂ ਦੇ ਉੱਦਾਂ ਸਾਡੀ ਦਾਅਵੇਦਾਰੀ ਹੈ ਜਾਂ ਸਿੱਖ ਰਾਜਨੀਤੀ ਦੀ ਉਹ ਨਹੀਂ ਬਿਲਕੁਲ ਕੀਤੀ। ਤੇ ਦੂਜੀ ਗੱਲ ਇਹ ਹੈ ਜਿਹੜੀ ਤੁਸੀਂ 2020 ਦੀ ਗੱਲ ਕੀਤੀ ਆ ਇਹਦੇ ਨਾਲ ਦੇਖੋ
ਹੁਣ ਜੇ ਤਾਂ ਮੰਨ ਲਓ ਇੰਡੀਅਨ ਸਟੇਟ ਇਹ ਕਹਿੰਦੀ ਆ ਵੀ ਉਹ ਬੰਦੇ ਮੰਨ ਲਓ ਹਥਿਆਰਬੰਦ ਲਹਿਰ ਹੈ, ਜਿੱਦਾਂ ਇੱਥੇ ਆਪਣੇ ਹਰਦੀਪ ਸਿੰਘ ਨਿੱਜਰ ਨੂੰ ਆ ਜਾਂ ਗੁਰਪਤਵੰਤ ਨੂੰ ਜਾਂ ਪੰਮੇ ਹੋਣਾ ਦੀ ਗੱਲ ਕੀਤੀ ਆ, ਮੈਂ ਕਹਿੰਦਾ ਜੇ ਬਿਲਕੁਲ ਜੇ ਇਹ ਹਥਿਆਰਬੰਦ ਲਹਿਰ ਨੂੰ ਕਰਦੇ ਆ ਤਾਂ ਇੱਥੇ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਲੋਕਾਂ ਨੂੰ ਖੁਦ ਅੱਗੇ ਹੋ ਕੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਾਈਏ। ਜਿਹੜੇ ਲੋਕ ਇਹਨਾਂ ਦੇ ਇਲਜ਼ਾਮ ਲਾਉਂਦੇ ਆ ਵੀ ਪਤਾ ਤਾਂ ਲੱਗੇ ਵੀ ਸਾਡੇ ਵਿੱਚ ਇਦਾਂ ਦੇ ਬੰਦੇ ਰਹਿੰਦੇ ਆ। ਇੱਥੇ ਸਾਡੇ MP MLA ਸਾਰਿਆਂ ਨੂੰ ਪਤਾ ਹੀ ਆ ਵੀ ਗੁਰਦੁਆਰਾ ਸਾਹਿਬ 'ਚ ਕੀ ਹੁੰਦਾ ਆ। ਖਾਸ ਕਰਕੇ ਇੱਥੇ ਰੇਡੀਓ ਹੋਸਟ ਸਾਡੇ ਉਹ ਚੰਗੀ ਤਰ੍ਹਾਂ ਪੱਤਰਕਾਰ ਜਾਣਦੇ, ਜਾਂ ਅਸੀਂ ਕਾਲਰ ਆ ਕੇ ਜਦੋਂ ਕਹਿੰਦੇ ਆ ਵੀ ਭਾਰਤੀ ਸਟੇਟ ਦੀ ਏਕਤਾ ਅਖੰਡ ਤੋਂ ਇਹਨਾਂ ਲੋਕਾਂ ਤੋਂ ਖਤਰਾ ਆ, ਪਰ ਇਹ ਲੋਕ ਇੱਥੇ ਕਿਹੜਾ ਬੈਠੇ ਆ, ਮੈਨੂੰ ਇਹ ਨਹੀਂ ਸਮਝ ਆਉਂਦੀ। ਉਹ ਗੁਰਪਤਵੰਤ ਕਦੇ ਟਰੰਪ ਦੇ ਮਗਰ, ਕਦੇ ਉਹਨਾਂ ਦੇ ਦੂਜੇ ਦੇ ਮਗਰ, ਵਾਈਸ ਪ੍ਰੈਜ਼ੀਡੈਂਟ ਦੇ ਮਗਰ ਜਾ ਕੇ ਕਿੱਦਾਂ ਖੜ ਜਾਂਦੇ, ਮਤਲਬ ਟੈਰਰਿਸਟਾਂ ਨੂੰ ਖੜੇ ਕੀਤਾ। ਦੇਖੋ ਜਾਂ ਤਾਂ ਉਹ ਇੰਡੀਅਨ ਸਟੇਟ ਜਿਹੜਾ ਫਾਲਸ ਇਲਜ਼ਾਮ ਲਾ ਰਹੀ ਆ, ਜਾਂ ਤਾਂ ਉਸ ਚੀਜ਼ ਨੂੰ ਜੇ ਸਹੀ ਆ ਉਹਨੂੰ ਸਾਬਤ ਕਰਨਾ ਚਾਹੀਦਾ, ਨਹੀਂ ਤਾਂ ਫਿਰ ਉਹ ਕਿਸਮ ਦੀ ਲਾਹਣ ਤੇ ਇੱਥੇ ਸਾਡੇ ਵਰਗਿਆਂ ਤੇ ਜਿਹੜੇ ਅਸੀਂ ਝੂਠੇ ਇਲਜ਼ਾਮ ਲਾ ਕੇ ਆਮ ਲੋਕਾਂ ਨੂੰ ਵੀ ਉਹ ਕਰ ਰਹੇ ਆ। ਮੇਰੇ ਖਿਆਲ ਦੇ ਨਾਲ ਉਹਨਾਂ ਲੋਕਾਂ ਨੂੰ ਜਵਾਬਦੇਹੀ ਆ ਜਿਹੜੇ ਰੇਡੀਓ ਜਾਂ ਟੈਲੀਵਿਜ਼ਨ ਮੀਡੀਆ ਜਾ ਕੇ ਇਹਨਾਂ ਲੋਕਾਂ ਨੂੰ ਟੈਰਰਿਸਟ ਕਹਿੰਦੇ, ਜਾਂ ਇਹਨਾਂ ਨੂੰ ਸਾਬਤ ਕੀਤਾ ਜਾਵੇ। ਜੇ ਨਹੀਂ ਸਾਬਤ ਕਰ ਸਕਦੇ ਤਾਂ ਫਿਰ ਘੱਟੋ ਘੱਟ ਮੈਨੂੰ ਲੱਗਦਾ ਇੰਡੀਅਨ ਸਟੇਟ ਨੂੰ ਇਹਨਾਂ ਲੋਕਾਂ ਤੋਂ ਵੱਧ ਖਤਰਾ ਹੈ ਜਿਹੜੇ ਇਹ ਬਿਨਾਂ ਗੱਲ ਤੋਂ ਹੀ, ਬਿਨਾਂ ਕਿਸੇ ਲੋਕਾਂ ਨੂੰ ਮੂਰਖ ਬਣਾ ਰਹੇ ਆ। ਇਹ ਚੀਜ਼ ਨੂੰ ਤੁਸੀਂ ਕਦੇ ਫਰੀਡਮ ਆਵੇ ਘੱਟੋ ਘੱਟ, ਖਾਸ ਕਰਕੇ ਸਾਡੇ ਉੱਥੇ ਸਾਡੀਆਂ ਸਿੱਖ ਜਥੇਬੰਦੀਆਂ ਮਹਾਂਦਲ ਜਾਂ ਹੋ ਰਿਹਾ, ਉਹਨਾਂ ਨੇ ਲੋੜੋਂ ਵੱਧ ਖੁਦ ਹੀ ਇਹਨੂੰ ਕੰਟਰੋਵਰਸੀ 'ਚ ਵੀ ਅਸੀਂ 2020 ਸਾਨੂੰ ਦੱਸੇ ਜੀ ਕਿਉਂ ਕਿੱਦਾਂ ਨਹੀਂ ਅਫੀਸ਼ੀਅਲ ਹੋ ਨਹੀਂ ਸਕਦਾ ਸਾਡੀ। ਉਹ ਉਹਨਾਂ ਨੇ ਇਹਨਾਂ ਨੂੰ ਸਵਾਲ ਪੁੱਛਣ ਦੀ ਬਜਾਏ ਇੰਡੀਅਨ ਸਟੇਟ ਨੂੰ ਕਿਉਂ ਨਹੀਂ ਸਵਾਲ ਕਰਦੇ ਵੀ ਤੁਸੀਂ ਵੋਟਾਂ ਦੇ ਰਾਜ ਦੇ ਵਿੱਚ ਵੀ ਤੁਸੀਂ ਲੋਕਾਂ ਨੂੰ ਕਹਿੰਦੇ ਅਸੀਂ ਵੋਟ ਤੰਤਰ ਦਾ ਦਿੱਤਾ, ਹੱਕ ਦਿੱਤਾ, ਵੀ ਤੁਸੀਂ ਕਿਉਂ ਨਹੀਂ ਰੈਫਰੈਂਡਮ ਕਰਨ ਦੀ ਆਗਿਆ ਦਿੰਦੇ ਆ? ਜੇ ਤੁਸੀਂ ਆਗਿਆ ਨਹੀਂ ਦਿੰਦੇ ਫਿਰ ਤੁਸੀਂ ਆਪਣਾ ਢਕਵੰਜ ਕਿਉਂ ਰਚਾਇਆ ਵੀ ਅਸੀਂ ਲੋਕਾਂ ਨੂੰ ਵੋਟਾਂ ਦੇ ਨਾਲ ਆਜ਼ਾਦੀ ਦੇਣ ਦਾ ਹੱਕ ਦਿੰਦੇ ਆ? ਉਹ ਸਵਾਏ ਬਜਾਏ ਕਿ ਉਹਨਾਂ ਨੂੰ ਸਵਾਲ ਕਰਨਾ, ਉਹਨਾਂ 2020 ਵਾਲਿਆਂ ਨੂੰ ਕਰਨ ਲੱਗੇ ਹੋ ਆ। ਮੇਰਾ ਕਹਿਣ ਤੋਂ ਭਾਵ ਇਹਦੇ ਵਿੱਚ ਕਿਸੇ ਨੂੰ ਬਖਸ਼ਣ ਦੀ ਲੋੜ ਨਹੀਂ, ਬੇਸ਼ੱਕ ਸਾਡੀਆਂ ਸਿੱਖ ਜਥੇਬੰਦੀਆਂ ਹੋਣ, ਬੇਸ਼ੱਕ ਅਸੀਂ ਕਿਸੇ ਧੜੇ ਨਾਲ, ਬੇਸ਼ੱਕ 2020 ਵਾਲੇ ਹੋਣ। ਜੇ ਇਹ ਇਨਕਲੂਡ ਹੈ ਜਿਹੀ ਕੋਈ ਮੰਨ ਲਓ ਐਕਟੀਵਿਟੀ ਨੂੰ ਮੰਨ ਲਓ ਕਹਿੰਦੇ ਆ ਕਿਸੇ ਨੂੰ ਹਥਿਆਰਬੰਦ ਚੱਕਣ ਨੂੰ, ਇੱਥੇ ਬੰਦੇ ਬੈਠੇ ਆ, ਅਸੀਂ ਖੁਦ ਆ ਹਰਦੀਪ ਸਿੰਘ ਨਿੱਜਰ ਵਰਗੇ ਨੂੰ ਮੈਂ ਕਹਿੰਦਾ ਜੇ ਹੈਗਾ ਸਾਬਤ ਕਰਨ, ਅਸੀਂ ਖੁਦ ਉਹਨਾਂ ਦੇ ਨਾਲ ਉਹਨਾਂ ਦੇ ਵਿਰੁੱਧ ਖੜਾਂਗੇ। ਭਾਈ ਇਹਨਾਂ ਨੂੰ ਤਾਂ ਅੰਦਰ ਕਰੋ। ਸਾਡੇ ਇੱਥੇ MA MLA MP ਆ, ਸਾਰੇ ਇੱਥੇ ਹੀ ਆ। ਕੀ ਉਹਨਾਂ ਨੂੰ ਪਤਾ ਨਹੀਂ ਉਹ ਸੁੱਤੇ ਪਏ, ਜਾਂ ਇੰਡੀਆ ਇੱਥੇ ਜਿਹੜੀਆਂ ਸਾਡੀਆਂ ਸੀਸਕ ਵਗੈਰਾ ਹੈ ਜਾਂ ਸਾਡੀਆਂ ਏਜੰਸੀਆਂ ਸੁੱਤੀਆਂ ਪਈਆਂ ਵੀ ਉਹਨਾਂ ਦੇ ਵਿੱਚ ਟੈਰਰਿਸਟ ਰਹਿ ਰਹੇ ਆ? ਕਹਿਣ ਤੋਂ ਭਾਵ ਹੈ ਸਾਰੀ ਚੀਜ਼ ਨੂੰ ਸਮੁੱਚਤਾ 'ਚ ਦੇਖ ਕੇ ਸਾਨੂੰ ਦੇਖਣਾ ਚਾਹੀਦਾ। ਅਦਰਵਾਈਜ਼ ਨਹੀਂ ਤਾਂ ਜਿਹੜੇ ਵੀ ਬੰਦੇ ਸੋਸ਼ਲ ਮੀਡੀਆ, ਰੇਡੀਓ, ਟੈਲੀਵਿਜ਼ਨ ਤੇ ਆ ਕੇ ਮੇਰੇ ਸਾਡੇ ਵਰਗਾ ਕਮੈਂਟ ਕਰ ਜਾਂਦਾ ਆ, ਇਹਨਾਂ ਲੋਕਾਂ ਨੂੰ ਸਵਾਲ ਪੁੱਛਣੇ ਵੀ ਤੁਸੀਂ ਕਿਹੜੇ ਆਧਾਰ ਤੇ ਕਹਿੰਦੇ ਆ ਕਿਸੇ ਨੂੰ ਟੈਰਰਿਸਟ? ਜੇ ਨਹੀਂ ਕਹਿੰਦੇ ਤਾਂ ਇਹ ਜਿਹੜੇ ਕਹਿਣ ਵਾਲੇ ਇਹਨਾਂ ਨੂੰ ਠੋਕਿਆ ਜਾਵੇ, ਇੱਥੇ ਇਹਨਾਂ ਨੂੰ ਇਹਨਾਂ ਤੇ ਮਾਨਹਾਨੀ ਦੇ ਕੇਸ ਕੀਤੇ ਜਾਣ। ਉਹ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਚਾਹੀਦਾ ਜਿਹੜਾ ਰੇਡੀਓ ਤੇ ਟੈਲੀਵਿਜ਼ਨ ਤੇ ਆ ਕੇ ਕੋਈ ਵੀ ਕੋਈ ਪੱਤਰਕਾਰ ਆ ਜਾਂ ਕੋਈ ਇੱਥੇ ਬੈਠ ਕੇ ਉਹਨਾਂ ਨੂੰ ਗਦਾਰੀਆਂ ਦੇ ਸਰਟੀਫਿਕੇਟ ਦੇਈ ਜਾਂਦਾ, ਉਹਨਾਂ ਨੂੰ ਇਹਨਾਂ ਨੂੰ ਕਾਨੂੰਨੀ ਕਾਰਨ ਮੇਰੇ ਖਿਆਲ ਪੂਰੀ ਕਾਰਵਾਈ ਕਰਨੀ ਚਾਹੀਦੀ ਆ। ਮੈਂ ਇਹ ਨਹੀਂ ਕਹਿੰਦਾ ਵੀ 2020 ਵਾਲਿਆਂ ਦਾ ਵਿਰੋਧ ਕਰਨ ਦਾ ਹੱਕ ਆ, ਭਾਰਤੀਆਂ ਨੂੰ ਪੂਰਾ ਹੱਕ ਆ ਜੇ ਇਹ ਬੰਦੇ ਗਲਤ ਆ, ਪਰ ਤੁਸੀਂ ਕਿਸੇ ਤੇ ਝੂਠੇ ਇਲਜ਼ਾਮ ਲਾ ਕੇ ਕਿੱਦਾਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਆ? ਜੋ ਉੱਥੇ ਸਟੇਟ ਕਰ ਰਹੀ ਹੈ ਤੁਸੀਂ ਵੀ ਅਸੀਂ ਵੀ ਇੱਥੇ ਕਰ ਰਹੇ ਆ। ਜੇ ਇਹਨਾਂ ਨੂੰ 2020 ਵਾਲਿਆਂ ਨੂੰ ਹੱਕ ਆ ਤੇ ਦੂਜਿਆਂ ਨੂੰ ਵੀ ਹੱਕ ਆ ਆਪਣੀ ਸਟੇਟ ਦੇ ਹੱਕ ਦੇ ਵਿੱਚ ਖੜਨ ਦਾ। ਪਰ ਘੱਟੋ ਘੱਟ ਅਜਿਹਾ ਮਾਹੌਲ ਪੈਦਾ ਕਰਕੇ ਉੱਥੇ ਬੇਕਸੂਰਾਂ ਨੂੰ ਤੁਸੀਂ ਉਹ ਕਦੇ ਹੁਣ ਆਉਣ ਵਾਲੇ ਸਮੇਂ 'ਚ ਉਹ ਰਾਖਵੇਂ ਕਰਨ ਵਾਲੇ ਜਿਹੜੇ ਮਾੜੇ ਮੋਟੇ ਮਿਲਦੇ ਉਹ ਅੰਦਰ ਠੋਕੇ ਜਾਣੇ ਆ। ਇਹ ਸਿੱਖਾਂ ਦਾ ਤਾਂ ਸਿਰਫ ਇੱਕ ਬਹਾਨਾ ਆ। ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਠੋਕਿਆ ਜਾਣਾ ਆ ਜਿਹੜਾ ਉੱਥੇ ਕਿਸੇ ਤਰ੍ਹਾਂ ਦੀ ਭਾਵੇਂ ਬੋਲੀ ਦੀ, ਪਾਣੀ ਦੀ, ਭਾਵੇਂ ਕੋਈ ਆਪਣੀ ਨੌਕਰੀ ਬਦਲੇ, ਬੇਸ਼ੱਕ ਕਿਸੇ ਰਾਖਵੇਂ ਕਰਨ ਬਦਲੇ ਬੋਲਦਾ ਆ। ਇਹ ਸਾਰਿਆਂ ਦੇ ਲਈ ਭਵਿੱਖ ਦੇ ਵਿੱਚ UAP ਵਰਗੇ ਕਾਨੂੰਨ ਲੱਗਣੇ ਆ। ਤੇ ਮੇਰੇ ਖਿਆਲ ਨਾਲ ਵੀ ਜੇ ਤੁਹਾਡੇ ਕੋਲ ਵੀ ਕੋਈ ਕਾਲਰ ਆਉਂਦਾ ਜਾਂ ਮੇਰੇ ਵਰਗਾ ਕੋਈ ਕਿਸੇ ਦਾ ਬਣ ਕੇ ਆਉਂਦਾ ਫਿਰ ਤਾਂ ਉਹਨੂੰ ਜ਼ਰੂਰ ਪੁੱਛੋ ਵੀ ਭਾਈ ਸਾਹਿਬ ਤੁਸੀਂ ਕਿਹੜੇ ਆਧਾਰ ਤੇ ਕਹਿੰਦੇ ਆ? ਕੈਨੇਡਾ ਦੇ ਵਿੱਚ ਜਸਟਿਸ ਸਿਸਟਮ ਰਨ ਕਰਦਾ, ਹੋਰ ਬੇਸ਼ੱਕ ਇੱਥੇ ਲੱਖ ਤਰ੍ਹਾਂ ਦੀ ਕਰਪਸ਼ਨ ਹੋਵੇ, ਘੱਟ ਤੋਂ ਘੱਟ ਜੇ ਇੱਥੇ ਟੈਰਰਿਜ਼ਮ ਕੋਈ ਐਕਟੀਵਿਟੀ ਆ ਤੇ ਉਹ ਉਹਨੂੰ ਬਖਸ਼ਣ ਨਹੀਂ ਲੱਗੇ। ਉਹ ਬੰਦਾ ਕਿਸੇ ਆਧਾਰ ਤੇ ਕਵੇ ਤੇ ਉੱਥੇ ਸਿੱਧੂ ਮੂਸੇ ਵਾਲੇ ਵਰਗੇ ਤੁਹਾਡੇ ਸਾਹਮਣੇ ਸ਼ਰੇਆਮ ਜਿਹੜੇ ਸਰਕਾਰ ਦੇ ਤੌੜ ਬਣ ਕੇ ਉਹ ਜੋ ਮਰਜ਼ੀ ਕਹੀ ਜਾਣ, ਉਹ ਜੁੱਤੀ ਦੀ ਨੋਕ ਤੇ ਉਹਨਾਂ ਸੰਵਿਧਾਨ ਨੂੰ ਵੀ ਰੱਖਦੇ, ਇਹਨਾਂ ਦੀ ਏਕਤਾ ਅਖੰਡਤਾ ਨੂੰ। ਤੇ ਮੇਰੇ ਖਿਆਲ ਨਾਲ ਸਾਨੂੰ ਆਧਾਰ ਜਿਹੜਾ ਉਹ ਗੱਲ ਕਰਨੀ ਚਾਹੀਦੀ, ਬੇਲੋੜੀਆਂ ਗੱਲਾਂ ਕਰਨ ਦਾ ਫਾਇਦਾ ਨਹੀਂ। ਤੇ ਅਸੀਂ ਆਪ ਧੰਨਵਾਦੀ ਹੋਵਾਂਗੇ ਜੇ ਹਰਦੀਪ ਹੋਣਾ ਨੂੰ ਕੋਈ ਕਵੇ ਵੀ ਇਹ ਹੈਗੇ ਅੱਤਵਾਦੀ ਤੇ ਇਹਨਾਂ ਨੂੰ ਅੰਦਰ ਕਰਾਵੇ, ਤੇ ਅਸੀਂ ਆਪ ਉਹਨਾਂ ਲੋਕਾਂ ਦੇ ਨਾਲ ਖੜਾਂਗੇ ਜੇ ਕੋਈ ਸਾਬਤ ਕਰੂਗਾ। ਧੰਨਵਾਦ ਜੀ। ਬਿਲਕੁਲ ਠੀਕ। ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸੀ ਜੀ ਮੁੰਡਾ ਲਵਪ੍ਰੀਤ ਜੀ ਨੇ ਇਹ ਕੀਤੀ ਹੈ ਤੇ ਉਹਦੀ ਜਾਣਕਾਰੀ ਆਪਾਂ ਲੈ ਰਹੇ ਹਾਂ। ਰੱਤਾ ਖੇੜੇ ਕੰਟੈਕਟ ਕੀਤਾ, ਕੋਸ਼ਿਸ਼ ਕਰ ਰਹੇ ਹਾਂ। ਸਰ ਗੁਰਮੇਲ ਸਿੰਘ ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਆਉਂਦੀ ਹੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਟਾਈਮ ਮਿਲ ਸਕਦਾ ਕਿ ਨਹੀਂ ਜੀ? ਜ਼ਰੂਰ ਜੀ, ਜ਼ਰੂਰ ਜ਼ਰੂਰ।
ਬੇਨਤੀ ਇਹ ਹੈ ਕਿ ਜਿਹੜੇ ਆਪਣਾ ਤੁਸੀਂ ਕਿਹਾ ਨਾ ਵੀ ਬੀਬੀ ਵੀਰਪਾਲ ਕੌਰ ਨੇ ਆਪਣਾ ਇਹ ਕੀਤਾ, ਉਹਨੇ ਆਪਦੇ ਕੋਲੋਂ ਕੁਝ ਨਹੀਂ ਦਿੱਤਾ, ਉਹ YouTube ਤੇ ਪਿਆ ਸ਼ਸ਼ੀਕਾਂਤ ਦੀ ਰਿਪੋਰਟ। ਸਤਿ ਸ੍ਰੀ ਅਕਾਲ। ਓਕੇ, ਥੈਂਕ ਯੂ। ਮੇਰੇ ਕਹਿਣ ਦਾ ਮਤਲਬ ਇਹ ਹੈ ਜੀ, ਉਹਦੇ ਵਿੱਚੋਂ ਵੀਰਪਾਲ ਕੌਰ ਦੀ ਤਾਂ ਮੈਨੂੰ ਪਤਾ, ਸ਼ਸ਼ੀਕਾਂਤ ਦੀ ਵੀ ਮੈਂ ਸੁਣੀ ਆ ਸਾਰੀ। ਮੈਂ ਤਾਂ ਗੱਲ ਓਵਰਆਲ ਪੰਜਾਬ ਦੀ ਕਰ ਰਿਹਾ। ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਹੱਥ ਕੰਡੇ ਵਰਤ ਰਹੀਆਂ ਤੇ ਸਾਰੇ ਇੱਕ ਦੂਜੇ ਨੂੰ ਫਸਾਉਣ ਲਈ, ਅੜੰਗਣ ਲਈ, ਤੇ ਅਖੀਰ ਪੰਜਾਬ ਨੇ ਹੀ ਸੰਤਾਪ ਭੋਗਣਾ। ਇਹ ਗੱਲ ਰੌਲਾ ਹੈ। ਮੈਂ ਇਸ ਗੱਲ ਤੇ ਖੜਾ। ਧਾਲੀਵਾਲ ਸਾਹਿਬ ਲਾਈਨ ਨੰਬਰ 5 ਤੇ ਹੋ। ਸਤਿ ਸ੍ਰੀ ਅਕਾਲ ਜਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦੇਖੋ, ਕੋਈ ਸਮਾਂ ਸੀ ਬੰਦੇ ਦਾ ਧਰਮ ਵੀ ਸੀ ਤੇ ਬੰਦਾ ਆਪਣੀ ਅਣਖ ਤੇ ਵੀ ਖੜਦਾ ਸੀ, ਵਿਕਦਾ ਨਹੀਂ ਸੀ, ਨਾ ਪੈਸੇ ਨਾ ਕਿਸੇ ਲਾਲਚ, ਨਾ ਜਾਨ ਦੇ ਦਿੰਦਾ ਸੀ। ਉਹ ਦੋਏ ਕੰਮ ਹੁਣ ਚਲੇ ਗਏ ਆ ਜੀ। ਹੁਣ ਜੋ ਮਰਜ਼ੀ ਕਹੀ ਚਲੋ, ਕੋਈ ਟਰਸਟ ਨਹੀਂ ਕਿਸੇ ਅਫਸਰ ਤੇ। ਇਹ ਕੀ ਕਰੂਗਾ ਜਾਂ ਕੀ ਨਾ ਕਰੂਗਾ, ਜਾਂ ਮੈਂ ਜਿੰਨੀ ਕੁ ਹਿਸਟਰੀਆਂ ਪੜ੍ਹੀਆਂ, ਜਾਂ ਤੁਸੀਂ ਸਾਡੇ ਨਾਲ ਹਰ ਪਾਸਿਓਂ ਸਿਆਣੇ ਆ, ਸਿੱਖਾਂ ਨੇ ਜਾਣਦਿਆਂ ਬੁੱਝਦਿਆਂ ਹੋਇਆ ਸਿੱਖਾਂ ਦਾ ਥੱਲਾ ਲਵਾਇਆ। ਨਹੀਂ, ਬੁੱਕਾਂ ਪੜ੍ਹ ਲਓ। ਬਾਕੀ ਦੇਖੋ, ਜੇ ਨੌ ਸਿੱਧਾ ਲਈਏ ਨਾ, ਜੇ ਚੋਰ ਨੂੰ ਉਂਗਲੀ ਕਰਕੇ ਕਹੀਏ ਚੋਰ ਆ, ਤੇ ਉਹ ਫਿਰ ਛਿੱਤਰਾਂ ਦਾ ਘਰ ਹੋ ਜਾਂਦਾ। ਮੁਸਲਮਾਨ ਆ ਵਰਲਡ ਦੇ ਵਿੱਚ 45% ਆ ਇਹ। ਜੇ ਇਹਨਾਂ ਦਾ ਹੋਵੇ ਨਾ ਏਕਾ, ਮੈਂ ਕਹਿੰਦਾ ਵੀ ਕਹਿਣਾ ਨਹੀਂ ਮੰਗਦਾ, ਜੋ ਨਹੀਂ ਸੋ ਕਰ ਸਕਦੇ ਆ। ਪੋਲੀਟਿਕਸ ਇਹੋ ਜਿਹਾ ਆ ਕਿ ਇਹਨਾਂ ਨੂੰ ਆਪਸ ਵਿੱਚ ਹੀ ਛਿੱਤਰੋ ਛਿੱਤਰੀ ਕਰਾਈ ਜਾਂਦੇ ਆ। ਇਹਦੇ ਲਾਗੇ ਛਾਗੇ ਸਾਡੀ ਕੌਮ ਰੌਲਾ ਜਿੰਨਾ ਮਰਜ਼ੀ ਪਾਈ ਚਲੋ, ਮੈਂ ਨਾ ਸਿੱਖਾਂ ਦੇ ਖਿਲਾਫ ਆ ਤੇ ਨਾ ਇਹਨਾਂ ਦੇ ਹੱਕ ਆ। ਜੋ ਅੱਖਾਂ ਨਾਲ ਦੀਂਦਾ, ਕੰਨਾਂ ਨਾਲ ਸੁਣਦਾ, ਉਹ ਕਹਿੰਦੇ ਆ। ਇੱਕ ਨਾਲ ਦੀ ਰੀਸ ਨਹੀਂ ਹੁੰਦੀ ਜੀ। ਥੋੜੇ ਦਿਨ ਹੋਇਆ ਤੁਸੀਂ ਭਾਈ ਤਾਰੂ ਸਿੰਘ ਦੀ ਯਾਦਦਾਸ਼ਤ ਦੇ ਵਿੱਚ ਉਹਦੀ ਜੀਵਨ ਕਥਾ ਸੁਣਾਈ ਆ, ਤੇ ਬੰਦੇ ਦੇ ਰੂਹ ਕੰਡੇ ਖੜੇ ਹੋ ਜਾਂਦੇ ਆ। ਹੁਣ ਲੋਕਾਂ ਨੇ ਤੇ ਚਿਤਰਵਾ ਕੇ ਬਹਿਣਾ, ਉਹਨੂੰ ਕੁਰਸੀ ਕਹਿ ਲਓ, ਮੰਜਾ ਕਹਿ ਲਓ, ਪੀੜੀ ਕਹਿ ਲਓ, ਉਹਦੀ ਆ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਓਂਕਾਰ ਸਿੰਘ ਜੀ ਲਾਈਨ ਤੁਸੀਂ ਇੱਥੇ ਹੋ। ਹਾਂਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਦੇਖੋ ਜੀ, ਮੰਨ ਲਓ ਮੈਂ ਲੋੜਵੰਦ ਆ ਜਾਂ ਭੁੱਖਾ ਆ, ਜਾਂ ਮੈਨੂੰ ਜੀ ਨਹੀਂ ਪਿਆ, ਤੁਸੀਂ ਮੈਨੂੰ ਧੱਕੇ ਨਾ ਆ ਕੇ ਕਹੀ ਜਾਓ ਵੀ ਤੈਨੂੰ ਭੁੱਖ ਲੱਗੀ ਆ, ਤੂੰ ਖਾ ਲਾ। ਤੇਰੇ ਘਰ 'ਚ ਰਿਸਪੈਕਟ ਹੈ ਨਹੀਂ, ਤੈਨੂੰ ਅਸੀਂ ਨਵਾਂ ਘਰ ਬਣਾ ਦਿੰਦੇ ਆ। ਭਾਈ ਜੀ, ਪੰਜਾਬ 'ਚ ਚੱਲ ਜਾਓ, ਕਿਸੇ ਨਾਲ ਰੈਫਰੈਂਡਮ ਦੀ ਗੱਲ ਕਰ ਲਓ, ਕਿਸੇ ਨਾਲ ਖਾਲਿਸਤਾਨ ਦੀ ਗੱਲ ਕਰ ਲਓ। ਜੇ ਤੁਹਾਨੂੰ 1% ਤੋਂ ਵੱਧ ਬੰਦੇ ਮਿਲ ਜਾਣ, ਉਹ ਵੀ ਜਿਹੜਾ ਮਾੜਾ ਮੋਟਾ ਸੋਸ਼ਲ ਮੀਡੀਆ ਦੇ ਉੱਪਰ ਸੁਣਾ ਕੇ, ਅੱਜ ਮੰਨੋ ਜਾਂ ਨਾ ਮੰਨੋ, ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਤਾਂ ਬਹੁਤ ਚੰਗੀਆਂ ਲੱਗਦੀਆਂ। ਅੱਜ ਪੰਜਾਬ ਦੇ ਵਿੱਚ ਜਿੰਨੇ ਬੰਦੇ ਨਿਰਦੋਸ਼ ਸਿੱਖ ਚੱਕੇ ਜਾ ਰਹੇ ਆ, ਮੇਰੇ ਹਿਸਾਬ ਨਾਲ ਇਹਦੇ ਸਾਰੇ ਪਿੱਛੇ ਇਸ ਕੰਮ ਦਾ ਜਿਹੜਾ ਕਸੂਰਵੰਦ ਆ ਉਹ ਪੰਨੂ ਆ। ਉਹਦੇ ਕਰਕੇ ਸਭ ਕੁਝ ਹੋ ਰਿਹਾ। ਜੇ ਉਹ ਕਰਨਾ ਚਾਹੁੰਦਾ ਕਰੇ, ਬੜੀ ਖੁਸ਼ੀ ਨਾਲ ਕਰੇ। ਬਾਹਰਲੇ ਦੇਸ਼ਾਂ 'ਚ ਕਰ ਲਏ, ਬਾਹਰ ਆ ਕੇ ਬੰਦੇ ਬਹੁਤ ਸਿਆਣੇ ਹੋ ਜਾਂਦੇ। ਖਾਲਿਸਤਾਨ ਦੀਆਂ ਗੱਲਾਂ ਉਹਨਾਂ ਨੂੰ ਯਾਦ ਆਉਣ ਲੱਗ ਜਾਂਦੀਆਂ। ਜਾ ਕੇ ਪੰਜਾਬ 'ਚ ਕਰਨ। ਗਦਰੀ ਬਾਪੇ ਆਏ ਸੀ ਨਾ ਸਰ, ਤੁਹਾਡੇ ਏਰੀਏ 'ਚ ਆਏ ਸੀ ਮੈਨੂੰ ਲੱਗਦਾ। ਮੈਂ ਤਾਂ ਅਮਰੀਕਾ ਤੋਂ ਬੋਲ ਰਿਹਾ। ਗਦਰੀ ਬਾਪੇ ਤੁਹਾਡੇ ਏਰੀਏ 'ਚ ਆਏ ਸੀ, ਇੱਥੋਂ ਛੱਡ ਕੇ ਚੰਗੇ ਬਿਜ਼ਨਸ ਛੱਡ ਕੇ ਪੰਜਾਬ 'ਚ ਲੜਨ ਗਏ ਸੀ। ਤੇ ਪੰਨੂ ਨੂੰ ਚਾਹੀਦਾ ਜਾ ਕੇ ਪੰਜਾਬ 'ਚ ਲੜੇ, ਜਾ ਕੇ ਉੱਥੇ ਮੂਵਮੈਂਟ ਖੜੀ ਕਰੇ। ਕਿਉਂ ਲੋਕਾਂ ਦੇ ਨਿਰਦੋਸ਼ ਪੁੱਤਾਂ ਨੂੰ ਅੰਦਰ ਕਰੀ ਜਾਂਦਾ ਹੈ ਨਾ। ਮਤਲਬ ਕਿ ਲੋਕ ਗੁੰਮਰਾਹ ਹੁੰਦੇ ਆ, ਜਿਹੜੇ ਕਿ ਵਿਚਾਰੇ ਸੈਂਸਿਟਿਵ ਬੰਦੇ ਹੁੰਦੇ ਆ। ਆਪਾਂ ਕਹਿ ਦਿੰਦੇ ਅਸੀਂ ਬੜੇ ਡੈਮੋਕ੍ਰੇਟਿਕ ਤਰੀਕੇ ਨਾਲ ਅਸੀਂ ਕਰਾ ਰਹੇ ਹਾਂ। ਸਾਰੀਆਂ ਬਾਈ ਜੀ ਏਜੰਸੀਆਂ ਦੀ ਗੇਮਾਂ ਨੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਕਿਹਦੇ ਹੱਥਾਂ 'ਚ ਖੇਡਦਾ। ਸਭ ਤੋਂ ਵੱਧ ਲੋੜ ਹੈ ਅੱਜ ਤੁਹਾਨੂੰ ਖਾਲਿਸਤਾਨ ਦੀ ਨਹੀਂ, ਤੁਹਾਨੂੰ ਦੋ ਚੀਜ਼ਾਂ ਦੀ ਲੋੜ ਆ। ਜਿਹੜੀ ਸੰਸਥਾ ਤੁਹਾਨੂੰ ਚਲਾ ਰਹੀ ਹੈ, ਤੁਸੀਂ ਆਪਣੀ ਸ਼੍ਰੋਮਣੀ ਕਮੇਟੀ, ਆਪਣੇ ਜਥੇਦਾਰ ਦਾ ਯਾਦ ਕਰਾ ਲਓ। ਖਾਲਿਸਤਾਨ ਦੀਆਂ ਗੱਲਾਂ ਬਾਅਦ 'ਚ ਕਰ ਲਿਓ। ਜਿਹੜੇ ਤੁਹਾਡੇ ਸਾਰਾ ਸਿਸਟਮ, ਤੁਹਾਡੇ ਗ੍ਰੰਥ ਦਾ ਸਾਰੇ ਬਦਲ ਦਿੱਤੇ ਅਗਲਿਆਂ ਨੇ। ਤੁਸੀਂ ਖਾਲਿਸਤਾਨ ਦੀਆਂ ਗੱਲਾਂ ਭਾਲਦੇ ਹੋ ਜੀ। ਇੱਕ ਗੁਰਦੁਆਰਾ ਵਰਲਡ 'ਚ ਦਿਖਾ ਦਿਓ ਖਾਲਿਸਤਾਨ ਬਣਾ ਕੇ ਕੀ ਕਰਨਾ, ਜਿੱਥੇ ਤੁਸੀਂ ਸਰਬਸੰਮਤੀ ਨਾਲ ਪ੍ਰਧਾਨ ਚੁਣ ਕੇ ਦਿਖਾ ਦਿਓ, ਜਿੱਥੇ ਡਾਂਗ ਛੋਟਾ ਨਾ ਚੱਲਦਾ ਹੋਵੇ। ਅੱਜ ਤੁਸੀਂ ਆਪਣੇ ਵਿਊ ਦਿਓ, ਦੂਜੇ ਦਿਨ ਤੁਹਾਡੇ ਮਗਰੋਂ ਮਗਰੀ ਮੇਰੇ ਮਗਰ 10 ਕਲਰ ਆਏ ਨੇ ਵੀ ਅਸੀਂ ਇਹੀ ਤਹੀ ਦੇਣ ਵਾਸਤੇ। ਕਿਹਨੇ ਤੁਹਾਡੇ ਖਾਲਿਸਤਾਨ 'ਚ ਰਹਿਣਾ? ਕਿਹੜੀਆਂ ਗੱਲਾਂ ਕਰਦੇ ਹੋ ਜੀ? ਧੰਨਵਾਦ। ਧੰਨਵਾਦ ਜੀ। ਪੌਲ ਜੀ ਲਾਈਨ ਨੰਬਰ 3 ਤੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਮੈਂ ਕਹਿੰਦਾ ਵੀ ਇਹ ਸਾਰੀ ਡਰਾਮਾਬਾਜ਼ੀ ਜਿਹੜੀ ਕੀਤੀ ਜਾ ਰਹੀ, ਜਿਹੜੀ ਰਿਲੀਜੀਅਸ ਬੇਸ ਪੋਲੀਟੀਕਲ ਪਾਰਟੀ ਉਹਨੂੰ ਡੈਮੇਜ ਕਰਨ ਦੀ ਖਾਤਰ ਸਾਰਾ ਕੁਛ ਹੋ ਰਿਹਾ ਹੈ, ਇਹ ਤਾਂ ਕਿ ਜਿਹੜੇ ਰਿਲੀਜੀਅਸ ਜਿਹੜੇ ਮੰਡ ਲੋਕ ਇਕੱਠੇ ਨਾ ਹੋ ਸਕਣ। ਤੇ ਬਾਕੀ ਹੁਣ ਕਈ ਭਾਈ ਹੁਣ ਕਹਿੰਦੇ ਆ ਵੀ ਆਪਣੇ ਵੀ ਉੱਥੇ ਅਸੀਂ ਤਾਂ ਡੈਮੋਕ੍ਰੇਟਿਕ ਕਰਾ ਰਹੇ ਹਾਂ, ਉੱਥੇ ਕੁਬੈਕ 'ਚ ਵੀ ਹੋਇਆ, ਉੱਥੇ ਕਿਉਂ ਨਹੀਂ ਹੋਣ ਦਿੰਦੀ ਗੌਰਮੈਂਟ। ਜਦੋਂ ਗੌਰਮੈਂਟ ਪਤਾ ਵੀ ਜਿਹੜੀ ਸਾਡੀ ਪਬਲਿਕ ਹੈ ਪੰਜਾਬ ਦੇ ਵਿੱਚ, ਉੱਥੇ ਕੋਈ ਇਸ਼ੂ ਹੈਗਾ ਬੰਦੇ ਹੈ obligation to do that, right? ਪਰ ਜੇ ਉਹਨੂੰ ਲੱਗਦਾ ਵੀ ਸਾਡੇ ਵਿੱਚ ਇੰਜੈਕਟ ਕੀਤਾ ਰਿਹਾ ਕੋਈ ਆਈਡੀਓਲੋਜੀ, ਰਾਈਟ, ਫਿਰ ਦੇ ਹੈਵ ਐਵਰੀ ਰਾਈਟ ਟੂ ਡਿਫੈਂਡ ਦੇਅਰ ਕਮਿਊਨਿਟੀ, ਰਾਈਟ, ਵੀ ਤਾਂ ਕਿ ਲੋਕ ਹੋਰ ਉੱਥੇ ਉਹਨਾਂ ਦੀ ਉੱਥੋਂ ਦੀ ਕਮਿਊਨਿਟੀ ਵਾਸਤੇ ਪ੍ਰੋਬਲਮ ਖੜੀਆਂ ਕਰ ਸਕਣ। ਮੈਂ ਇਹੀ ਕਹਿਣਾ ਚਾਹੁੰਦਾ। ਧੰਨਵਾਦ ਜੀ। ਜਦ ਸਿੱਖਾਂ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ ਨਾ ਜੀ, ਜਿਹੜੀ ਕੌਮੀ ਵਿਗਾੜ ਪਏ ਨੇ ਉਹ ਚੀਜ਼ਾਂ ਬਹੁਤ ਸਾਹਮਣੇ ਆਉਂਦੀਆਂ। ਜਿਵੇਂ ਓਂਕਾਰ ਸਿੰਘ ਹੁਣੀ ਕਹਿ ਗਏ ਨੇ ਵੀ ਸਾਡੇ ਤੋਂ ਆਪਣਾ ਸੁਧਾਰ ਨਹੀਂ ਹੁੰਦਾ, ਕੁਛ ਤੁਹਾਡੀਆਂ ਇੰਟਰਨਲ ਮੈਟਰਸ ਹੁੰਦੇ ਨੇ, ਕੁਛ ਤੁਹਾਡੇ ਐਕਸਟਰਨਲ ਨੇ। ਇੱਕ ਗੱਲ ਇਹ ਜ਼ਰੂਰ ਠੀਕ ਹੈ, ਇਹ ਗੱਲ ਉਹਨਾਂ ਦੀ ਨਾਲ ਮੈਂ ਸਹਿਮਤ ਹਾਂ ਵੀ ਜੇ 4 ਭਾਈ ਨੇ, ਚਾਰੇ ਭਾਈਆਂ ਨੇ ਮੁਹਿੰਮ ਤੇ ਜਾਣਾ, ਜੇ 4 ਇਕੱਠੇ ਦੀ ਮੁਹਿੰਮ ਤੇ ਜਦ ਚੜ੍ਹਨਗੇ ਤਾਂ ਉਹ ਮੁਹਿੰਮ ਸਰ ਨਹੀਂ ਹੋਣੀ, ਖਰਾਬ ਹੋਊਗੀ। ਪਹਿਲਾਂ 4 ਦਾ ਇਤਫਾਕ ਚਾਹੀਦਾ, ਪਰ ਉਹਦਾ ਇਹ ਵੀ ਨਹੀਂ ਮਤਲਬ ਬਈ 4 ਦੀ ਬਣਦੀ ਨਹੀਂ ਤੇ ਮੂਹਰਿਓਂ ਹੜ੍ਹ ਹੈ ਜਿਹੜਾ ਉਹ ਤੁਹਾਡੀਆਂ ਬਰੂਹਾਂ ਟੱਪਦਾ ਫਿਰਦਾ, ਜਿਹਦੀ ਉਹਦੇ ਚੋਂ ਇੱਕ ਵੀ ਹੋ ਸਕਦਾ 4 ਦੀ ਨਾ ਬਣੇ, ਪਰ 4 ਥੈਲੇ ਭਰ ਕੇ ਰੇਤੇ ਦੇ ਮੂਹਰੇ ਦਰਵਾਜ਼ੇ ਤੇ ਲਾ ਸਕਦੇ ਆ, ਅੱਡ ਅੱਡੇ ਬਿਨਾਂ ਗੱਲ ਕਰੇ। ਇਹ ਠੀਕ ਹੈ ਗੱਲ, ਇਹ ਆਪਸ ਵਿੱਚ ਨਹੀਂ ਬਣਦੀ। ਜਿਹੜੀ ਰਹੀ ਗੱਲ ਪੰਜਾਬ ਦੀ, ਪੰਜਾਬ ਦੇ ਵਿੱਚ ਇਸ ਲਈ ਕੋਈ ਹਾਂ ਕਰਦਾ ਜਾਂ ਨਹੀਂ ਕਰਦਾ, ਉਹਦਾ ਸਮਾਂ ਆਪਾਂ ਵੇਖਿਆ 70 ਤੋਂ ਲੈ ਕੇ 94 ਤੱਕ। ਝੰਡਾ ਤਾਂ ਮੋਢੇ ਤੇ ਇਕੱਲੇ ਸੰਤ ਜਰਨੈਲ ਸਿੰਘ ਨੇ ਰੱਖਿਆ 78 'ਚ, ਬਾਕੀ ਪਿੰਡਾਂ 'ਚ ਇਕੱਲੇ 'ਚ ਜਾ ਕੇ ਨਹੀਂ ਉਹਨਾਂ ਨੇ ਕਿਹਾ ਸੀ ਤੁਰਨ ਨੂੰ। ਹਾਂ, ਇਹ ਠੀਕ ਹੈ ਕਿ ਮਿਲਗੋਭਾ ਜਿਹੜਾ ਜਿੱਥੇ ਠੀਕ ਹੈ ਪੰਨੂ ਦੀ ਇਹ ਮੁਹਿੰਮ ਖਰਾਬ ਹੋ ਸਕਦੀ ਹੈ, ਪਰ ਭਾਰਤ ਦਾ ਚਿਹਰਾ ਵੀ ਨੰਗਾ ਹੋਇਆ ਜਿਹੜਾ ਕਹਿੰਦਾ ਸੀ ਵੀ 9 ਹਥਿਆਰਬੰਦ ਸੰਘਰਸ਼ ਮਾੜੇ ਨੇ, ਗੋਲੀ ਦਾ ਬਦਲਾ ਬੁਲਟ ਫਾਰ ਬੁਲਟ ਰੁਬੈਰੋ ਕਹਿੰਦਾ ਸੀ। ਹੁਣ ਤਾਂ ਵੋਟਾਂ ਹੀ ਪੈਂਦੀਆਂ ਨੇ, ਫਿਰ ਜੇ ਡਰ ਹੈ ਨਹੀਂ ਕੋਈ ਉੱਥੇ ਵੋਟਾਂ 'ਚ ਪਾਉਣ ਵਾਲਾ ਕੋਈ ਨਹੀਂ। ਓਂਕਾਰ ਸਿੰਘ ਜੀ ਫਿਰ ਕਹੋ ਮਾੜਾ ਜਿਹਾ ਖੋਲਣ ਤਾਂ ਸਹੀ, ਪਵਾਉਣ ਤਾਂ ਦੇਣ। ਫਿਰ ਜੇ ਤੁਹਾਡੀ ਕੋਈ ਸੁਣਦਾ ਗਿਣਦਾ ਮਾੜਾ ਜਿਹਾ ਇਹ ਕਹੋ ਵੀ ਕੋਈ ਗੱਲ ਨਹੀਂ, ਜੇ ਨਹੀਂ ਸਾਡੇ ਉਹਦੇ ਹੱਕ 'ਚ ਕੋਈ ਨਹੀਂ ਤੇ ਮਾੜਾ ਜਿਹਾ ਖੋਲਣ ਦੇਣ, ਵੋਟਾਂ ਪਵਾਉਣ ਤਾਂ ਦੇਣ, ਬਣਨ ਤਾਂ ਦੇਣ। ਫਿਰ ਮੁੜ ਕੇ ਗਾਂ ਨੂੰ ਅੱਜ ਕੋਈ ਗੁਰਪਤਵੰਤ ਪੰਨੂ ਆ, ਕੱਲ ਨੂੰ ਕੋਈ ਹੋਰ ਆਊਗਾ, ਕੱਲ ਨੂੰ ਕੋਈ ਤੁਰੂ ਨਹੀਂ ਫਿਰ ਇਹਦੇ ਬਾਰੇ, ਕਿ ਇਹ ਵੀ ਗੱਲ ਹੈ। ਜਗਮੇਲ ਸਿੰਘ ਜੀ, ਲਾਈਨ ਨੰਬਰ 2। ਜਸਵੀਰ ਸਿੰਘ ਜੀ, ਲਾਈਨ ਨੰਬਰ 4। ਹਾਂਜੀ ਗਿੱਲ ਸਾਹਿਬ, ਭਾਈ ਸਾਹਿਬ ਅਮਰੀਕਾ ਤੋਂ ਫੋਨ ਕਰਦੇ ਸੀ। ਉਹ ਕਹਿੰਦੇ ਕਿ ਤੁਸੀਂ ਤੁਹਾਡੇ ਗ੍ਰੰਥ ਬਦਲ ਦਿੱਤੇ, ਤੁਸੀਂ ਤੁਹਾਡਾ ਸਾਰਾ ਕੁਝ ਚੇਂਜ ਕਰ ਦਿੱਤਾ। ਤੇ ਮੈਨੂੰ ਇਹ ਸਮਝ ਲੱਗਦੀ ਫੇ ਕਰੀਏ ਕੀ ਅਸੀਂ? ਤੇ ਗ੍ਰੰਥ ਬਦਲ ਦਿੱਤੇ, ਚੁੱਪ ਕਰ ਜਾਈਏ? ਮੁੰਡੇ ਚੱਕ ਕੇ ਜੇਲਾਂ 'ਚ ਚੁੱਪ ਕਰ ਜਾਈਏ? ਕੀ ਕਰੀਏ ਕੀ ਅਸੀਂ? ਤੇ ਆਪਣੇ ਗਦਰੀ ਬਾਬਿਆਂ ਦੀ ਗੱਲ, ਦੁਆਬੇ 'ਚ ਬੜੇ ਗਦਰੀ ਬਾਬੇ ਇੱਥੋਂ ਗਏ ਤੇ ਟਾਈਮ ਚੇਂਜ ਹੋ ਗਿਆ ਬਹੁਤ। ਉਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਆਪਣੇ ਚਲ ਗਏ ਬੰਦੇ, ਤੇ ਹੁਣ ਡੈਮੋਕ੍ਰੇਸੀ ਆ, ਡੈਮੋਕ੍ਰੈਟਿਕ ਤਰੀਕੇ ਨਾਲ ਇੰਡੀਆ ਬੰਦੇ ਬੈਠੇ ਆ। ਸਿਮਰਜੀਤ ਸਿੰਘ ਮਾਨ ਹੁਣੀ ਖਾਲਿਸਤਾਨ ਮੰਗੀ ਜਾਂਦੇ ਆ, ਤੇ ਜੇ ਪੰਨੂ ਨੇ ਡੈਮੋਕ੍ਰੈਟਿਕ ਤਰੀਕੇ ਨਾਲ ਕੀਤਾ ਤੇ ਉਹ ਮੁੰਡੇ ਚੱਕਣੇ ਸ਼ੁਰੂ ਕਰਤੇ, ਫਿਰ ਕਰੀਏ ਕੀ ਅਸੀਂ? ਫਿਰ ਘਰ ਬਹਿ ਜਾਈਏ ਚੁੱਪ ਕਰਕੇ? ਫਿਰ ਕਰੀ ਜਾਣ ਦਿਓ ਉਹਨਾਂ ਨੂੰ ਜੋ ਮਰਜ਼ੀ। ਉਹ ਅਮਰੀਕਾ ਤੋਂ ਭਾਈ ਸਾਹਿਬ ਫੋਨ ਕਰਦੇ ਆ ਵੀ ਇਹ ਪੰਨੂ ਇੰਡੀਆ ਜਾਵੇ। ਉਹ ਡਾਕਟਰ ਅਮਰਜੀਤ ਸਿੰਘ ਨੇ ਗੱਲ ਬੜੀ ਕੀਤੀ ਸੀ, ਕਹਿੰਦਾ ਵੀ ਜਾਂ ਤਾਂ ਫਿਰ ਲਿਖੋ, ਉਹ ਸਾਡੇ ਨਾਲ ਐਗਰੀਮੈਂਟ ਕਰਨ, ਅਸੀਂ ਬਹਿੰਦੇ ਆ ਜਾ ਕੇ, ਬੰਦੇ ਭੇਜਦੇ ਆ ਕਰਨ ਗੱਲ ਸਾਡੇ ਨਾਲ। ਤੇ ਹੁਣ ਬੰਦੇ ਉੱਠ ਕੇ ਚੱਲ ਜਾਣ, ਉਹਨਾਂ ਨੇ ਚੱਕ ਦੇਣੇ ਜਾਂਦੇ ਹੀ। ਉਹ ਬੜੀ ਵੱਡੀ ਤਾਕਤ ਆ, ਤੇ ਅਸੀਂ ਆਪਣੇ ਹੱਕ ਵੀ ਨਹੀਂ ਮੰਗ ਸਕਦੇ।
ਤੇ ਇਹ ਜਿਹੜੀਆਂ ਗੱਲਾਂ ਐ ਉੱਠ ਕੇ ਕਰਦੇ ਆ ਨਾ, ਤੇ ਇਹ ਤਾਂ ਜੇ ਹੁਣ ਪੰਨੂ ਦੀ ਗੱਲ ਆ, ਮੈਂ ਏਦਾਂ ਇਹ ਜ਼ਰੂਰ ਕਹਿਣਾ ਵੀ ਚਲੋ ਉਹਨਾਂ ਨੂੰ ਇੰਨਾ ਤਾਂ ਪਤਾ ਹੋਵੇ ਨਾ ਤੇ ਹਾਂ ਸਿੱਖ ਜਾਗਦੇ ਆ ਵੀ ਤੁਸੀਂ ਸਾਡੇ ਨਾਲ ਧੱਕਾ ਕਰਦੇ ਆ, ਕਰੀ ਜਾਓ, ਪਰ ਸਿੱਖ ਜਾਗਦੇ ਆ, ਆਪਣੇ ਹੱਕ ਮੰਗਦੇ ਆ। ਓਕੇ ਜੀ ਗਿੱਲ ਸਾਹਿਬ, ਧੰਨਵਾਦ ਜੀ, ਬਹੁਤ ਬਹੁਤ। ਬੜਾ ਸੰਵੇਦਨਸ਼ੀਲ ਮਸਲਾ ਜੀ। ਸਡਨ ਕਾਲਰ ਆਉਂਦੇ ਆ ਤੇ ਫੇਰ ਨਹੀਂ, ਬਹੁਤ ਦਿਨ ਆਉਣੇ, ਫੇਰ ਆਉਣਗੇ। ਗਦਰੀ ਬਾਬੇ ਕੈਨੇਡਾ ਚੋਂ ਨਹੀਂ ਸੀ ਗਏ ਓਮਕਾਰ ਸਿੰਘ ਜੀ, ਤੁਹਾਡੇ ਦੇਸ਼ ਚੋਂ ਗਏ ਸੀ। ਜਾ ਕੇ ਕਦੇ ਟਾਈਮ ਕੱਢਿਓ ਤੇ ਦੇਖਿਓ ਸੈਨ ਫਰਾਂਸਿਸਕੋ ਤੋਂ ਸਟਾਕਟਨ ਦਾ ਏਰੀਆ ਵੀ ਗਦਰੀ ਬਾਬੇ ਰਹਿੰਦੇ ਕਿੱਥੇ ਸੀ। ਐਸਟੋਰੀਆ ਆਇਓ ਜਿੱਥੇ ਕਰਤਾਰ ਸਿੰਘ ਸਰਾਭਾ ਰਹਿ ਕੇ ਗਿਆ। ਸਾਡੇ ਉਹ ਤਾਂ ਗਏ ਨੇ। ਸ਼ੁਰੂਆਤ ਗਦਰ ਪਾਰਟੀ ਦੀ ਤੁਹਾਡੇ ਦੇਸ਼ ਚੋਂ ਹੋਈ ਹੈ। ਹਾਂ, ਫਰਕ ਹੋ ਜਾਂਦਾ ਬੰਦਿਆਂ ਦਾ ਸਮੇਂ ਦੇ ਨਾਲ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਵੀਰ ਜੀ। ਸਿੰਘ ਸਾਹਿਬ, ਦੇਖੋ ਮੈਂ ਖਾਲਿਸਤਾਨ ਦੀ ਸਦਾ ਹੀ ਸਪੋਰਟ ਕੀਤੀ ਹੈ। ਇੱਥੇ ਬਹਿ ਕੇ ਗੱਲਬਾਤ ਕਰਦੇ ਹਾਂ। ਤਾਂ ਮੈਂ ਅਮਰੀਕਾ ਗਿਆ ਸੀ, ਸਟਾਕਟਨ ਗੁਰੂ ਘਰ ਵਿੱਚ, ਜਿੱਥੇ ਕਰਤਾਰ ਸਿੰਘ ਸਰਾਭੇ ਦੀ ਪ੍ਰੈਸ ਪਈ ਆ। ਉੱਥੇ ਪ੍ਰੈਸ ਦੇ ਕੋਲ ਖੜ ਕੇ ਇੱਕ ਵਾਰੀ ਫੇਰ ਦੁਬਾਰਾ ਇਹੋ ਅਹਿਦ ਕੀਤਾ ਸੀ ਵੀ ਇਹ ਜਿਹੜਾ ਆ ਕਰਤਾਰ ਸਿੰਘ ਸਰਾਭੇ ਹੋਣਾ, ਸਾਡੇ ਜਿਹੜੇ ਪੁਰਖਿਆਂ ਨੇ ਜਿਹੜਾ ਅਹਿਦ ਕੀਤਾ ਸੀ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣਾ ਆ, ਉਹ ਅਧੂਰੇ ਜਿਹੜਾ ਸੰਘਰਸ਼ ਆ ਉਹਨੂੰ ਅਸੀਂ ਪੂਰਾ ਕਰਾਂਗੇ। ਇਸ ਗੱਲ ਦਾ ਅਸੀਂ ਅਹਿਦ ਕਰਦੇ ਹਾਂ। ਸੋ ਜਿਹੜੀ ਇਹੋ ਗੱਲ ਵੀ ਕਿੱਥੋਂ ਕੇਨ ਕੀਤਾ, ਕਿੱਦਾਂ ਕੀਤਾ, ਇਹ ਮਸਲਾ ਇਹ ਨਹੀਂ ਹੈਗਾ। ਗੱਲ ਆ ਕੋਈ ਗੱਲ ਕਰ ਰਿਹਾ ਆ, ਜੇ ਕਿਸੇ ਨੂੰ ਕੋਈ ਕੰਸਰਨ ਹੈਗੀ ਆ ਤਾਂ ਗੱਲ ਕਰ ਰਹੇ ਆ। ਹੁਣ ਜਿਹੜਾ ਰੈਫਰੈਂਡਮ ਦੀ ਗੱਲ ਆ, ਇੱਕ ਗੱਲ ਇਹ 'ਚ ਸਮਝਣ ਵਾਲੀ ਗੱਲ ਆ ਜੀ। ਦੇਖੋ, ਰੈਫਰੈਂਡਮ ਕੋਈ ਉਹ ਇਹ ਨਹੀਂ ਕਹਿ ਰਿਹਾ ਵੀ ਅਸੀਂ ਕੋਈ ਗੋਲੀ ਚਲਾਉਣੀ ਆ। ਉਹ ਬੇਸ਼ੱਕ ਉਹ ਰੈਫਰੈਂਡਮ ਹੋ ਸਕਦਾ, ਨਹੀਂ ਹੋ ਸਕਦਾ, ਉਹ ਮੈਨੂੰ ਨਹੀਂ ਉਹਦੀ ਸਮਝ ਹੈਗੀ। ਪਰ ਇੱਕ ਗੱਲ ਦੀ ਜ਼ਰੂਰ ਸਮਝ ਹੈਗੀ ਆ ਵੀ ਉਹ ਜੋ ਵੀ ਕਹਿ ਰਹੇ ਆ ਉਹ ਇੱਕ ਵੋਟ ਦੀ ਗੱਲ ਕਰ ਰਹੇ ਆ। ਜਿਹੜਾ ਹਰ ਇੱਕ ਡੈਮੋਕ੍ਰੇਸੀ 'ਚ ਜਿਹੜਾ ਵਿਸ਼ਵਾਸ ਕਰਨ ਵਾਲਾ ਜੇ ਕੋਈ ਵੀ ਹੈਗਾ ਆ, ਉਹਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਵੀ ਜਿਹੜਾ ਰੈਫਰੈਂਡਮ ਆ ਕਦੀ ਬੰਦੂਕਾਂ ਨਾਲ ਨਹੀਂ ਹੁੰਦਾ, ਉਹ ਤਾਂ ਨਾ ਡਾਂਗਾ ਸੋਟਿਆਂ ਨਾਲ, ਇਹਦੇ ਇੱਕ ਵੋਟ ਪੈਣੀ ਆ। ਤੇ ਜੇ ਉਸ ਗੱਲ ਨੂੰ ਵੀ ਇੱਕ ਇਸ਼ੂ ਬਣਾ ਕੇ ਜਦ ਉੱਥੇ ਦਾ ਜਿਹੜਾ ਹਿੰਦੁਸਤਾਨ ਦਾ ਜਿਹੜਾ ਸੁਪਰੀਮ ਕੋਰਟ ਆ ਉਹ ਇਹ ਕਹਿੰਦਾ ਆ ਵੀ ਜਿਹੜਾ ਲੋਕਾਂ ਨੂੰ ਖਾਲਿਸਤਾਨ ਕਹਿਣ ਦਾ ਹੱਕ ਹੈਗਾ ਹੈ, ਤੇ ਉਸ ਦੇਸ਼ 'ਚ ਜੇ ਫੇ ਖਾਲਿਸਤਾਨ ਕਹਿਣ ਤੇ ਜੇ ਕੋਈ ਕੇਸ ਕੀਤਾ ਜਾਂਦਾ ਤਾਂ ਉਹ ਦੇਸ਼ 'ਚ ਜਿਹੜੇ ਆਪਣੇ ਉਹ ਸੰਵਿਧਾਨ ਦੇ ਜਿਹੜੇ ਧੱਜੀਆਂ ਉਡਾ ਰਹੇ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਭਰਾ ਆ ਕੇ ਉਸ ਦੇਸ਼ ਦੀ ਕਿੱਦਾਂ ਤਰਫਦਾਰੀ ਕਰਦੇ ਆ। ਜਿਹੜੇ ਆਪਣੇ ਸੰਵਿਧਾਨ ਨੂੰ ਵੀ ਨਹੀਂ ਮੰਨਦੇ, ਉਹਨਾਂ ਦੀ ਇਹੋ ਤਰਫਦਾਰੀ ਕਰਨ ਦਾ, ਤੇ ਜਿਹੜਾ ਆਪਣੇ ਹੱਕ ਲੈਣ ਦੀ ਕੋਈ ਗੱਲ ਕਰਦੇ ਆ, ਇਹ ਉਹਨਾਂ ਨੂੰ ਆ ਕੇ ਕੰਡੈਮ ਕਰਦੇ ਆ। ਇੱਕ ਪਾਸੇ ਤਾਂ ਕਹਿੰਦੇ ਆ ਵੀ ਤੁਹਾਡੇ ਗ੍ਰੰਥ ਬਦਲ ਦਿੱਤੇ, ਤੁਹਾਡਾ ਸਭ ਕੁਝ ਬਦਲ ਦਿੱਤਾ, ਤੁਹਾਡੇ ਜਿਹੜੇ ਆ ਨਿਰਦੋਸ਼ ਭਰਾ ਆ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਦਿੱਤਾ ਜਾ ਰਿਹਾ। ਤੇ ਦੂਸਰੇ ਪਾਸੇ ਕਹਿੰਦੇ ਵੀ ਤੁਸੀਂ ਗੱਲ ਕਾਹਤੇ ਕਰਦੇ ਆ ਆਜ਼ਾਦੀ ਦੀ। ਮੈਨੂੰ ਸਮਝ ਨਹੀਂ ਆਉਂਦੀ ਉਹ ਕਹਿਣਾ ਕੀ ਚਾਹੁੰਦੇ ਆ, ਕਿ ਇਹਨਾਂ ਦੇ ਦਿਲਾਂ 'ਚ ਕਿਹੜੀ ਗੱਲ ਹੈਗੀ ਆ। ਇਹ ਕੀ ਇਹ ਗੁਲਾਮੀ ਤੋਂ ਇੰਨਾ ਜ਼ਿਆਦਾ ਇੰਨਾ ਪ੍ਰਭਾਵ ਪੈ ਗਿਆ ਉਹ ਵੀ ਇਹਨਾਂ ਨੂੰ ਸਮਝ ਨਹੀਂ ਹੈਗਾ ਵੀ ਉਹ ਜਿੱਦਾਂ ਕਹਿੰਦੇ ਜੇ ਪਸ਼ੂ ਨੂੰ ਤੁਸੀਂ ਛੱਡ ਵੀ ਦਿਓ, ਜਿਹੜਾ ਸੰਗਲ ਨਾਲ ਚੱਲਦਾ ਬੰਨਿਆ ਹੁੰਦਾ, ਉਹ ਘੁੰਮ ਘੁਮਾ ਕੇ ਆ ਕੇ ਮੁੜ ਕੇ ਕਿੱਲੇ ਤੇ ਖੜ ਜਾਂਦਾ ਕਿ ਸਾਡੀ ਹਾਲਾਤ ਉਪਜਾ ਹੋ ਗਏ ਹੈਗੇ ਆ। ਸੋ ਹੋਰ ਕਿਆ ਸਾਨੂੰ ਸੋਚਣਾ ਚਾਹੀਦਾ। ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆ, ਸੋਸ਼ਲ ਮੀਡੀਆ ਤੇ ਵਕੀਲ ਲਖਨਪਾਲ ਤੇ ਸਰਦਾਰ ਸਿਮਰਨਜੀਤ ਸਿੰਘ ਵਕੀਲ ਸਾਹਿਬ ਦਾ ਜਿਹੜਾ ਇੱਕ ਚੈਨਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਣਾਇਆ ਹੈ ਨਾ, ਜਿਹੜੇ ਵੀ ਭਰਾ ਉੱਥੇ ਜਿਨ੍ਹਾਂ ਨੂੰ ਇਹਨਾਂ ਦੇ ਕਰਕੇ ਫੜਿਆ ਜਾ ਰਿਹਾ ਉਹ ਪਹੁੰਚ ਕਰਨ ਉਹਨਾਂ ਤੱਕ, ਤਾਂ ਕਿ ਉਹਨਾਂ ਦੀ ਕੇਸਾਂ ਦੀ ਕਾਰਵਾਈ ਕੀਤੀ ਜਾ ਸਕੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰਫਤਿਹ ਜੀ। ਸਰ ਜਗਮੇਲ ਸਿੰਘ ਜੀ, ਲਾਈਨ ਨੰਬਰ 2 ਤੇ ਹੋ। ਹਾਂਜੀ ਸਿੰਘ ਸਾਹਿਬ ਜੀ, ਗੁਰਫਤਿਹ। ਗੁਰਫਤਿਹ ਜੀ। ਮੈਂ ਇਹ ਤਾਂ ਗੱਲ ਕਹਿਣਾ ਹੀ ਚਾਹੁੰਦਾ ਕਿ ਜੇ 2020 ਦੀ ਗੱਲ ਹੋਈ ਹੈ, 2020 ਦਾ ਇਸ਼ਤਿਹਾਰ ਲਾਉਣ ਦੇ ਨਾਲ ਨਾ ਉਹ ਬੰਬ ਹੈ, ਨਾ ਉਹ ਜੈਟ ਫਾਈਟਰ ਹੈ, ਤੇ ਨਾ ਉਹ ਕੋਈ ਟੈਂਕ ਹੈ ਜਿਹੜਾ ਕਿ ਦੂਜੇ ਵਾਸਤੇ ਖਤਰਾ ਪੈਦਾ ਹੋ ਜੂ। ਇੱਕ ਜਾਣ ਬੁੱਝ ਕੇ ਇੱਕ ਚੀਜ਼ ਬਣਾਈ ਗਈ, ਸਰਕਾਰ ਨੂੰ ਇੱਕ ਬਹਾਨਾ ਮਿਲ ਗਿਆ। ਇਦੋਂ ਖਤਰਨਾਕ ਚੀਜ਼ ਜਿਹੜੀ ਸਭ ਤੋਂ ਅਸੀਂ ਸੋਚੀ ਨਹੀਂ, ਉਹ ਇਹ ਹੈ ਕਿ 15 ਅਗਸਤ ਸੰਨ 47 ਸਿੱਖ ਕੌਮ ਦਾ 40% ਜਿਹੜੀ ਸਾਡੀ ਉਹ ਲਹਿੰਦਾ ਪੰਜਾਬ ਛੱਡ ਕੇ ਇੱਧਰ ਨੂੰ ਆਏ ਤੇ ਬੜਾ ਵੱਡਾ ਨੁਕਸਾਨ ਹੋਇਆ। ਕਿੰਨਾ ਜਾਨੀ ਤੇ ਕਿੰਨਾ ਮਾਲੀ ਨੁਕਸਾਨ ਹੋਇਆ।
ਔਰ ਉਦੋਂ ਬਾਅਦ ਸਮੇਂ ਦੀ ਹਕੂਮਤ ਨੇ, ਨਹਿਰੂ ਹਕੂਮਤ ਨੇ ਪੰਜਾਬ ਦਾ ਪਾਣੀ ਵੱਧ ਤੋਂ ਵੱਧ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਡੈਮ ਔਰ ਪਾਣੀ ਉਹ ਸਾਰਾ ਉਹਨਾਂ ਦੇ ਅਧੀਨ ਹੈ ਔਰ ਇੱਥੇ ਦਾ ਪੰਜਾਬ ਦਾ ਪਾਣੀ ਰਣ ਕੱਛ ਤੱਕ ਲਿਜਾਣ ਦੀ ਗੱਲ ਜਾ ਰਹੀ ਹੈ। ਔਰ ਜਿੱਥੇ ਕਿਤੇ ਵੀ ਸਿੱਖ ਆਬਾਦ ਹੋ ਗਏ, ਚਾਹੇ ਦਿੱਲੀ ਹੋ ਗਈ, ਚਾਹੇ ਗੁਜਰਾਤ ਵਿੱਚ ਹੋ ਗਏ, ਤੇ ਚਾਹੇ ਅਸਾਮ ਵਿੱਚ ਹੋ ਗਏ, ਚਾਹੇ ਮੱਧ ਪ੍ਰਦੇਸ਼ ਹੋ ਗਏ, ਉਹਨਾਂ ਨੂੰ ਉਜਾੜਿਆ ਗਿਆ ਔਰ ਉਜਾੜਨ ਦੀ ਸਕੀਮ ਅਜੇ ਵੀ ਸਾਹਮਣੇ ਹੈ। ਔਰ ਪੰਜਾਬ ਦਾ ਪਾਣੀ ਜਿਹੜਾ ਜਿਸ ਤਰ੍ਹਾਂ ਉਹਦੀ ਦੁਰਵਰਤੋਂ ਹੋ ਰਹੀ ਹੈ, ਜਿੰਨਾ ਜ਼ਿਆਦਾ ਪਾਣੀ ਚਲੋ ਖੇਤੀ ਵਾਸਤੇ ਤਾਂ ਜ਼ਰੂਰੀ ਹੈ ਔਰ ਸ਼ਹਿਰਾਂ ਵਿੱਚ ਮੋਟਰਾਂ ਲੱਗੀਆਂ, ਲੋਕ ਕੰਧਾਂ ਢੋਂਦੇ ਆਪਦੀਆਂ ਧੋਂਦੇ ਨੇ ਤੇ ਫਰਸ਼ ਧੋਂਦੇ ਆ, ਤਾਂ ਉਹ ਜਿਸ ਤਰ੍ਹਾਂ ਪਾਣੀ ਦੀ ਵਰਤੋਂ ਹੋ ਰਹੀ ਹੈ, ਪਾਣੀ ਬਗੈਰ ਤਾਂ ਕਹਿੰਦੇ ਵੀ ਉੱਲੂ ਵੀ ਨਹੀਂ ਬੋਲੇਗਾ, ਕਿਉਂਕਿ ਉੱਲੂ ਨੂੰ ਵੀ ਪਾਣੀ ਦੀ ਜ਼ਰੂਰਤ ਹੈ। ਔਰ ਪੰਜਾਬ ਵਾਲਿਆਂ ਨਾਲ ਇਹ ਹਾਲ ਹੋਊਗਾ ਕਿ ਜਿਹੜੇ ਬਿਹਾਰ ਵਾਲੇ ਜਾਂ ਯੂਪੀ ਵਾਲੇ ਅੱਜ ਇੱਥੇ ਸੀਵੀ ਰੱਖਦੇ ਆ ਕੇ ਸਾਡੇ ਨਾਲ, ਸਾਨੂੰ ਆਪਦੀ ਰੋਟੀ ਦੀ ਭਾਲ ਵਿੱਚ ਇੱਥੋਂ ਜਾਣਾ ਪਊਗਾ, ਕਿਉਂਕਿ ਪਾਣੀ ਖਤਮ ਹੋ ਗਿਆ ਤਾਂ ਸਾਡਾ ਉਜਾੜਾ ਪੱਕਾ ਹੈ। ਔਰ ਉੱਥੇ ਦੇ ਜਿਹੜੇ ਬਾਕੀ ਮੁਸਲਮਾਨ ਨੇ, ਈਸਾਈ ਨੇ, ਹਿੰਦੂ ਹੈ, ਪਾਣੀ ਤਾਂ ਇਹ ਚੁੱਪਚਾਪ ਰਹਿਣ ਨਾਲ ਸਾਡਾ ਨੁਕਸਾਨ ਬੜਾ ਹੋ ਗਿਆ ਔਰ ਬੜਾ ਸਾਹਮਣੇ ਹੈ। ਇਹ ਸਾਨੂੰ ਸਮਝਣਾ ਪਏਗਾ। ਔਰ ਲਾਸਟ ਅਸਾਲਟ ਫਿਲਮ ਦੇਖ ਲੈਣ ਲੋਕ ਘਰੋਂ ਘਰੀ YouTube ਤੇ, ਪਤਾ ਲੱਗ ਜੂ ਸਾਡੇ ਨਾਲ ਕੀ ਹੋ ਰਿਹਾ। ਥੈਂਕ ਯੂ। ਥੈਂਕ ਯੂ। ਸ਼ਾਹ ਗੁਰਪ੍ਰੀਤ ਸਿੰਘ, ਲਾਈਨ ਨੰਬਰ 3। ਗੁਰਪ੍ਰੀਤ ਸਿੰਘ ਜੀ। ਸੁਖਦੇਵ ਸਿੰਘ ਜੀ, ਲਾਈਨ ਨੰਬਰ 4। ਲਾਲ ਸਿੰਘ ਜੀ, ਲਾਈਨ ਨੰਬਰ 5। ਹੈਲੋ, ਹਾਂਜੀ ਗਿੱਲ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ। ਦੇਖੋ ਭਾਈ ਸਾਹਿਬ ਗੱਲ ਕੀਤੀ ਸੀ ਵੀ ਦੇਖੋ ਸਾਡੇ ਤੋਂ ਸ਼੍ਰੋਮਣੀ ਕਮੇਟੀ ਨੂੰ ਯਾਦ ਹੁੰਦੀ, ਸਾਡੇ ਗੁਰਦੁਆਰੇ 'ਚ ਇਲੈਕਸ਼ਨ ਦੇਖੋ ਕੀ ਹਾਲ ਹੁੰਦਾ। ਗੱਲਾਂ ਤਾਂ ਉਹਨਾਂ ਦੀਆਂ ਸੱਚੀਆਂ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਦੇਸ਼ ਦਾ ਹਾਕਮ ਇੰਨਾ ਸ਼ਾਤਰ ਆ, ਉਹ ਸਾਨੂੰ ਸਮਝਣ ਹੀ ਨਹੀਂ, ਸਮਝ ਆਉਣ ਹੀ ਨਹੀਂ ਦੇਣ ਰਿਹਾ। ਹੁਣ ਤੁਸੀਂ ਦੇਖੋ ਆਹ ਕਿੰਨਾ ਸਾਫ਼ ਸੁਥਰਾ ਮੁਲਕ ਹੈ, ਤੁਹਾਨੂੰ ਪਤਾ ਵੀ ਇਲੈਕਸ਼ਨ ਲੜਨੀ ਕਿੰਨੀ ਔਖੀ ਹੈ। ਅੱਛਾ 84 ਤੋਂ ਬਾਅਦ ਦੇਖੋ ਕਿੰਨਾ, ਦੇਖੋ ਬਹੁਤ ਰੋਹ ਸੀ ਸਿੱਖਾਂ 'ਚ, ਉਹਨੂੰ ਕਨਵਰਟ ਦੇਖੋ ਕਿੱਦਾਂ ਕੀਤਾ ਹਾਕਮ ਨੇ। ਦੇਖੋ ਸਾਡੀ ਇੱਥੇ ਦਾ ਆਪਣੀ ਵਿਮਲ ਕੌਰ ਖਾਲਸਾ ਖਾੜਕੂ ਦੀ ਵਾਈਫ, ਧਿਆਨ ਸਿੰਘ ਮੰਡ, ਸਿਮਰਜੀਤ ਸਿੰਘ ਮਾਨ। ਅੱਛਾ ਜੀ, ਕਿਹੜੇ ਤਰੀਕੇ ਨਾਲ ਦੇਖੋ ਸਿਮਰਜੀਤ ਮਾਨ ਉਧਰ ਭਾਗਲਪੁਰ ਜੇਲ੍ਹ 'ਚ ਸ਼ੇਰ ਦੇ ਨਹੁੰ ਖਿੱਚੇ ਗਏ, ਫਲਾਨਾ ਧਮਕੜਾ, ਦੇਖੋ ਕੀ ਕੁਛ ਹੋਇਆ। ਹਾਂਜੀ ਗੱਲਾਂ ਚੱਲੀਆਂ ਨਾ। ਦੇਖੋ ਉਹਨਾਂ ਨੂੰ ਇਲੈਕਸ਼ਨ ਕਿਹਨੇ ਲੜਾਈ, ਉਹਨਾਂ ਦੇ ਪੋਸਟਰ ਕਿਹਨੇ ਛਪਾਏ, ਸਾਰਾ ਕੁਝ ਹੋਇਆ। ਦੇਖੋ ਖਾੜਕੂਵਾਲ ਤੋਂ ਲੋਕਤੰਤਰੀ ਢੰਗ ਨਾਲ ਗੌਰਮੈਂਟ ਨੂੰ ਕਨਵਰਟ ਕਰਤਾ। ਹਾਂਜੀ ਮੁੱਦਾ ਐਂਡ 'ਚ ਕੀ ਹੋਇਆ, ਤਿੰਨੇ ਜਿਤਾਏ ਬੜੀ ਸ਼ਾਨੋ ਸ਼ੌਕਤ ਨਾਲ। ਉਹ 3 ਕਿ 4 ਸੀ, ਮੈਨੂੰ ਚੌਥੇ ਦਾ ਨਾਂ ਨਹੀਂ। ਉੱਥੇ ਅੜੇ ਕਿੱਥੇ ਜਾ ਕੇ ਕਿਰਪਾਨ ਦੇ ਮੁੱਦੇ ਤੇ, ਉਹ ਮਾਨ ਦਾ ਮੁੱਦਾ ਨਹੀਂ ਸੀ, ਉਹ ਏਜੰਸੀਆਂ ਕਰਾ ਰਹੀਆਂ ਸੀ। ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ, ਜਿਹੜੇ ਖਾਲਿਸਤਾਨ ਦੇ ਆਹ ਨਾਅਰੇ ਲਾਉਂਦੇ ਫਿਰਦੇ ਆ 30-35 ਸਾਲ ਹੋ ਗਏ, ਇਹ ਹਜੇ ਤੱਕ ਬਣ ਕਿਉਂ ਨਹੀਂ ਰਿਹਾ, ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਤੁਸੀਂ ਦੇਖੋ ਇੱਕ ਖਾੜਕੂ ਆ, ਉਹਦਾ ਟੱਬਰ ਚੱਕਿਆ ਜਾਂਦਾ ਸੀ ਜਦੋਂ ਲੱਭਦਾ ਨਹੀਂ ਸੀ, ਉਹਦੇ ਪਸ਼ੂ ਵੀ ਲੈ ਜਾਂਦੇ ਸੀ ਪੁਲਿਸ ਵਾਲੇ। ਮਾਨ ਫੜਿਆ ਗਿਆ, ਉਹਦੇ ਟੱਬਰ ਦਾ ਪਤਾ ਕਿੱਥੇ, ਉਹ ਸ਼ਾਨੋ ਸ਼ੌਕਤ ਨਾਲ ਰਹਿ ਰਿਹਾ। ਹੁਣ ਕਿਸੇ ਨੂੰ ਕੀ ਪਤਾ ਮਾਨ ਦੇ ਨਹੁੰ ਕਿਸੇ ਨੇ ਖਿੱਚੇ ਕਿਸੇ ਨੇ ਨਹੀਂ ਖਿੱਚੇ। ਇਹ ਮੈਨੂੰ ਲੱਗਦਾ, ਮੇਰੀ ਆਪਣੀ ਸੋਚ ਆ, ਇਹ ਬੜੇ ਸ਼ਾਤਰ ਢੰਗ ਨਾਲ ਇਹਨਾਂ ਨੂੰ ਖੜੇ ਕੀਤਾ ਗਿਆ। ਭੰਬਲ ਗੁੱਸੇ 'ਚ ਪਾ ਪੂ ਕੇ ਚੱਲਦਾ ਆਹ ਟਾਈਮ ਆ ਗਿਆ, ਆਹ ਹੁਣ 2020 ਲਾ ਲਓ। ਸਮਝ ਨਹੀਂ ਆਉਂਦੀ ਕੀ ਹੋ ਰਿਹਾ। ਦੇਖੋ ਜਿੰਨਾ ਚਿਰ ਸਾਡੇ ਪੰਜਾਬ ਦੇ ਸਾਰੇ ਲੋਕ ਨਹੀਂ ਹਨਾ ਖੜਦੇ, ਜੋ ਸਾਡਾ ਪਾਣੀ ਲੁੱਟ ਹੋ ਰਿਹਾ, ਸਾਡੇ ਨਾਲ ਹੋ ਰਿਹਾ, ਉਹਨਾਂ ਚਿਰ ਸਾਡੇ ਪੱਲੇ ਪੈਣਾ ਨਹੀਂ ਕੱਖ। ਸਾਡੀ ਕੌਮ ਆ, ਮਿਹਨਤੀ ਆ ਸਰ, ਉਹਦੇ ਵਿੱਚ ਇਹ ਲੜਾਈਆਂ ਪਾ ਦਿੰਦੇ ਏਜੰਸੀਆਂ, ਪਤਾ ਨਹੀਂ ਕਿੰਨੇ ਕੁ ਪੈਸੇ ਖਰਚਦੀਆਂ ਸਿੱਖੀ ਦੇ ਪੈਸੇ, ਪਤਾ ਨਹੀਂ ਕੀ ਕੁਛ। ਮੈਨੂੰ ਲੱਗਦਾ ਗੌਰਮੈਂਟ ਦਾ ਵੱਧ ਪੈਸਾ ਬਾਹਰਲੇ ਮੁਲਕਾਂ 'ਚ ਖਰਚ ਹੋ ਰਿਹਾ ਜੇ ਸਿੱਖ ਕਿਤੇ ਇਕੱਠੇ ਨਾ ਹੋ ਜਾਣ, ਕਿਉਂਕਿ ਸਿੱਖ ਤਾਂ ਹੁਣ ਸਾਰੀ ਦੁਨੀਆ 'ਚ ਆ, ਜਿਹਨੂੰ ਗੌਰਮੈਂਟ ਨੂੰ ਤਾਂ ਫਿਕਰ ਪਿਆ, ਸਾਡੇ MP ਆ, ਸਾਡੇ MLA ਆ ਤੇ ਹੋਊਗੀ। ਪਰ ਮੈਨੂੰ ਲੱਗਦਾ ਇਹ ਪਤਾ ਨਹੀਂ ਕਿਹੜੇ ਸ਼ਾਤਰ ਢੰਗ, ਇੰਨੇ ਦਿਮਾਗੀ ਆ, ਏਅਰਪਲੇਨ ਕਰੇਸ਼ ਕਰ ਦਿੰਦੇ ਸਿੱਖਾਂ ਦੇ ਨਾਲ ਲੱਗਦੇ ਆ। ਬਹੁਤ ਡੂੰਘੀਆਂ ਆਪਣੇ ਗਿੱਲ ਸਾਹਿਬ ਗੱਲਾਂ ਇਹ ਸਮਝਣ ਤੋਂ ਬਾਹਰ ਹੀ ਹੋਈਆਂ ਪਈਆਂ, ਤੇ ਤੁਸੀਂ ਇਹ ਲੋਕਾਂ ਨੂੰ ਜਗਾਉਣੇ, ਪਰ ਮੈਨੂੰ ਲੱਗਦਾ ਇਹ ਜਾਗਣੇ ਆ, ਆਹ ਕੋਤੀ ਰਹਿਣਾ। ਧੰਨਵਾਦ। ਧੰਨਵਾਦ ਜੀ। ਸਭ ਦੇ ਨੌਹਾਂ ਦੀਆਂ ਗੱਲਾਂ ਅਤਿੰਦਰਪਾਲ ਖਾਲਿਸਤਾਨੀ ਦੇ ਕਹੇ ਤੇ ਨਾ ਕਰ ਲਿਆ ਕਰੋ, ਧੂਤਿਆਂ ਦੇ ਕਹੇ ਤੇ ਕੁਛ ਨਹੀਂ ਹੁੰਦਾ।
ਦੇ 20 ਤੁਰੇ ਫਿਰਦੇ ਨੇ 9 ਨੂੰ ਵੇਖਦੇ। ਮਾਨ ਸਿੰਘ ਜਦ ਭਾਗਲਪੁਰ ਰਹੇ ਆ ਉੱਥੇ ਉਹਨਾਂ ਨੂੰ ਮੈਂ ਵੇਖ ਕੇ ਆਇਆ ਇੱਕ ਵਾਰ, ਕਿਸੇ ਦੀ ਨਹੀਂ ਸੁਣੀ। ਜਿਹੜੇ ਸੈੱਲ ਦੇ ਵਿੱਚ ਉਹ ਰੱਖੇ ਸੀ, ਨਾ ਉਹਦੇ ਤੇ ਬਹਿ ਹੁੰਦਾ ਸੀ ਨਾ ਪੈ ਹੁੰਦਾ ਸੀ, ਸਿਰ ਦੀ ਸਕਲ ਗਲਣ ਵਾਲੀ ਹੋ ਗਈ ਸੀ। ਤੋ ਇਹ ਨਹੀਂ ਸੁਣਨ ਦੀ ਗੱਲ ਕੰਗ ਸਾਹਿਬ ਕਿਸੇ ਦੀ। ਕੋਈ ਗੱਲ ਜਿਹੜੀ ਹੈ ਬਹੁਤ ਵੱਡਾ ਰੁਤਬਾ ਉਹਨਾਂ ਦਾ ਸੀ ਜਦ ਉਹਨਾਂ ਨੇ ਨੌਕਰੀ ਛੱਡੀ ਆ। ਬਹੁਤ ਹਾਂ, ਸਿੱਖ ਨੇ ਜਦ ਆਪ ਕੁਛ ਨਾ ਕਰਨਾ ਹੋਵੇ ਉਹਨੂੰ ਇਹ ਗੱਲ ਬਹੁਤ ਸੌਖੀ ਆ ਕਹਿਣੀ, ਏਜੰਸੀਆਂ ਕਰਾ ਰਹੀਆਂ ਜੀ, ਬਸ ਬਹਿ ਜਾਓ ਆਰਾਮ ਨਾਲ। ਗੱਲ ਇਹ ਆ ਵੀ ਅਸੀਂ ਇਹ ਕੁਛ ਚੰਦ ਲੀਡਰਾਂ ਤੋਂ ਮਾਨ ਹੋ ਗਏ, ਉਣੀ ਹੋ ਗਏ, ਪੰਨੂ ਹੋ ਗਿਆ ਜਾਂ ਦੂਜੇ ਹੋ ਗਏ, ਤੀਜੇ ਹੋ ਗਏ, ਉਹਨਾਂ ਦਾ ਨਾਂ ਤਾਂ ਲਈ ਜਾਂਦੇ ਆ, ਪਰ ਬਾਕੀ 3 ਕਰੋੜ ਹੈ ਜਿਹੜੇ ਉਹਨਾਂ ਦਾ ਵੀ ਕੁਛ ਜ਼ਿੰਮਾ ਬਣਦਾ ਨਾ ਕਹਾਣੀ ਵੀ ਅਸੀਂ ਕੀ ਕਰਨਾ। ਜੇ ਤਾਂ ਤੁਹਾਨੂੰ ਪਸੰਦ ਹੈ ਜਿਵੇਂ ਚੱਲ ਰਿਹਾ, ਪੰਗਾ ਕਿੱਥੇ ਪੈ ਗਿਆ ਕਿ ਪੰਗਾ ਇਹ ਪੈ ਗਿਆ ਵੀ ਹੀਰ ਘਰੇ ਸਾਡੇ ਨਾ ਜੰਮੇ। ਹੀਰ ਸੁਣਾਉਂ ਜ਼ਰੂਰ ਪਰ ਜੰਮੇ ਗੁਆਂਢੀਆਂ। ਉਹ ਤਿਆਰੀ ਜ਼ਰੂਰ ਅਸੀਂ ਕਰਾਂਗੇ ਜਿੱਦਣ ਸਾਨੂੰ ਦਿਖਾਉਣਾ ਉਹ 6 ਲੜਾਣੀ ਬੰਨ੍ਹ ਕੇ ਤੇ ਐਨ ਮੁੱਛ ਗੋਲ ਕਰਕੇ, ਪੀਲਾ ਰੰਗ, ਪੀਲੀਆਂ ਜੈਕਟਾਂ, ਕੁੜਤੇ ਪਜਾਮੇ, ਪੀਲੇ ਖੁੱਸੇ, ਉਦਣ ਤਾਂ ਅਸੀਂ ਕਹਿੰਦੇ ਵੀ ਅਸੀਂ ਸਿੱਖ ਠੀਕ ਹੈ। ਜੇ ਕਹੇ ਵੀ ਮਾੜਾ ਜਿਹਾ ਆਹ ਵੀ ਥੋੜਾ ਜਿਹਾ ਕੰਮ ਹੋਣ ਵਾਲਾ ਕਮਿਊਨਿਟੀ ਦਾ, ਉਹ ਕਹਿੰਦਾ ਨਾ ਇਹ ਲੋਕਾਂ ਲਈ ਹੈ, ਇਹ ਮਾਨ ਤੇ ਪੰਨੂ ਉਹਨਾਂ ਲਈ ਹੈ। ਕਿਉਂਕਿ ਜਦ ਅਸੀਂ ਨਹੀਂ ਕਰਨਾ ਫਿਰ ਸਾਨੂੰ ਭੱਜਣ ਲਈ ਉੱਥੋਂ ਰਾਹ ਮੈਨੂੰ ਕਿੱਥੋਂ ਲੱਭਣਾ। ਮੈਂ ਇੱਕੋ ਹੀ ਗੱਲ ਕਹਿਣਾ, ਉਹ ਏਜੰਸੀਆਂ ਦੇ ਬੰਦੇ ਨੇ, ਇਹਨਾਂ ਪਿੱਛੇ ਨਾ ਲੱਗ। ਇਹ ਬਹੁਤ ਸੌਖਾ। ਸੁਖਦੇਵ ਸਿੰਘ ਜੀ, ਲਾਈਨ ਨੰਬਰ 2 ਜੀ। ਜੀ ਖਾਲਸਾ ਫਤਿਹ। ਗੁਲ ਫਤਿਹ ਜੀ। ਭਾਈ ਸਾਹਿਬ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਬਈ ਜਿਹੜਾ ਕਹਿ ਦਿੰਦੇ ਨਾ ਵੀ ਪੰਨੂ ਤੇ ਮੇਰੇ ਬੋਲਦੇ ਕਿਉਂ ਹੈ। ਦੇਖੋ ਉਹ ਹੁਣ ਜਿਹੜਾ ਤਰੀਕਾ ਉਹਦੇ ਕੋਲ ਹੈਗਾ ਸ਼ਾਂਤਮਈ ਦਾ, ਉਹਨੂੰ ਕਿਉਂ ਨਹੀਂ ਚੱਲਣ ਦਿੰਦੇ। ਜਿਹੜਾ ਪੱਖ ਨਹੀਂ ਕਰਨਾ ਤਾਂ ਉਹਦਾ ਵਿਰੋਧ ਵੀ ਨਾ ਕਰੋ। ਇੱਕ ਮੈਂ ਜ਼ਰੂਰ ਗੱਲ ਕਹਿ ਦਿੰਦੀ ਹਾਂ, ਸਿੱਖ ਰਾਜ ਤੋਂ ਬਗੈਰ ਸਿੱਖ ਨਹੀਂ ਬਚ ਸਕਦੇ। ਅੱਜ ਤੋਂ 2 ਸਾਲ ਦੇ ਅੰਦਰ ਅੰਦਰ ਜੇ ਖਾਲਸਾ ਨਹੀਂ ਬਣਦਾ, ਸਿੱਖਾਂ ਦਾ ਹਾਲ ਉਹ ਹੋਊਗਾ ਜੋ ਅੱਜ ਅਫਗਾਨਿਸਤਾਨ 'ਚ ਹੈ। ਹਿੰਦੂ ਤੇ ਸਿੱਖਾਂ ਦਾ ਰਾਜ ਵੀ ਨਾ ਧਰਮ ਚੱਲੇ ਹੈ, ਧਰਮ ਵੀ ਬਿਨਾਂ ਸਭ ਦਲੇ ਮਰੇ ਹੈ। ਜੇ ਤੁਸੀਂ ਉਹਨਾਂ ਦਾ ਪੱਖ ਨਹੀਂ ਕਰ ਸਕਦੇ, ਜੇ ਉਹ ਗਲਤ ਹੈ ਤੇ ਆ ਸਰਕਾਰਾਂ ਨੂੰ ਫੜ ਸਕਦੀਆਂ। ਸਾਨੂੰ ਉਹਨਾਂ ਦਾ ਵਿਰੋਧ ਕਰਨ ਦਾ ਕੋਈ ਹੱਕ ਨਹੀਂ ਹੈ ਜੇ ਅਸੀਂ ਆਪ ਨਹੀਂ ਕੁਛ ਕਰ ਸਕਦੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਫਤਿਹ। ਗੁਰਫਤਿਹ ਜੀ। ਸਰ ਜਸਵੀਰ ਸਿੰਘ ਜੀ, ਲਾਈਨ ਨੰਬਰ 3। ਗਿੱਲ ਸਾਹਿਬ, ਉਹ ਪਹਿਲਾਂ ਤਾਂ ਮੇਰੇ ਖਿਆਲ ਭਾਈ ਸਾਹਿਬ ਦਾ ਓਂਕਾਰ ਸਿੰਘ ਸੀ ਨੋ ਅਮਰੀਕਾ ਤੋਂ ਫੋਨ, ਤੇ ਇੱਕ ਇਸ ਕਾਲਰ ਤੋਂ ਪਹਿਲਾਂ ਇੱਕ ਕਾਲਰ ਹੋਰ ਆਇਆ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਲੱਗਾ ਬੜੀ ਉਹਨਾਂ ਨੇ ਢਹਿੰਦੀ ਕਲਾ ਦੀ ਗੱਲ ਕੀਤੀ। ਤੇ ਇਹਨਾਂ ਤੋਂ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਹੁਣ ਇੰਨੀ ਕੁੱਟ ਪੈਂਦੀ ਆ ਸਾਡੇ, ਇੰਨਾ ਕੁਛ ਹੋਇਆ, ਫਿਰ ਚੁੱਪ ਕਰ ਜਾਈਏ। ਅਸੀਂ ਕੁਛ ਬੋਲ ਵੀ ਨਹੀਂ ਸਕਦੇ ਤੇ ਗੱਲ ਅਸੀਂ ਫਿਰ ਆਪਣੇ ਮੁਕੱਦਰਾਂ ਤੇ ਹੀ ਛੱਡ ਦਈਏ ਵੀ ਜੋ ਹੋਊਗਾ ਉਹੀ ਆ। ਪਰ ਬਾਬਾ ਆਜ਼ਮੀ ਤਾਂ ਕਹਿੰਦਾ ਵੀ ਬੇਕਦਰੇ ਨੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੀ ਤਖਤੀ ਲੱਗਦੀ ਮੱਥੇ ਉਹਨਾਂ ਦੇ ਘਰੋਂ ਜਿਹੜੇ ਤੁਰ ਪੈਂਦੇ ਨੇ ਨਕਸ਼ਾ ਪਾ ਕੇ ਸਫ਼ਰਾਂ ਦਾ। ਤੇ ਅਸੀਂ ਸਾਰਾ ਕੁਛ ਛੱਡ ਕੇ ਕੁੱਟ ਖਾਣੀ ਸ਼ੁਰੂ ਕਰ ਦਈਏ ਵੀ ਬੋਲੀਏ ਵੀ ਨਾ। ਥੈਂਕ ਯੂ ਜੀ ਗਿੱਲ ਸਾਹਿਬ। ਜੀ ਸਿੰਘ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਵੇਖੋ ਗਿੱਲ ਸਾਹਿਬ, ਥੋੜਾ ਜਿੱਦਾਂ ਕੀ ਉਹਨੂੰ ਕਹਿੰਦੇ ਆ, ਥੋੜਾ ਪ੍ਰੈਕਟੀਕਲੀ ਜੀ ਹੋਣ ਦੀ ਲੋੜ ਆ। ਵਧੀਆ ਗੱਲ ਆ ਕਿੱਦਾਂ ਕਰਾ ਰਹੇ 2020 ਕੀ ਕਰਾ ਰਹੇ। ਗੱਲ ਤੇ ਆ ਵੀ ਕੀ ਆਨਲਾਈਨ ਰਜਿਸਟਰਡ ਹੋਣ ਦਾ ਕੋਈ ਫਰਕ ਪਏਗਾ? ਕੀ ਜਿਹੜਾ ਬਜ਼ੁਰਗ ਆ 80 ਸਾਲ ਦਾ, ਉਹ ਆਨਲਾਈਨ ਜਾ ਕੇ ਫੇਸਬੁੱਕ ਤੇ ਵੋਟ ਪਾਏਗਾ? ਕੀ ਉਹਦੀ ਕ੍ਰੈਡੀਬਿਲਿਟੀ ਹੋਏਗੀ? ਦੂਜੀ ਗੱਲ ਵੀ ਹੋਣਾ ਕੁਛ ਨਹੀਂ ਆ। ਜੇ ਸੱਚ ਬਣੋ ਤੁਸੀਂ ਵੀ ਜਿੱਦਾਂ ਪਹਿਲਾਂ ਜਵਾਨੀ ਘਾਣ ਹੋ ਗਿਆ ਪੰਜਾਬ 'ਚ, ਉਹ ਹੀ ਹੁਣ 150 ਮੁੰਡੇ ਫੜ ਕੇ ਅੰਦਰ ਦੇ ਦੇਣਗੇ। ਕੁਛ ਵਿਚਾਰੇ ਆਤਮ ਹੱਤਿਆ ਕਰ ਲੈਣਗੇ, ਕੁਛ ਪੂਰੇ ਹੋ ਜਾਣਗੇ। ਗੱਲ ਆ ਵੀ ਜਿਹੜੀ ਬੰਨੇ ਗੱਲ ਕਰਨ ਦੀ ਲੋੜ ਆ ਉਹ ਆ ਵੀ ਕੋਈ ਸੋਲਿਡ ਮੀਡੀਆ ਹਾਊਸ ਬਣਾਇਆ ਜਾਏ ਇੰਡੀਆ, ਉੱਥੇ ਪੰਜਾਬ ਵਿੱਚ, ਜਿਹੜਾ ਪੰਜਾਬੀਅਤ ਦੀ ਗੱਲ ਕਰੇ, ਜਿਹੜਾ ਸੱਚਾਈ ਬਾਹਰ ਲਿਆਏ। ਆ ਜਿਹੜੇ ਕੇਸ ਪੈ ਰਹੇ ਆ ਝੂਠੇ, ਜਿਹੜਾ ਉਹਨਾਂ ਦਾ ਲੜੇ ਉਹਨਾਂ ਵੱਲੋਂ, ਗੱਲ ਤੇ ਉਹ ਕਰਨ ਵਾਲੀ ਆ।
ਜਦੋਂ ਲੋਕ ਐਜੂਕੇਟਡ ਹੋਣਗੇ, ਸਾਰੇ ਹੋਣਗੇ, ਆਪੇ ਆਪਣੇ ਹੱਕਾਂ ਲਈ ਲੜਨਗੇ, ਫੇਰ ਉਹ ਗੱਲ ਬਣਦੀ ਆ। ਏਦਾਂ ਹਵਾ ਵਿੱਚ ਤੇ ਬਸ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਆ ਮੇਰੇ ਖਿਆਲ ਨਾਲ ਤੇ। ਓਕੇ ਜੀ, ਧੰਨਵਾਦ। ਧੰਨਵਾਦ ਵੀਰ ਜੀ। ਸ਼ਾਹ ਅਮਰਜੀਤ ਲਾਈਨ 5। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਹਾਂਜੀ, ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਕਹਿੰਦੇ ਆ ਵੀ ਉੱਥੇ ਕੋਈ ਨਹੀਂ ਕਹਿੰਦਾ ਹੈਗਾ ਵੀ ਖਾਲਸਾ ਚਾਹੀਦਾ ਕਿ ਉੱਥੇ ਆਪਣੇ ਕੋਈ ਇਹਦੇ ਹੱਕ 'ਚ ਨਹੀਂ ਹੈਗਾ, ਵੀ ਫਿਰ ਉਹ ਸਰਕਾਰ ਨੂੰ ਤਾਂ ਕਹਿਣ ਵੀ ਉੱਥੇ ਵੋਟਿੰਗ ਕਰਾ ਲਓ। ਉੱਥੇ ਕੋਈ ਚਾਹੁੰਦਾ ਨਹੀਂ ਹੈਗਾ ਜਿਹਨੇ ਵੋਟ ਪਾਉਣੀ ਆ ਪਾ ਲਓ, ਤੁਹਾਡੀ ਮਰਜ਼ੀ ਆ, ਜਿਹਨੇ ਹੱਕ 'ਚ ਪਾਉਣਾ ਚਾਹੁੰਦਾ ਪਾ ਲਓ। ਵੀ ਉਹ ਫਿਰ ਲੋਕਾਂ ਨੂੰ ਫੜ ਫੜੀ ਆ, ਕਦੇ ਡਰਾਉਂਦੇ ਕਾਹਤੇ ਹੈਗੇ, ਲੋਕਾਂ ਨੂੰ ਫੜਦੇ ਕਾਹਤੇ ਹੈਗੇ ਆ, ਤੇ ਫਿਰ ਡਰ ਕਾਹਦਾ ਹੈਗਾ ਜੇ ਇਹ ਮਤਲਬ ਉੱਥੇ ਨਹੀਂ ਕੋਈ ਚਾਹੁੰਦਾ ਹੈਗਾ, ਫਿਰ ਵੋਟ ਕਰਾਉਣ 'ਚ ਡਰ ਕਾਹਦਾ ਹੈਗਾ ਇਹਨਾਂ ਨੂੰ, ਰਾਈਟ। ਅਸੀਂ ਤਾਂ ਚਾਹੁੰਦੇ ਹਾਂ, ਅਸੀਂ ਤਾਂ ਹੱਕ 'ਚ ਹੈਗੇ ਹਾਂ ਜੀ, ਰਿਫਰੈਂਡਮ ਹੋਣਾ ਚਾਹੀਦਾ ਹੈਗਾ। ਮੈਂ ਲੋਕਾਂ ਨੂੰ ਪਤਾ ਲੱਗ ਜੂ ਕਿਹੜਾ ਕਿੰਨੇ ਪਰਸੈਂਟ ਕਿੰਨੇ ਪਾਸੇ ਹੈਗਾ, ਕਿੰਨੇ ਪਾਸੇ ਹੈਗਾ। ਸੋ ਇਹ ਲੋਕਾਂ ਨੂੰ ਇਹ ਵਿਰੋਧ ਨਹੀਂ ਕਰਨਾ ਚਾਹੀਦਾ। ਭਾਈ ਸਰਕਾਰ ਨੂੰ ਕਹਿਣ ਸਮਾਂ ਤੇ ਉਲਟਾ ਵੀ ਤੁਸੀਂ ਕਰਾ ਲੈਣ ਦਿਓ, ਵੀ ਇੱਥੇ ਕਿਹੜਾ ਕੋਈ ਚਾਹੁੰਦਾ ਪੰਜਾਬ ਦੇ ਵਿੱਚ, ਜੇ ਨਹੀਂ ਚਾਹੁੰਦਾ ਫਿਰ ਡਰ ਕਾਹਦਾ, ਫਿਰ ਲੋਕਾਂ ਨੂੰ ਵੋਟ ਪਾ ਲੈਣ ਦਿਓ। ਇਹ ਕਹਿਣਾ ਚਾਹੁੰਦੇ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਗੱਲ ਇਹ ਹੈ ਜੀ, ਮੈਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ, ਅੰਤਰੀਬ ਹੈ ਇਨਸਾਨ ਦਾ। ਕਿਸੇ ਨੂੰ ਇਹ ਚੀਜ਼ਾਂ ਚੁੱਭਦੀਆਂ ਬਈ ਸਾਡੇ ਫੜੋ ਫੜੀ ਜਾ ਰਹੀ ਹੈ, ਸਾਡੇ ਗ੍ਰੰਥ ਬਦਲਤੇ, ਸਾਡਾ ਧੱਕਾ, ਸਾਡਾ ਪਾਣੀ ਲੈ ਗਏ। ਫਾਈਨਲ ਅਸਾਲਟ YouTube ਤੇ ਫਿਲਮ ਪਈ ਆ, ਪੰਜਾਬੀ ਦੀ ਡਾਕੂਮੈਂਟਰੀ ਇੱਕ ਪੰਜਾਬੀ 'ਚ ਬਣਾਈ ਹੋਈ ਹੈ, ਬਹੁਤ ਮਿਹਨਤ ਨਾਲ, ਵੀ ਪਾਣੀ ਕਿਵੇਂ ਲੁੱਟਿਆ। ਕਦੇ ਉਹਨੂੰ ਵੇਖਿਓ ਸੀ, ਫਿਰ ਪਤਾ ਲੱਗੂ ਕਿ ਹੋ ਕੀ ਰਿਹਾ ਤੁਹਾਡੇ ਨਾਲ। ਹੁਣ ਕਈਆਂ ਨੂੰ ਨਹੀਂ ਲੱਗਦਾ, ਉਹ ਨਾਲੇ ਭਗੌੜੇ ਨੇ, ਉੱਥੋਂ ਜੁਗਾੜ ਛੱਡਿਆ ਹੈ, ਉੱਥੇ ਸਾਰਾ ਕੁਝ ਬਣਿਆ ਬਣਾਇਆ, ਪਰ ਉਹ ਦੇਸ਼ ਨੇ ਕੱਖ ਨਹੀਂ ਉਹਨਾਂ ਨੂੰ ਦਿੱਤਾ। ਪਰ ਉਹ ਦੇਸ਼ ਦੀ ਭਗਤੀ ਹੈ ਜਿਹੜੀ ਸਵੇਰੇ ਅਗਰਬੱਤੀ ਲਾਉਣੀ, ਉਹ ਲਾਉਣੀ ਆ ਉਹਨਾਂ ਨੇ। ਤੇ ਉਹ ਹੁਣ ਕਹਾਣੀ ਮੇਰੇ ਖਿਆਲ ਇੱਕੋ ਹੀ ਹੈ ਜੀ ਇਹਦੇ 'ਚ। ਜੇ ਤੁਸੀਂ ਦੇਖੋ ਵੀ ਸੋਚਣ ਦੀ ਹੈ ਤੁਹਾਡੀ। ਮੇਰੇ ਕਹਿਣ ਦਾ ਮਤਲਬ ਇਹ ਸੀ, ਜਿਹੜਾ UAP ਦੀ ਮੈਂ ਗੱਲ ਕਰਦਾ, ਫੜੋ ਫੜੀ ਜਿਹੜੀ ਜਾ ਰਹੀ ਹੈ, ਮਤਲਬ ਰੈਫਰੈਂਡਮ 'ਚ ਵੋਟ ਕੋਈ ਪਾਵੇ ਨਾ ਪਾਵੇ, ਪਰ ਇਹ ਵੀ ਜ਼ੁਲਮ ਆ ਵੀ ਉਹ ਕੋਈ ਕਿਤਾਬ ਵੀ ਨਹੀਂ ਬੰਦਾ ਪੜ੍ਹ ਸਕਦਾ ਯਾਰ, ਬਈ ਉਹਦੇ ਤੇ ਕੋਈ ਆਪਣੇ ਧਰਮ ਦੀ, ਆਪਣੇ ਸੱਭਿਆਚਾਰ ਦੀ, 18ਵੀਂ ਸਦੀ ਦੇ ਉਹਨਾਂ ਯੋਧਿਆਂ ਦੀ, ਬਿਆਨ ਸਿੰਘ, ਸਤਵੰਤ ਸਿੰਘ ਹੋਣਾ, ਸੰਤ ਜਰਨੈਲ ਸਿੰਘ ਹੋਣਾ ਦੀ, ਇਹਨਾਂ ਵੱਲੋਂ ਕਿਤਾਬ ਪੜ੍ਹੇ ਤੇ ਵੀ UAP ਲੱਗੂ। ਫੜੇ ਹੀ ਨੇ ਪਹਿਲਾਂ। ਹੁਣ ਤੁਹਾਨੂੰ ਨਵਾਂ ਸ਼ਹਿਰ ਦੇ ਕੋਲ ਕਿੰਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਤੇ ਜਿਹੜਾ ਸਿੱਖ ਤਾਂ ਗੱਲ ਕਰਦੇ, ਜਿਹੜੇ ਸ਼ਰੇਆਮ ਇੱਕ ਧਰਮ ਦੇ ਨਾਂ ਤੇ ਇੱਕ ਦੇਸ਼ ਬਣਾਉਣ ਲਈ ਵੱਢ ਰਹੇ ਨੇ ਮਿਨੋਰਟੀਜ਼ ਨੂੰ, ਕਿਤੇ ਮੁਸਲਮਾਨ ਵੱਢਤੇ, ਕਿਤੇ ਈਸਾਈ ਜਿਉਂਦੇ ਸਾੜ ਤੇ ਉੜੀਸਾ ਦੇ ਵਿੱਚ, ਉਹਨਾਂ ਲਈ ਕਦੇ ਕੋਈ ਦੇਖਦੇ ਹੋ ਤੁਸੀਂ ਵੀ ਉਹ ਕੀ ਕਰ ਰਹੇ ਨੇ? ਇੱਕ ਸੂਬੇ ਦਾ CM ਆ ਯੋਗੀ, ਉਹਨੂੰ ਕਦੇ ਸੁਣਿਆ ਤੁਸੀਂ ਉਹ ਕੀ ਕਹਿੰਦਾ ਮੁਸਲਮਾਨਾਂ ਲਈ? ਗੁਜਰਾਤ ਦੇ ਵਿੱਚ ਇੱਕ ਅੰਦਰੋਂ ਅੱਗ ਲਾ ਕੇ ਡੱਬਿਆਂ ਨੂੰ, ਉਹਦੇ ਬਾਅਦ ਕੀ ਕੁਛ ਗੋਦਰਾ ਦਾ ਕਾਂਡ ਤੇ ਗੁਜਰਾਤ 'ਚ ਕੀ ਕੀਤਾ, ਉਹ ਕਿਹੜਾ ਮੰਗਦੇ ਸੀ ਵੀ ਖਾਲਿਸਤਾਨ? ਉਹ ਕੀ ਮੰਗਦੇ ਨੇ ਜਿਹੜੇ 20 ਕਰੋੜ ਨੇ? ਕੁਛ ਨਹੀਂ ਮੰਗਦੇ ਸੀ ਉਹਨਾਂ ਤੇ, ਪਰ ਉਹ ਐਕਸੈਪਟਡ ਨਹੀਂ ਹੈ। ਉਹਨਾਂ ਨੂੰ ਕਹਿੰਦੇ ਵੀ ਲੰਗੋਟ ਲਾਓ ਤੇ ਭਗਵਾ ਝੰਡਾ ਜਿਹੜਾ ਮੋਢੇ ਤੇ ਚੱਕੋ ਤੇ ਭੂਤੀ ਮਲੋ, ਤਾਂ ਤੁਸੀਂ ਰਹਿ ਸਕਦੇ। ਤੇ ਸਿੱਖਾਂ ਦਾ 18ਵੀਂ ਸਦੀ ਵਾਲਿਆਂ ਦਾ ਵੀ ਨਾਦਰ ਨਾਲ ਕੀ ਰੌਲਾ ਸੀ? ਫਿਰ ਜੇ ਆਹ ਗੱਲ ਤੇ ਆਉਨੇ ਹੋ, ਜਿਹੜੇ ਬੈਠੇ ਨੇ ਇੱਥੇ ਰੇਸ਼ਮੀ ਕੰਬਲਾਂ 'ਚ ਸੌਣ ਵਾਲੇ, ਜਿਨ੍ਹਾਂ ਨੂੰ ਗੱਲਾਂ ਆਉਂਦੀਆਂ, ਤੇ 18ਵੀਂ ਜਿਨ੍ਹਾਂ ਦੇ ਪੁਰਖਿਆਂ ਤੇ, ਜਿਨ੍ਹਾਂ ਦੇ ਉੱਪਰ ਜਿਹਦਾ ਧਰਮ ਨੂੰ ਮੰਨਦੇ, ਫਿਰ ਤਾਂ ਚੀਜ਼ਾਂ ਸੁਣੇ। ਜੇ ਉਈਓ ਹੀ ਈਸਾਈ ਜੇ ਅੱਧੇ ਜੇ ਬਣ ਗਏ, ਫਿਰ ਤਾਂ ਬਣ ਜਾਓ। ਉੱਥੇ ਵੀ ਪਾਣੀ ਦੇ ਖਾਲਾਂ 'ਚ ਖੜਾਈ ਖੜੇ ਆ, ਦੇਖੋ ਕੀ ਕੁਛ ਹੋ ਰਿਹਾ ਪੰਜਾਬ ਦੇ ਵਿੱਚ। ਦੁਆਬੇ ਦੇ ਵਿੱਚ ਹਰ 2 ਮੀਲ ਤੇ ਇੱਕ ਬਿਲ ਬੋਰਡ ਲੱਗਿਆ ਹੋਇਆ ਯੀਸ਼ੂ ਮਸੀਹ ਦੇ ਨਾਂ ਦਾ, ਤੇ ਉੱਥੇ ਮਲੰਗਾਂ ਨੇ ਕੋਠੀਆਂ ਬਣਾ ਲਈਆਂ ਤੇ ਉਹਨਾਂ ਨੂੰ ਪੈਸੇ ਮਿਲ ਰਹੇ ਨੇ ਈਸਾਈ ਸੰਸਥਾਵਾਂ ਵੱਲੋਂ, ਤੇ ਉਹ ਲੋਕਾਂ ਦੀ ਗਰੀਬੀ ਦੇ ਵਿੱਚੋਂ ਉਹਨਾਂ ਨੂੰ ਈਸਾਈ ਬਣਾ ਰਹੇ। ਹੁਣ ਤਾਂ 18ਵੀਂ ਸਦੀ ਦੇ ਆਂਦਾ ਵੀ ਫਿਰ ਤਾਂ ਉਹ ਵੀ ਐਂ ਲੱਗੂਗਾ ਵੀ ਯਾਰ ਚੰਗੇ ਭਲੇ ਬੈਠੇ ਸੀ, ਨਾਦਰ ਲੁੱਟਦਾ ਸੀ, ਲੁੱਟ ਕੇ ਲੈ ਜਾਂਦਾ, ਬੰਨ੍ਹ ਕੇ ਢੱਕਾਂ ਲੈ ਜਾਂਦਾ, ਉੱਜੜ ਉਜਾੜ ਦਿੰਦੇ, ਚੌਧਰੀ ਛੱਡ ਦਿੰਦੇ, ਘੋੜੀਆਂ ਤੇ ਕਣਕ ਦੇ ਵਿੱਚ ਖੁੱਲੀਆਂ, ਉਹ ਰੌਲਾ ਹੀ ਕੋਈ ਨਹੀਂ ਸੀ ਵੀ ਚੱਲ ਲਓ। ਫਿਰ ਕਾਹਦੇ ਲਈ ਆਏ ਨੇ? ਫਿਰ ਤਾਂ ਅੰਨੇ ਛਕਣ ਆਏ, ਹੋਰ ਤਾਂ ਕੁਛ ਨਹੀਂ ਕਰਨਾ ਹੈ। ਫਿਰ ਤਾਂ ਬੋਰੀ ਵੱਧ ਖਾ ਲਓਗੇ, ਬੋਰੀ ਘੱਟ, ਜਾਂ ਰਾਤ ਨੂੰ ਮੁਰਗੇ ਦੀ ਟੰਗ ਮੂੰਹ 'ਚ ਤੇ 2 ਗਲਾਸ ਸ਼ਰਾਬ ਦੇ, ਫਿਰ ਇੰਨੀ ਔਕਾਤ ਆ ਬਸ। ਫਿਰ ਕਾਹਦੇ ਲਈ ਤੁਰੇ ਫਿਰਦੇ ਆ? ਫਿਰ ਤਾਂ ਜਾਨਵਰ ਆਪਾਂ ਤੋਂ ਚੰਗੇ ਆ, ਉਹ ਵੀ ਆਪਣੇ ਆਲਣੇ 'ਚ ਲੈ ਕੇ ਜਾਂਦੇ ਆ ਵੋਟਾਂ ਨੂੰ, ਉਹੀ ਆਪਾਂ ਕਰਦੇ ਆ, ਆਪਾਂ ਆਪਣਿਆਂ ਨੂੰ ਪਾਲੀ ਜਾਂਦੇ ਆ ਬਸ। ਜੇ ਇੰਨਾ ਹੀ ਧਿਰਗਾ ਆਉਣ ਦਾ, ਫਿਰ ਤਾਂ ਦੁਨੀਆ ਦੇ ਵਿੱਚ ਯੂਨਾਈਟਿਡ ਨੇਸ਼ਨ, ਐਮਨੈਸਟੀ ਇੰਟਰਨੈਸ਼ਨਲ, ਫਿਰ ਤਾਂ ਇਹ ਸੰਸਥਾਵਾਂ ਦੀ ਵੀ ਲੋੜ ਨਹੀਂ ਸੀ। ਫਿਰ ਤਾਂ 30 ਸਾਲ 35 ਸਾਲ, ਫਿਰ ਤਾਂ ਚੇ ਗਵੇਰੇ ਵਰਗਿਆਂ ਨੂੰ ਅਰਜਨਟੀਨਾ ਦੇ ਵਿੱਚ, ਇਹਨਾਂ ਦੇ ਵਿੱਚ ਡਾਕਟਰ ਬਣ ਕੇ ਨਜ਼ਾਰੇ ਲੈਣੇ ਚਾਹੀਦੇ ਸੀ।
ਕਾਹਦੇ ਲਈ ਆ ਕੇ ਉਹ ਕਿਊਬਾ ਦੇ ਵਿੱਚ ਵਿਦਰੋਹ ਉਹਨੇ ਕੀਤਾ ਤੇ ਕਾਹਦੇ ਲਈ ਜਾ ਕੇ ਬੋਲੀਵੀਆ ਦੇ ਵਿੱਚ ਉਹ ਸ਼ਹੀਦ ਹੁੰਦਾ। ਫਿਰ ਤਾਂ ਲੋੜ ਹੀ ਨਹੀਂ ਸੀ। ਇਸ ਤਰ੍ਹਾਂ ਨਹੀਂ ਗੱਲ ਹੁੰਦੀ ਜਿਵੇਂ ਅਸੀਂ ਉਹ ਕੱਟੇ ਵਾਂਗੂ ਕੰਨ ਸਿੱਟੇ ਤੇ ਪਿੱਛੋਂ ਆ ਕੇ ਕਹਿੰਦਾ ਵੀ ਖੇਡੀਏ, ਉਹ ਕਹਿੰਦੇ ਬੈਠ ਕੇ ਕੰਨ ਹਿਲਾਵਾਂਗੇ ਆਪਾਂ। ਤਾਂ ਇੱਕ ਤਾਂ ਉਹ ਨਸਲ ਹੈ, ਉਹ ਨਸਲ ਦਾ ਕੋਈ ਇਲਾਜ ਨਹੀਂ ਹੈ ਬਿਲਕੁਲ। ਉਹ ਕੁਛ ਕਰਨ ਕੁਛ ਨਾ ਕਰਨ ਉਹਦੇ ਲਈ ਉਹ ਸਹੀ ਆ ਬਸ। ਇਹਦੇ ਖਿਆਲ ਇਨਸਾਨ ਜਿਹੜਾ ਜਿਉਂਦਾ ਇਸ ਧਰਤੀ ਤੇ ਜੇ ਉਹ ਚੰਗਾ ਮਾੜਾ ਸੋਚਦਾ, ਚੰਗਾ ਮਾੜਾ ਸੋਚਦਾ ਘਰ ਲਈ ਤਾਂ ਬਿਜ਼ਨਸ ਲਈ ਸੋਚਦਾ, ਰੁਪਈਏ ਪੈਸੇ ਲਈ ਸੋਚਦਾ, ਕੌਮੀਅਤ ਦੇ ਤੌਰ ਤੇ ਨਹੀਂ ਜਦੋਂ ਸੋਚਦਾ ਜਾਂ ਲੁਕਾਈ ਲਈ ਨਹੀਂ ਸੋਚਦਾ। ਸਿੱਖ ਧਰਮ ਦਾ ਫਲਸਫਾ ਹੀ ਇਹ ਹੈ ਬਰਾਬਰਤਾ ਦੀ ਗੱਲ। ਜੇ ਅਸੀਂ ਆਪਣੀ ਬਰਾਬਰਤਾ ਨਹੀਂ ਕਰ ਸਕਦੇ, ਮੈਂ ਬਰਾਬਰਤਾ ਕਿਸੇ ਨੂੰ ਕੀ ਦੇ ਦੇਣੀ ਹੈ ਜਾ ਕੇ ਬਈ। ਫਿਰ ਤਾਂ ਉਹਨਾਂ ਨੇ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਫਲਾਹ ਦੇ ਨਾਲ ਘੋੜਾ ਲਾ ਕੇ ਸੁੱਤੇ ਪਏ ਰਾਤ ਨੂੰ 12 ਵਜੇ ਛਡਾਉਂਦੇ ਰਹੇ, ਉਹਨਾਂ ਦੀਆਂ ਗਲਤੀਆਂ ਹੀ ਹੋਈਆਂ। ਫਿਰ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਵੀ ਗਲਤੀ ਹੋਈ। ਫਿਰ ਕੰਜਰੀਆਂ ਨਚਾਈ ਜਾਂਦਾ ਉੱਥੇ ਬੈਠਾ ਰੰਗੜ, ਕਾਹਨੂੰ ਗਾਟਾ ਲਾਉਣਾ ਸੀ। ਨਾ ਹੀ ਗਰਜਾ ਸਿੰਘ ਬੋਤਾ ਸਿੰਘ ਨੂੰ ਫਰਲੇ ਖੜਕਾਉਣ ਦੀ ਸੀ, ਨਾ ਹੀ ਪੁੱਠੀਆਂ ਖੱਲਾਂ ਲਾਉਣ ਦੀ ਲੋੜ ਸੀ, ਨਾ ਹੀ ਚਰਖੜੀਆਂ ਤੇ ਚੜ੍ਹਨ ਦੀ ਲੋੜ ਸੀ। ਫਿਰ ਤਾਂ ਨਾ ਬੰਦ ਕਟਾਉਣ ਦੀ ਭਾਈ ਮਨੀ ਸਿੰਘ ਨੂੰ ਲੋੜ ਸੀ। 5000 ਰੁਪਇਆ ਮੰਗਦਾ ਹੀ ਜ਼ਕਰੀਆ, 5000 ਦੇ ਦਿੰਦੇ, ਉਹ ਕਹਿੰਦੇ ਜਾਨ ਛੱਡ ਦਿੰਦੇ ਤੇਰੀ। ਤੇ ਨਾ ਹੀ ਤਾਰੂ ਸਿੰਘ ਨੂੰ ਖੋਪੜੀ ਲਾਉਣ ਦੀ ਲੋੜ ਸੀ। ਉਹ ਕਹਿੰਦੇ ਲਾ ਦੇ ਤੇਰੇ ਵਾਲ ਕੱਟ ਦਈਏ, ਘਰ ਨੂੰ ਚਲੇ ਜਾ, ਤੇਰਾ ਰੌਲਾ ਹੀ ਕੋਈ ਨਹੀਂ, 25 ਵਰਿਆਂ ਦਾ ਨਜ਼ਾਰੇ ਲੈ। ਨਾ ਹੀ 6 ਤੇ ਗੱਲ ਇਹ ਆ ਵੀ 7 ਤੇ 9 ਸਾਲ ਵਾਲਿਆਂ ਨੇ ਨੀਹਾਂ ਹੀ ਇੰਨੀਆਂ ਡੂੰਘੀਆਂ ਕਰ ਦਿੱਤੀਆਂ, ਉਹਦੇ ਵਿੱਚੋਂ ਧਰਤ ਦੀ ਆਵਾਜ਼ ਆਉਂਦੀ ਰਹਿਣੀ। ਘੋਗੜ ਕੰਨੇ ਵੀ ਸਾਰੀਆਂ ਕੌਮਾਂ 'ਚ ਇਸ ਤਰ੍ਹਾਂ ਹੀ ਹੁੰਦੇ ਆ, ਇਹ ਨਹੀਂ ਹੈ ਕਿ ਸਾਡੇ ਹੁੰਦੇ ਆ, ਸਾਰੇ ਹੁੰਦੇ ਆ। ਜਸਕਰਨ ਸਿੰਘ ਜੀ ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ ਬਾਈ ਜੀ। ਗੱਲ ਇਹ ਆ ਵੀ ਇੱਕ ਤਾਂ ਹੁੰਦਾ ਵੀ ਸਰੀਰਕ ਤੌਰ ਤੇ ਗੁਲਾਮ ਹੋ ਜਾਣਾ, ਸਾਡੀ ਤਾਂ ਸੋਚ ਵੀ ਗੁਲਾਮ ਆ। ਜਿੰਨਾ ਚਿਰ ਸਾਡੀ ਸੋਚ ਨਹੀਂ ਯਾਦ ਹੁੰਦੀ ਉਨਾ ਚਿਰ ਸਾਨੂੰ ਇਹੀ ਬਹੁਤ ਸੌਖਾ ਲੱਗਦਾ ਕਹਿਣਾ ਕਿ ਇਹ ਏਜੰਸੀਆਂ ਦੇ ਬੰਦੇ ਆ, ਇਹਨਾਂ ਦੇ ਟੱਬਰ ਕਿੱਥੇ ਰਹਿੰਦੇ ਆ, ਐਸ਼ੋ ਆਰਾਮ ਦੇ ਨਾਲ ਰਹਿੰਦੇ ਆ। ਜਾਂ ਅਸੀਂ ਕਹਿੰਦੇ ਕਿ ਸਾਡੇ ਗ੍ਰੰਥ ਜੀ ਹਲੇ ਤੱਕ ਵਿਗਾੜ ਤੇ ਆ, ਹੁਣ ਵਿਗਾੜੀ ਜਾਂਦੇ ਗੁਰੂ ਘਰਾਂ ਸਾਡੇ ਆਹ ਕੁਝ ਹੋਣ ਡਿਆ ਆ। ਕਿਉਂਕਿ ਕਰਨਾ ਕਿੰਨੇ ਆ, ਫਿਰ ਇਹ ਸੁਧਾਰ ਕਿੰਨੇ ਕਰਨਾ। ਅਸੀਂ ਆਜ਼ਾਦ ਹੋਵਾਂਗੇ ਤਾਂ ਫੇਰ ਹੀ ਅਸੀਂ ਕਰਾਂਗੇ, ਫੇਰ ਹੀ ਅਸੀਂ ਕਰ ਸਕਦੇ ਹਾਂ। ਕਿਉਂਕਿ ਕਹਿਣਾ ਤਾਂ ਬਹੁਤ ਸੌਖਾ ਆ। ਗਦਰੀ ਬਾਬੇ ਕਿਸੇ ਇੱਕ ਦੇ ਨਹੀਂ ਸੀਗੇ। ਤਾਂ ਭਾਈ ਸਾਹਿਬ ਜੀ ਦਾ ਕਹਿ ਗਏ ਵੀ ਤੁਹਾਡੇ ਵੈਨਕੂਵਰ ਤੋਂ ਗਏ, ਵੈਨਕੂਵਰ ਤੋਂ ਗਏ, ਥੋੜਾ ਜਿਹਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਆ, ਫੇਰ ਪਤਾ ਲੱਗ ਜਾਊਗਾ। ਗਦਰੀ ਬਾਬੇ ਤਾਂ ਸਾਰਿਆਂ ਦੇ ਸੀਗੇ। ਇਹ ਚੱਕਰ ਹੈ ਵੀ ਜਿੰਨਾ ਚਿਰ ਸਾਡੀ ਸੋਚ ਨਹੀਂ ਯਾਦ ਹੁੰਦੀ ਉਹਨਾਂ ਚਿਰ ਇਹ ਕੁਛ ਹੀ ਹੋਣਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਤਾਂ ਕਹਿ ਦਿੰਦੇ ਆ ਕਿ ਉਹ ਅਸਲਾ ਲੈ ਕੇ ਗਏ ਸੀਗੇ, ਉਹ ਗੰਨ ਦੇ ਨਾਲ ਗੱਲ ਕਰਦੇ ਸੀਗੇ, ਰਫਲਾ ਚੱਕ ਕੇ ਗੱਲ ਕਰਦੇ ਸੀਗੇ। ਹੁਣ ਪੰਨੂ ਤਾਂ ਕਹਿੰਦਾ ਹੀ ਨਹੀਂਗਾ ਮੈਂ ਰਫਲਾ ਚੱਕਣੀਆਂ, ਉਹ ਤਾਂ ਕਹਿੰਦਾ ਭਾਈ ਵੋਟਾਂ ਪਵਾ ਲਓ, ਠੀਕ ਆ। ਜੇ ਹੱਕ ਦੇ ਵਿੱਚ ਲੋਕ ਹੋਣਗੇ ਤੇ ਵੋਟਾਂ ਪਾ ਦੇਣਗੇ। ਜੇ ਇਹਨਾਂ ਨੂੰ ਇੰਨਾ ਹੀ ਲੱਗਦਾ ਵੀ 1-2% ਹੀ ਆ ਪੰਜਾਬ 'ਚ ਜਿਹੜੇ ਕਹਿੰਦੇ ਖਾਲਿਸਤਾਨ ਲੈਣਾ, ਤੇ ਵੋਟਾਂ ਪਵਾ ਲਓ, ਫਿਰ ਪਤਾ ਲੱਗ ਜਾਊਗਾ। ਇਹ 'ਚ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨੂੰ ਡਰ ਕਿਹੜੀ ਗੱਲ ਦਾ। ਇਹ ਤਾਂ ਹੁਣ ਡਰਾ ਰਹੇ ਆ ਜਿਹੜੇ ਬਾਈ ਜੀ ਮੁੰਡੇ ਚੱਕ ਕੇ ਜਿਹਨਾਂ ਨੂੰ ਜੇਲ੍ਹਾਂ ਸਿੱਟਿਆ ਜਾ ਰਿਹਾ, ਉਹ ਸਿਰਫ ਇੱਕ ਡਰਾਵਾ ਆ, ਹਊਆ ਬਣਾਇਆ ਜਾ ਰਿਹਾ ਕਿ ਲੋਕ ਡਰ ਜਾਣਗੇ। ਸਿੱਖ ਕੌਮ ਨਾ ਡਰੀ ਆ ਨਾ ਡਰਨੀ ਆ। ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਆ, ਇਹ ਕੁਰਬਾਨੀਆਂ ਦੇ ਨਾਲ ਬਣੀ ਆ, ਤੇ ਇਹ ਏਦਾਂ ਹੀ ਰਹਿਣਾ ਆ ਸਾਰਾ ਕੁਝ। ਇਹ ਲੜਾਈ ਜਾਰੀ ਰੱਖਣੀ ਪੈਣੀ ਆ, ਔਰ ਆਪਣੀ ਜਿਹੜੀ ਸੋਚ ਆ ਉਹਨੂੰ ਗੁਲਾਮੀ ਦੇ ਵਿੱਚੋਂ ਕੱਢਣਾ ਪੈਣਾ ਆ। ਫੇਰ ਸਾਡਾ ਦੇਸ਼ ਵੀ ਯਾਦ ਹੋ ਜਾਣਾ, ਸਾਰਾ ਕੁਝ ਹੋ ਜਾਣਾ। ਜਿੰਨਾ ਚਿਰ ਸਾਡੀ ਸੋਚ ਨਹੀਂ ਨਿਕਲਦੀ ਗੁਲਾਮੀ ਚੋਂ ਉਹਨਾਂ ਚਿਰ ਅਸੀਂ ਇਹ ਗੱਲਾਂ ਕਰੀ ਜਾਣੀਆਂ ਜਿੱਦਾਂ ਥੋੜੇ % ਹੁੰਦੇ ਹੀ ਆ ਬੰਦੇ ਜਿਨ੍ਹਾਂ ਨੇ ਪੁੱਠੀ ਗੱਲ ਹਮੇਸ਼ਾ ਹੀ ਪੁੱਠੀ ਸੋਚ ਦੇ ਨਾਲ ਹੀ ਕਰਨੀ। ਬਾਈ ਜੀ ਧੰਨਵਾਦ। ਧੰਨਵਾਦ ਜੀ ਬਾਗੜੀ ਜੀ, ਧੰਨਵਾਦ। ਤੋਕ ਸਿੰਘ ਜੀ ਲਾਈਨ ਨੰਬਰ 5 ਆਖਰੀ ਕਾਲਰ ਜੀ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ। ਇਹ ਅਗਰ ਆਪਾਂ ਸ਼ੁਰੂ ਕਰੀਏ ਜਿੱਦਾਂ ਬਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ ਪੰਜਾਬ ਦੇ ਵਿੱਚ ਸਿੱਖ ਰਾਜ ਆਪਣੇ ਦਾ ਕਾਇਮ ਕਰਨ ਦੇ ਲਈ, ਉਹਨਾਂ ਨੇ ਆਪਣੀ ਪੂਰੀ ਦਲੇਰੀ ਦੇ ਨਾਲ ਸਿੱਖ ਰਾਜ ਕਾਇਮ ਕੀਤਾ, ਸਿੱਖ ਨੇਸ਼ਨ ਕਾਇਮ ਕੀਤਾ। ਉਸ ਤੋਂ ਬਾਅਦ ਬਾਬਾ ਆਪਣੇ ਦਾ ਭਾਈ ਬਾਬਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖ ਰਾਜ ਕਾਇਮ ਕੀਤਾ। ਇਸੇ ਤਰ੍ਹਾਂ ਹੀ ਅੱਜ ਵੀ ਕੋਈ ਬੜੀ ਗੱਲ ਨਹੀਂ ਜੇ ਅਸੀਂ ਸਹੀ ਤਰੀਕੇ ਦੇ ਨਾਲ, ਜਿੱਦਾਂ ਹੁਣ ਇਹ ਪੰਨੂ ਸਾਹਿਬ ਇਹ ਨਾਨ ਵਾਇਲੈਂਸ ਦੇ ਤਰੀਕੇ ਦੇ ਨਾਲ ਆ। ਜੇ ਜਿੱਦਾਂ ਭਾਈ ਸਾਹਿਬ ਨੇ ਕਹਿ ਕੇ ਗਏ ਬਈ ਜਦ ਇਹ ਵੋਟਾਂ ਦਾ ਤਰੀਕੇ ਦੇ ਨਾਲ ਜੇ ਆਪਾਂ ਨੂੰ ਉਹ ਖੁੱਲ੍ਹ ਨਹੀਂ ਦੇ ਰਿਹਾ, ਇਹਦਾ ਮਤਲਬ ਉਹਨਾਂ ਨੂੰ ਕੋਈ ਡਰ ਆ। ਅਸੀਂ ਤਾਂ ਕਹਿੰਦੇ ਕਿ ਸਿੱਧਾ ਜਿਹੜਾ ਪਬਲਿਕ ਆ ਉਹਨੂੰ ਪਬਲਿਕ ਨੂੰ ਚੂਜ਼ ਕਰਨ ਦਾ ਮੌਕਾ ਦਿਓ। ਕੁਬੈਕ ਦੇ ਵਿੱਚ ਪਿੱਛੇ ਹੋਇਆ ਸੀਗਾ, ਉਦੋਂ ਬਾਅਦ 'ਚ ਅਗਲੇ ਮੁੱਦੇ ਮੂੰਹ ਡੱਪਾ ਜਾਂ ਨਹੀਂ ਹੋਇਆ ਤੇ ਅਗਲਿਆਂ ਨੂੰ ਹੁਣ ਉਹਨਾਂ ਨੇ ਮੁੜ ਕੇ ਨਹੀਂ ਸਿਰ ਚੱਕਿਆ। ਇਸੇ ਤਰ੍ਹਾਂ ਹੀ ਸਾਨੂੰ ਚੋਇਸ ਦੇਣੀ ਚਾਹੀਦੀ ਉਹਨਾਂ ਨੂੰ ਇੰਨਾ ਡਰ ਨਹੀਂ ਹੋਣਾ ਚਾਹੀਦਾ ਇੰਡੀਆ ਗੌਰਮੈਂਟ ਨੂੰ। ਤੇ ਜੇ ਜਿਹੜੇ ਅੱਜ ਇੱਥੇ ਕਈ ਹੈਗੇ ਜਿਹੜੇ ਗਰੁੱਪ ਉਹ
ਗੁਰਦੁਆਰੇ ਦੇ ਵੀ ਕਾਬਜ ਹੈ, ਉਹਨਾਂ ਨੂੰ ਸਿਰਫ ਇੱਕ ਸਿੱਖ ਨੇਸ਼ਨ ਦਾ ਨਾਂ ਸੁਣਨ ਤੋਂ ਡਰ ਲੱਗਦਾ ਵੀ ਸਿੱਖ ਨੇਸ਼ਨ ਵੀ ਕੋਈ ਹੁੰਦਾ ਸੀ। ਉਹ ਵੀ ਸਾਡੇ ਚੋਂ ਹੀ ਆਏ ਆ ਜਿਨ੍ਹਾਂ ਨੇ ਸਿੱਖ ਨੇਸ਼ਨ ਕਾਇਮ ਕੀਤੇ ਆ, ਇਹ ਵੀ ਸਾਡੇ ਚੋਂ ਹੀ ਆ ਜਿਨ੍ਹਾਂ ਨੇ ਸਿੱਖ ਨੇਸ਼ਨ ਦਾ ਨਾਂ ਤੋਂ ਵੀ ਨਫ਼ਰਤ ਆ। ਅਸੀਂ ਕਹਿੰਦੇ ਆ ਵੀ ਸਿੱਖ ਨੇਸ਼ਨ ਜ਼ਰੂਰ ਸਾਡੀ ਕੌਮ ਦੇ ਨਾਲ ਹਮੇਸ਼ਾ ਰਾਜ ਕੀਤਾ, ਸਾਨੂੰ ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ, ਕਿਉਂ ਨਹੀਂ ਅਸੀਂ ਰਾਜ ਕਰ ਸਕਦੇ ਜੇ ਇਹ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਲੈਣ ਦੇ ਲਈ ਇੱਥੋਂ ਇੰਡੀਆ ਤੋਂ ਸਾਡੇ ਬਜ਼ੁਰਗ ਸਾਡੇ ਵੈਨਕੂਵਰੋਂ ਸੈਨ ਫਰਾਂਸਿਸਕੋ ਸਾਰਿਆਂ ਤੋਂ ਜਾ ਕੇ ਉਹਨਾਂ ਨੇ ਆਜ਼ਾਦੀ ਲਈ ਆ। ਜਦ ਹੁਣ ਸਾਨੂੰ ਆਜ਼ਾਦੀ ਦਾ ਨਿੱਘ ਨਹੀਂ ਮੰਨਣ ਦਿੰਦੇ, ਇਹ ਸਾਡਾ ਪੂਰਾ ਹੱਕ ਬਣਦਾ ਕਿ ਅਸੀਂ ਆਪਣੀ ਇਹ ਜੇ ਸਾਨੂੰ ਇਹਨਾਂ ਨੇ ਪੂਰਾ ਜੇ ਕੋਈ ਵੀ ਆਪਾਂ ਕੋਈ ਬਿਜ਼ਨਸ ਕਰਦੇ ਆ ਜੇ ਉਹਦੇ ਵਿੱਚ ਸਾਨੂੰ ਉਹਨਾਂ ਨੇ ਫੁੱਲ ਸ਼ੇਅਰ ਨਹੀਂ ਦੇ ਰਹੇ, ਸਾਡਾ ਹੱਕ ਬਣਦਾ ਵੀ ਅਸੀਂ ਜਿੱਦਾਂ ਪਰਿਵਾਰਕ ਤੌਰ ਤੇ ਬੈਠ ਕੇ ਗੱਲ ਕਰੀਏ ਤੇ ਤਾਂ ਕਿ ਜੇ ਸਾਨੂੰ ਟ੍ਰੀਟਮੈਂਟ ਸਹੀ ਨਹੀਂ ਮਿਲ ਰਿਹਾ ਸਾਨੂੰ ਸਵੈ ਰਾਜ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ। ਥੈਂਕ ਯੂ ਸੋ ਮਚ ਵੀਰ ਜੀ। ਖਾਲਸਾ ਫਤਿਹ ਜੀ। ਧੰਨਵਾਦ ਜੀ। ਪਹਿਲਾਂ ਬੀਬੀ ਹੋਣੀਆਂ ਜਿਹੜੇ ਪਿੰਡਾਂ 'ਚ ਹੁੰਦੀਆਂ ਸੀ, ਜਿਹੜੀ ਗੋਝ ਹੁੰਦੀ ਉਹਨਾਂ ਦੀ 50 ਆਹ ਜਦ ਨੋਟਬੰਦੀ ਜੀ ਹੋਈ ਅੰਦਰੋਂ ਸੰਦੂਖਾਂ 'ਚੋਂ ਕੋਈ 2 ਲੱਖ ਲਿਆਈ, ਕੋਈ 4 ਲੱਖ ਲਿਆਈ, ਆਹ ਲਓ ਫੜੋ, ਮੈਂ ਕਿਹੜਾ ਫੂਕਣੇ ਆ, ਮੈਂ ਟੱਬਰ ਲਈ ਰੱਖੇ ਸੀ। ਕੋਈ 5 ਲੱਖ ਲਿਆਈ, ਕੋਈ 7 ਲੱਖ ਲਿਆਈ। ਪਿੰਡ ਵਾਲੀ ਬੀਬੀ ਸਾਡੀ 11-12 ਲੱਖ ਲਿਆਈ ਸੰਦੂਕ 'ਚੋਂ ਕੱਢ ਕੇ ਰੰਗੀਆਂ ਵਾਲੀ। ਉਹ ਕਹਿੰਦੀ ਆਹ ਚੱਕੋ। ਉਹ ਕਹਿੰਦਾ ਬੇਬੇ ਤੂੰ ਖਾਸੇ ਚਿਰ ਦੇ ਰੱਖੇ ਹੋਏ ਨੇ ਅੰਦਰ। ਉਹ ਮੈਂ ਰੱਖੇ ਹੋਏ ਸੀ ਪੁੱਤ, ਫਿਰ ਕਦੇ ਵੇਲੇ ਵੇਲੇ ਲੋੜ ਪੈ ਜਾਂਦੀ ਹੈ। ਬਹੁਤ ਸਿਰਿਆ ਕੰਮ। ਇਹ ਜਿਹੜੀ ਗੋਝ ਦਾ ਸਵਾਦ ਆ ਜਿਹੜਾ ਉਹਦੇ ਵਰਗੀ ਕਹਾਣੀ ਨਹੀਂ। ਸੋ ਇਹ ਜਿਹੜੀ ਨੋਟਾਂ ਵਾਲੀ ਕਹਾਣੀ ਹੈ ਬਹੁਤ ਜ਼ਰੂਰੀ ਹੈ ਅੰਦਰਲੇ ਸੰਦੂਖਾਂ 'ਚ ਰੱਖਣ ਵਾਲੀ। ਉਹਦੇ ਨਾਲ ਇਹ ਗੱਲਬਾਤ ਬਣ। ਨੋਟਬੰਦੀ ਵੇਲੇ ਬਹੁਤ ਕੰਮ ਹੋਇਆ। ਗਹਿਣੇ ਜਿਹੜੇ ਨੇ ਸਾਨੂੰ ਸ਼ੌਕ ਜਿਹੜਾ ਛੋਟਿਆਂ ਹੁੰਦਿਆਂ ਨੂੰ ਵਧੀਆ ਲੱਗਦੇ, ਕਿਉਂਕਿ ਮਹਿੰਗੀ ਕਹਾਣੀ ਕਰਕੇ ਫਿਰ ਲੋਕਾਂ ਦੀ ਰੇਂਜ ਤੋਂ ਬਾਹਰ ਹੁੰਦੇ ਉਹ ਪਿੱਤਲ ਪੁੱਤਲ ਦੀਆਂ ਪਾਪੂ ਕੇ ਸਾਰਦੇ। ਫਿਰ ਜਦ ਸਮਾਂ ਪਿਆ ਉਹ ਕਹਿੰਦੇ ਪਹਿਲਾਂ ਯਾਰ ਸੋਨਾ ਜਿਹੜਾ ਹੈ ਇਹਦਾ ਹੀਲਾ ਕਰੋ, ਇਹ ਸੋਨੇ ਦਾ ਕੰਮ ਜ਼ਰੂਰ ਗੱਲ ਜਿਹੜੀ ਕਰਨੀ। ਇੱਕ ਬਜ਼ੁਰਗ ਦੀ ਗੱਲ ਯਾਦ ਆ ਗਈ। ਹਰਮਨ ਸਿੱਧੂ ਆ ਮੁੰਡਾ ਅਕਲੀਏ ਦਾ, ਬਿਲਕੁਲ ਜੋਗੇ ਰੱਲੇ ਕੋਲ ਅਕਲੀਆ ਪਿੰਡ ਹੈ। ਹਰਮਨ ਸਿੱਧੂ ਬਹੁਤ ਵਧੀਆ ਲਿਖਦਾ, ਸੁਰਿੰਦਰ ਦਾ ਦੋਸਤ ਹੈ ਦਾਊ ਮਾਜਰਾ। ਕਹਿੰਦਾ ਬਾਪੂ ਇਹਨੂੰ ਨਾ ਪਰਖਦਾ ਰਿਹਾ ਕਰ ਤੇ ਨਾਲ ਮੈਨੂੰ ਦੇਖਦਾ ਵੀ ਇਹ ਇਕੱਲਾ ਕਹਿੰਦਾ ਹੀ ਹੈ ਵੀ ਜਾਂ ਕੁਛ ਕਰਦਾ ਵੀ ਇਹ 2 ਪੈਸੇ ਦਾ ਕੰਮ। ਕਹਿੰਦਾ ਕੇਰਾ ਮੈਂ 10ਵੀਂ ਜਮਾਤ 'ਚ ਹੂੰ, ਮੇਰਾ ਖਿਆਲ ਹੈ ਕਣਕ ਦੀ ਵਾਢੀ ਦਾ ਟਾਈਮ, ਮੰਡੀ 'ਚ ਕਣਕ ਸੁੱਟੀ, ਕਣਕ ਕੋਲ ਤਾਂ ਮੈਂ ਘੱਟ ਹੀ ਜਾਂਦਾ ਹੀ ਗੇੜਾ ਮਾਰਨ। ਇੱਕ ਵਾਰ ਬਾਪੂ ਕਹਿੰਦਾ ਉਹ ਕਣਕ ਕੋਲ ਗੇੜਾ ਮਾਰਿਆ ਸੀ ਤੂੰ? ਮੈਂ ਕਿਹਾ ਹੋਰ ਬਾਪੂ ਮਾਂਜਾ ਵੀ ਲਾਤਾ ਸੀ। ਮਾਂਜਾ ਜਿਹੜਾ ਲਾਉਣਾ ਕਹਿੰਦੇ ਨੇ ਜਦ ਪੇੜ ਆਪਾਂ ਸੁੰਬਰਦੇ ਸੀ ਬਾਹਰ ਮਾਂਜਾ ਲਾਉਣ ਦੀ, ਜਿਹੜੀ ਸੂਹਣ ਬਾਂਸ ਦੀ ਹੁੰਦੀ ਕਰੜੀ ਵਿਚਾਰਿਆਂ ਕੋਲ ਹੁੰਦੀ, ਜਿਹੜੇ ਗੋਹਾ ਕੂੜਾ ਕਰਕੇ ਜਾਂਦੇ, ਉਹਦਾ ਇੰਨੀ ਉਹ ਲਿਬੜੀ ਹੁੰਦੀ। ਕਈ ਵਾਰ ਬਗਮੀ ਵੀ ਮਾਰਦੇ। ਇੱਕ ਵਾਰ ਅੱਕੀ ਚੱਕਣ ਲੱਗੀ ਹੋਈ ਗੋਹਾ ਕੂੜਾ, ਅੱਕੀ ਦੇ ਨਾਲ ਕੀੜਾ ਲੜ ਪਿਆ। ਕੀੜਾ ਘਰ ਵਾਲਾ ਸੀ, ਉਹਦਾ ਨਾਂ 5 ਫੁੱਟ ਦਾ ਸੀ, ਅੱਕੀ ਸੀ ਬਹੁਤ ਤਕੜੀ 6 ਫੁੱਟ ਦੀ। ਕੀੜੇ ਦੀ ਗੱਲ ਸੁਣਾਉਣ ਤੋਂ ਪਹਿਲਾਂ ਇੱਕ ਵਾਰ ਨਾ ਅਸੀਂ ਜਦ 5ਵੀਂ ਚੌਥੀ 'ਚ ਹੋਊਗਾ ਮੈਨੂੰ ਲੱਗਦਾ, ਚੰਗੇ ਭਲੇ ਜਵਾਕ ਜਿਹੜੇ ਤੇਜ਼ ਤਰਾਰ ਹੁੰਦੇ ਉਹਨਾਂ ਨੂੰ ਨਾ ਮਾਸਟਰ ਨਾਲ ਲੈ ਜਾਂਦੇ ਜਦ ਮਰਦਮਸ਼ੁਮਾਰੀ ਕਰਦੇ। ਮਰਦਮਸ਼ੁਮਾਰੀ ਵਾਲਿਆਂ ਦੇ ਸਾਨੂੰ ਇਹ ਹੁੰਦਾ ਵੀ ਚੱਲ ਫੱਟੀ ਨਹੀਂ ਲਿਖਣੀ, ਤੇ ਸਵਾਰ ਕੇ ਬੀਬੀ ਉਹਨਾਂ ਤੋਂ ਸਰੋਂ ਦਾ ਤੇਲ ਲਵਾ ਕੇ ਜੂੜਾ ਕਰਾ ਕੇ ਵਧੀਆ ਰਮਾਲ ਬੰਨ੍ਹ ਕੇ ਲੋ ਵਾਲਾ ਲੋ ਆਪਣੇ ਪੂੰਛ ਵਾਲਾ ਸਰਮਾ ਪਾ ਕੇ ਤੇ ਨਾਲ ਪੇਪੜੀ ਤੇ ਕੰਨ ਦੀ ਥੱਲੇ ਲਾ ਕੇ ਵੀ ਨੀਕਰ ਲੰਮੀ ਪਾ ਕੇ ਤੇ ਫਿਰ ਅਸੀਂ ਨਾਲ ਜਾਇਆ ਕਰਨਾ। ਵਿਹੜੇ 'ਚ ਮਰਦਮਸ਼ੁਮਾਰੀ ਕਰਨ ਗਏ, ਤਾਇਆ ਜਦ ਹਾਕ ਮਾਰੀ ਕਿਉਂਕਿ ਆਪਣਾ ਗੋਹਾ ਕੂੜਾ ਕਰਦੇ, ਕੀੜਾ ਆ ਗਿਆ ਤਾਇਆ। ਹਾਂ ਮੱਲਾ ਹੌਲੀ ਬੋਲਦਾ ਜੀ, ਬਹੁਤ ਧੀਮੀ ਗਤੀ ਦਾ ਸੀ। ਤੇ ਮਾਸਟਰ ਜੀ ਆਏ ਨੇ। ਹਾਂ ਦੱਸੋ। ਅੱਛਾ ਜਵਾਕ ਗਿਣਦੇ ਫਿਰਦੇ ਹੋ? ਅੱਛਾ ਜੀ, ਇੱਕ ਤਾਂ ਸਾਡੀ ਮਰੀਆਂ, ਇੱਕ ਹੋ ਗਈ ਛੋਟੀ, ਇੱਕ ਹੋ ਗਈ ਵੱਡੀ, ਇੱਕ ਹੋ ਗਿਆ ਕੀਪਾ, ਇੱਕ ਹੋ ਗਿਆ ਭੋਲੂ, ਇੱਕ ਹੋ ਗਿਆ ਬਲਜੀਤ, ਇੱਕ ਹੋ ਗਿਆ ਜਗਰੂਪ, ਇੱਕ ਹੋ ਗਿਆ ਸੁਰਮੁਖ। ਜਦ 8 ਗਿਣਤੇ ਕਹਿੰਦਾ ਬਾਕੀ 21 ਤੋਂ ਪੁੱਛ ਲਓ ਅੰਦਰ ਬੈਠੀ ਚੌਂਕੇ ਤੇ। ਗੱਲ ਯਾਦ ਆ ਗਈ ਮੈਨੂੰ ਲੱਗਦਾ ਇਹ 78 ਦੀ ਗੱਲ ਹੈ, 77-78 ਦੀ ਗੱਲ ਹੈ, ਜੇ 6ਵੀਂ 'ਚ ਹੋਊਗਾ ਮੈਨੂੰ ਲੱਗਦਾ। ਤੇ ਬਾਕੀ ਕਹਿੰਦਾ ਜੀ 21 ਤੋਂ ਪੁੱਛ ਲਓ ਅੰਦਰ। ਸੋ ਇਹ ਮਾਂਜਾ ਉਹਨਾਂ ਕੋਲ ਹੁੰਦਾ ਸੀ, ਬਗਮਾ ਮਾਰਿਆ ਉਹਨੇ ਇੱਕ ਵਾਰ। ਕੋਈ ਗੱਲ ਹੋ ਗਈ ਉਹਦੀ, 21 ਨੇ ਸੁਣੀ ਨਾ, ਉਹਦੇ ਹੱਥ 'ਚ ਸੀ ਕਿਉਂਕਿ ਉਹ ਸਿੱਟ ਕੇ ਆਉਂਦੀ ਤੇ ਇਹ ਮਾਂਜਾ ਫੇਰਦਾ ਸੀ ਪੂਰਾ ਹੀ 5 ਫੁੱਟ ਦਾ ਹੀ। ਉਹਨੇ ਜਦ ਬਗਮਾ ਮਾਰਿਆ
ਇਉਂ ਲੱਗਿਆ ਜਿਵੇਂ ਰਾਕਟ ਜਾਂਦਾ ਹੁੰਦਾ, ਯਾਨੀ ਉਹ ਭੇਜੇ ਲਿਬੜਿਆ ਹੁੰਦਾ। ਬਸ ਫਿਰ ਉਹਦੇ ਸਿਰ ਤੇ ਟੋਕਰਾ ਸੀ, ਕੀੜਾ ਬੈਠਾ ਸੀ, ਫਿਰ ਉਹਨੇ ਟੋਕਰਾ ਹੀ ਸਿੱਟਿਆ ਉੱਪਰ ਆ ਕੇ। ਖੜ ਮੇਰੇ ਪਿਓ ਦੇ ਜਦ 30 ਕੱਢੀ ਗਾਲ, ਤੇਰੇ ਨਿਕਲੇ ਤੇਰੇ ਫੋੜਾ ਕਲੋਟੀ ਥਾਂ ਤੇ। ਜਦ ਉਹਦੇ ਕਿਹਾ ਬਸ ਬਹਿ ਜਾ ਹੀ ਹੋ ਗਈ। ਫਿਰ ਘੰਟਾ ਡੇਢ ਲਾਇਆ ਇੱਕ ਦੂਜੇ ਦਾ ਉਹਨਾਂ ਦੇ। ਉਹ ਮੇਰੇ ਯਾਦ ਆ ਗਈ ਮਾਂਜੇ ਤੋਂ। ਕਹਿੰਦਾ ਕਣਕ ਦੀ ਵਾਢੀ ਦਾ ਟਾਈਮ, ਮੰਡੀ 'ਚ ਕਣਕ ਸਿੱਟੀ ਹੋਈ, ਮੈਂ ਕਣਕ ਕੋਲ ਗੇੜਾ ਤਾਂ ਕਹਿੰਦਾ ਮਾਰਿਆ। ਬਾਪੂ ਕਹਿੰਦਾ ਕਣਕ ਕੋਲ ਗੇੜਾ ਮਾਰਿਆ? ਹਾਂ ਬਾਪੂ ਮਾਂਜਾ ਵੀ ਲਾਤਾ, ਖਿਲਰੇ ਪਏ ਵੀ ਸੀ ਦਾਣੇ ਤੇ ਗੱਪ ਇੰਨੀ ਕੌਨਫੀਡੈਂਸ ਨਾਲ। ਕਹਿੰਦਾ ਮੈਂ ਜਦ ਇੰਨਾ ਹੀ ਕਹੀ ਵੀ ਖਿਲ ਰਹੇ ਸੀ ਦਾਣੇ, ਕਹਿੰਦਾ ਬਾਪੂ ਨੇ ਸੱਜਾ ਹੱਥ ਨੀਵਾਂ ਕਰ ਲਿਆ ਤੇ ਖੱਬਾ ਪੈਰ ਮੋੜ ਲਿਆ। ਜਦ ਖੁੱਚ ਮੋੜ ਲਈ ਤੇ ਜੋੜੇ ਨੂੰ ਪਾ ਲਿਆ ਹੱਥ ਸੋਹਲੀ ਦੇ ਨੂੰ ਤੇ ਚਲਾਵਾ ਜੋੜਾ ਛੱਡਿਆ। ਕਹਿੰਦਾ ਸ਼ਰਮ ਲੈ ਜੇ ਤੇਰੀ, ਕਿ ਕਣਕ ਤਾਂ ਪਰਸੋਂ ਦੀ ਤੋਲੀ ਆ, ਜੇ ਤੂੰ ਮਾਂਜੇ ਵਾਲੇ ਗੱਪ ਨਾ ਮਾਰੇ ਘੱਟੋ ਘੱਟ ਤੇਰਾ ਸੁਭਾਅ ਵੀ ਕੱਬਾ, ਕਿਤੇ ਹੁਣ ਬੋਰੀਆਂ ਨਾ ਗਿਣ ਬਗ ਜੀ ਉੱਥੇ। ਕਈ ਵਾਰ ਇਹੋ ਵੀ ਚੱਲ ਜਾਂਦੀ ਗੱਲ, ਜਿਹੜਾ ਖਾਤਾ ਪਾ ਦਿੰਦੇ। ਤੇ ਸੰਧੂ ਤੇ ਸਰਾਹ ਮੌਰਗੇਜ, ਵਿਕਰਮ ਸਰਾਹ, ਇਸ਼ਵਿੰਦਰ ਸੰਧੂ 778 552 66 69 778 242 33 42 ਬੈਂਕਾਂ ਕਰ ਗਈਆਂ ਨਾ। ਕਾਲ ਕਰੋ ਸੰਧੂ ਤੇ ਸਰਾਹ ਐਬ ਸਪੋਰਟ ਦੇ ਵਿੱਚ। ਐਟਲਸ ਆਟੋ ਬਾਡੀ ਵਾਲਿਆਂ ਨੇ ਪੇਂਟ ਤੇ ਖਾਸ ਇੱਕ ਸੇਲ ਲਾ ਦਿੱਤੀ। ਕਹਿੰਦੇ ਪੇਂਟ ਦੇ ਅੱਗੇੋਂ ਜੇ ਗਲੋਸੀ ਪੇਂਟ ਕਰਨਾ ਤਾਂ ਉਹਦਾ ਸਿਰਫ ਅਸੀਂ ਤੁਹਾਡੇ ਤੋਂ ਖਰਚਾ ਹੀ ਲੈਣਾ, ਬਸ ਉਹਦੇ ਉੱਪਰ ਵਜ਼ਨ ਨਹੀਂ ਪਾਉਣਾ। ਚਮਕਦਾ ਜਿਹੜਾ ਰੰਗ ਹੈ, ਗੁਲਾਬੀ ਰੰਗ, ਲਾਲ, ਰੱਤਾ, ਤੇ ਜਿਹੜਾ ਕਰਨਾ ਚਿੱਟੇ ਦੇ ਵਿੱਚ ਵੀ ਗਾਂ ਇੱਕ ਚਿੱਟਾ, ਘੀਆ ਕਪੂਰੀ ਦੇ ਵਿੱਚ ਵੀ ਗਾਹਾਂ ਇੱਕ ਗੂੜਾ ਘੀਆ ਕਪੂਰੀ, ਉਹ ਕਹਿੰਦੇ ਕਰਦੇ ਆ। ਐਤਕੀ ਗਰਮੀ ਦੇ ਵਿੱਚ ਸਪੈਸ਼ਲ ਸੇਲ ਪੇਂਟ ਤੇ ਐਟਲਸ ਆਟੋ ਬਾਡੀ 604 594 9707 7638 ਐਨੂਅਲ ਵੇ। ICBC ਦੀ ਐਕਸਪ੍ਰੈਸ ਬਾਡੀ ਸ਼ਾਪ ਹੈ, ਐਕਸਪ੍ਰੈਸ ਗਲਾਸ ਸ਼ਾਪ ਹੈ। ਤੇ ਤੁਸੀਂ ਜਾ ਕੇ ਗੱਡੀ ਖੜਾ ਆਉਣੀ ਹੈ ਤੇ ਉਹਨਾਂ ਕੋਲ ਕਰਸੀ ਕਾਰ ਲੈ ਆਉਣੀ ਹੈ। 6045949707। ਬਾਕੀ ਜਿੰਮਾ ਓਟ ਲੈਂਦੇ ICBC ਵਾਲਾ, ਤੁਸੀਂ ਦਿਹਾੜੀਆਂ ਨਹੀਂ ਮਾਰਨੀਆਂ, ਤੁਸੀਂ ਆਪਣਾ ਜਾਇਓ ਟਰੱਕ ਤੇ, ਬਾਕੀ ਕੰਮ ਗੱਡੀ ਆਉਂਦੇ ਨੂੰ ਜਿਹੜੀ ਹੈ ਉਹ ਸਮਾਰੀ ਪਈ ਹੋ। 604 594 9707 ਪਿੰਡ 'ਚ ਸੱਥ 'ਚ ਬੈਠੇ ਬੰਦੇ ਨੂੰ ਕਹਿੰਦੇ ਆ ਚੱਲੀਏ ਦਰਾਹੇ ਨੂੰ, ਕਹਿੰਦਾ ਕੀ ਕਰਨਾ, ਕਹਿੰਦਾ ਗੱਡੀ ਸਮਰਾ ਕੇ ਲੈ ਕੇ ਆਉਣੀ ਹੈ। ਇਹੋ ਜਿਹੀ ਵੀ ਬੋਲੀ ਬੋਲਦੇ। ਕਰੋਨਾ ਦੀ 100 ਬੰਦਿਆਂ ਨੂੰ ਕਰੋਨਾ ਦੇ ਜਿਹੜੇ ਪੇਸ਼ੈਂਟ ਵਧੇ ਆ ਵੀਕਐਂਡ ਤੇ, ਉਹ 'ਚੋਂ 60 ਕਲੋਨੇ ਆ। ਥੋੜੀ ਜਿਹੀ ਬਹੁਤੀ ਬੇਨਤੀ ਮੰਨ ਲਓ, ਥੋੜਾ ਜਿਹਾ ਆਪਾਂ ਠੰਡੇ ਚੱਲ ਪਈਏ ਤੇ ਇਹ ਕੰਮ ਫੇਰ ਸ਼ੁਰੂ ਹੋ ਗਿਆ। ਇਸ ਦੀ ਜ਼ਰੂਰਤ ਹੈ ਕਿ ਇਸ ਨੂੰ ਠੀਕ ਕੀਤਾ ਜਾਵੇ। ਅਸਲ ਕਾਰਨ ਕੀ ਹੋ ਗਿਆ ਤੇ ਕੱਲ ਵੀਕਐਂਡ ਤੇ ਵੀ ਇਹ ਦੇਖਿਆ ਹੈ ਕਿ ਸਾਰਾ ਕੁਝ ਇਸ ਤਰ੍ਹਾਂ ਲੋਕ ਤੁਰੇ ਫਿਰਦੇ ਆ। ਬੀਚ ਤੇ ਵੀ ਪੁਲਿਸ ਰੋਕਦੀ ਆ, ਉਹ ਨਾ ਜਾਓ, ਹੈ ਨਾ, ਇਹ ਨਹੀਂ ਗੱਲ ਹੈ। ਪੰਜਾਬੀ ਕਈ ਜਿਹੜੇ ਕਿਸ਼ਤੀ ਸਿੱਟਦੇ ਆ ਜਾ ਕੇ ਡਾਊਨਟਾਊਨ ਤੋਂ, ਜਿਹੜੇ ਘੁੰਮ ਕੇ ਫਿਰ UBC ਵੱਲ ਨੂੰ ਆਉਂਦਾ, ਕਹਿੰਦੇ ਬਹੁਤ ਦਿਨ ਹੋ ਗਏ ਯਾਰ, ਅਸੀਂ ਤਾਂ ਗੇੜਾ ਨਹੀਂ ਉੱਧਰ ਲਾਇਆ, ਅਸੀਂ ਕਿਸ਼ਤੀ ਠੱਲਣੀ ਆ ਜਾ ਕੇ ਪਹਾੜੀ ਦੇ ਥੱਲੇ। ਤੇ ਉੱਥੇ ਬੀਚ ਜਿਹੜੇ ਇਸ ਵਾਰ ਇੰਗਲਿਸ਼ ਬੇ ਵਗੈਰਾ ਤੇ ਕਿਡਸ ਬੀਚ ਵਗੈਰਾ ਭਰੇ ਪਏ ਸੀ। ਇੱਧਰ ਵੀ ਵਾਈਟ ਰੌਕ ਤੇ ਜਿਹੜੀ ਕ੍ਰੈਸ਼ਨ ਬੀਚ, ਇਹ ਵੀ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸਾਡਾ ਤਿਉ ਹੈ, ਅਸੀਂ ਜਾਣਾ। ਹੁਣ ਕੋਸ਼ਿਸ਼ ਇੱਕ ਹੀ ਕਰੋ ਕਿ ਹੋਟਲ ਮੋਟਲ ਜਿੱਥੇ ਰਹਿਣਾ ਜਾ ਕੇ, ਉੱਥੇ ਕੋਈ ਗੜਬੜ ਨਾ ਹੋ ਜਾਏ। ਕਰਦੇ ਤਾਂ ਬਹੁਤ ਨੇ, ਸੈਨੀਟਾਈਜ਼ ਕਰ ਰਹੇ ਨੇ, ਬੈੱਡ ਸ਼ੀਟਸ ਵਗੈਰਾ ਚੇਂਜ। ਜਾਂਦੇ ਹੋ ਤਾਂ ਆਪਣਾ ਥੋੜਾ ਬਹੁਤਾ ਘਰੋਂ ਜੇ ਲੈ ਜਾਵੋ ਤਾਂ ਚੰਗੇ ਰਹੋਗੇ। ਇਹ ਜਿਹੜੀਆਂ ਕਾਰਨ ਇੱਕ ਹੋ ਗਿਆ, ਇਸ ਤੇ ਡਿਸਕਸ਼ਨ ਹੋ ਰਹੀ ਸੀ ICBC ਤੇ ਸਵੇਰੇ। ਉਹ ਕਹਿੰਦੇ ਯਾਰ ਕਰੀਏ ਕੀ ਅਸੀਂ, ਮਸਾਂ ਗਰਮੀਆਂ ਤੇ ਗਰਮੀਆਂ, BC ਦੀਆਂ ਸਭ ਸੋਹਣੀਆਂ ਬਹੁਤ ਨੇ, ਪਰ ਅਗਲੀ ਵੇਵ ਜਿਹੜੀ ਹੈ 100, ਜਿਹੜੀ ਅੱਜ CBC ਦੀ ਨਿਊਜ਼ ਹੈ ਉਹ ਇਹ ਹੈ ਵੀ 100 ਕੇਸਿਸ ਨੇ ਜਿਹੜੇ ਇਕੱਠੇ ਨੇ। 100 ਕੇਸਿਸ ਇੱਕ ਦਿਨ ਦੇ ਵਿੱਚ। ਚਲੋ ਐਂ ਤਾਂ 50-50 ਹਜ਼ਾਰ ਆ ਰਹੇ ਨੇ ਸਰਪੰਚ ਦੇ ਸਟੇਜ 'ਚ, ਪਰ ਆਪਾਂ ਨੂੰ 100 ਵੀ ਵੱਧ ਹੈ। ਕੀੜੀ ਨੂੰ ਤਾਂ ਤੱਕਲੇ ਦਾ ਦਾਗ ਬਾਹਲਾ ਆਉਂਦਾ। ਸਾਡਾ ਤਾਂ
ਇਹ ਖਿਆਲ ਰੱਖਣ ਦੀ ਲੋੜ ਆ। ਥੋੜੀ ਜਿਹੀ ਭਾਈਚਾਰੇ ਨੂੰ ਬੇਨਤੀ ਮੈਂ ਕਰਦਾ, ਜਿਹੜੇ ਸਾਡੇ ਪਲਾਜ਼ੇ ਨੇ ਹੁਣ ਉੱਥੇ ਸਮਾਨ ਬਿਜ਼ਨਸ ਵਾਲੇ ਕੀ ਕਰਨ, ਬਿਜ਼ਨਸ ਵੀ ਖੁੱਲ੍ਹਣਾ, ਰੋਟੀ ਖਾਣੀ ਆ ਤੇ ਖਰੀਦੋ ਫਰੋਖਤ ਵੀ ਹੋਣੀ ਆ। ਥੋੜਾ ਜਿਹਾ ਬਚਤ ਰੱਖੋ। ਇੱਕ ਤਾਂ ਜਿਹੜਾ ਮਾਸਕ ਹੈ ਉਹਨੂੰ ਤੇ ਗਲਵਜ਼ ਪਾ ਲਓ ਤੇ ਸੈਨੀਟਾਈਜ਼ਰ ਗੱਡੀ 'ਚ ਰੱਖ ਲਓ। ਇਹ ਥੋੜਾ ਜਿਹਾ ਜ਼ਰੂਰੀ ਹੈ, ਕਿਉਂਕਿ ਫੇਰ ਜਦ ਹੋ ਜਾਂਦਾ ਫਿਰ ਇੱਕ ਜਗ੍ਹਾ ਤੇ ਗੱਲ ਨਹੀਂ ਨਿਬੜਨੀ। ਜੇ ਆਪਾਂ ਕਹਿ ਦਈਏ ਕਿ ਹੁਣ ਸਾਡੇ ਹੋਇਆ ਤੇ ਅੱਗੇ ਕਿਸੇ ਨੂੰ ਨਹੀਂ ਹੋਣਾ, ਉਹ ਡਰ ਬਹੁਤ ਹੈ। ਤੇ ਅਸੀਂ ਘੇਸਲ ਵੱਟਦੇ ਹੀ ਆ, ਉਹ ਸਾਨੂੰ ਪਤਾ ਹੀ ਹੈ ਜਿਹੜਾ ਸਾਡਾ ਸਟਾਈਲ ਹੈ ਵੀ ਚੱਲ ਅਸੀਂ ਕੀ ਕਰਨਾ ਹੈ, ਸਾਨੂੰ ਕੁਛ ਨਹੀਂ। ਉਹਦਾ ਸਾਨੂੰ ਉਹ ਜ਼ਰੂਰੀ ਹੈ ਕਿ ਆਪਾਂ ਆਪਣੀ ਬੱਚਤ ਰੱਖੀਏ, ਬਹੁਤ ਜ਼ਰੂਰੀ। ਕੋਟਕਪੂਰੇ ਗੱਲ ਚੱਲੀ ਹੋਈ ਹੈ, ਇਹ ਕਹਿੰਦੇ ਪੈਪਸੂ ਘੋੜੇ ਵਾਲੀ ਬੱਸ ਆ ਬਈ, ਉਹਦੇ 'ਚ ਬਾਦਲ ਸਾਹਿਬ ਨੇ ਜਿੱਥੇ ਰੈਲੀ ਹੁੰਦੀ ਆ ਉੱਥੇ ਜਾਂਦਾ ਹੈ ਮੁਰਗਾ। ਬਹੁਤ ਪਿੰਡ ਦੇ ਵਿੱਚ ਜਿਹੜੇ ਖਲੀਫੇ ਹੁੰਦੇ ਨੇ, ਉਹ ਤੈਨੂੰ ਨਹੀਂ ਪਤਾ ਇਹ ਚੀਜ਼ ਦਾ। ਬਹੁਤ ਕਈ ਤਾਂ ਕਾਰ ਲੰਘ ਜੇ ਕੋਲ ਦੀ ਨਾ ਕੋਈ ਕਾਰ, ਹੁਣ ਮੇਰੇ ਵਰਗੇ ਕੋਲ ਹੈ ਤਾਂ ਰੋਬਿਨ ਹੁੱਡ ਸਾਈਕਲ ਆਉਂਦਾ ਜਾਂ ਰੇਲੇ ਖੜਾ, ਮੂਹਰੇ ਦੀ ਲੰਘੇ ਫੀਅਟ, ਮੈਂ ਕਾਰ ਦੇਖਾ ਕਿੰਨੀ ਵਧੀਆ। ਪੂਰੇ ਜੇ ਔਕੜੂ ਜੇ ਹੋ ਜਾਣਗੇ ਪੈਰਾਂ ਭਾਰ ਨੂੰ ਗਾਹ ਨੂੰ, ਹੋ ਕਹਿੰਦੇ ਇਹਦਾ ਕੀ ਫਾਇਦਾ ਹੈ, ਇਹ ਨਹੀਂ ਕਾਰ ਵਧੀਆ ਹੈ। ਜਿਵੇਂ ਨਾ ਕਾਰਾਂ ਦੀ ਡਿਜ਼ਾਈਨਿੰਗ ਕਰ ਦੇਣਾ, ਕਹਿੰਦਾ ਕਿਉਂ ਕੀ ਗੱਲ, ਇਹ ਟਾਇਰ ਘਸਾਉਂਦੀ ਅੰਦਰੋਂ, ਨਾਲੇ ਮੁਗਲ ਚੱਕਦੀ ਹੈ। ਇਹ ਥੋੜੇ ਚਿਰ ਬਾਅਦ ਬੈਠੇ ਹੀ ਕਹਿ, ਗਿਆਨੀ ਸੀ ਸਾਡੇ ਪਿੰਡ, ਉਹਨੂੰ ਗਿਆਨੀ ਕਹਿੰਦੇ। ਉਹ ਗਰਮੀ ਦੇ ਵਿੱਚ ਜਾਂ ਮੌਸਮ ਬਦਲਦਾ ਜਦ ਹਿੱਲ ਜਾਂਦਾ, ਜਾਂ ਗਰਮੀ ਤੋਂ ਠੰਡ ਆਉਂਦੀ ਜਦ ਹਿੱਲਦਾ। ਗਰਮੀ ਤੋਂ ਠੰਡ ਆ ਗਈ ਅਕਤੂਬਰ ਤੇ ਉਹਨਾਂ ਦਿਨਾਂ 'ਚ ਰਾਮਲੀਲਾ ਪਿੰਡ ਲੱਗਿਆ ਕਰੇ। ਉਹ ਕਹਿੰਦਾ ਇੱਕ ਦਿਨ ਆ ਗਿਆ, ਸਾਰੇ ਪਿੰਡ ਬੈਠੇ ਆ ਤੇ ਰਾਮਲੀਲਾ ਚੱਲੇ ਤੇ ਗੰਡਾਸਾ ਉਹਦੇ ਮੋਢੇ ਤੇ ਰਾਮਲੀਲਾ ਵਾਲੇ ਪੰਡਾਲ ਤੇ ਕੋਲ ਜਾ ਕੇ ਉਹਨੇ ਜਿੱਥੇ ਬੰਨੇ ਹੋਏ ਸੀ ਰੱਸੇ ਲੱਜਾਂ ਬੰਨ ਕੇ ਪੰਡਾਲ ਖਿੱਤੇ, ਸਿੱਧੇ ਗੰਡਾਸੇ ਮਾਰੇ ਆ ਕੇ ਬੜੀਆਂ ਲੱਜਾਂ ਤੇ। ਉਹ ਫੜ ਲਓ ਹੋ ਗਈ, ਗਿਆਨੀ ਕੀ ਗੱਲ ਹੋਇਆ, ਦੋ ਬੰਦਿਆਂ ਨੇ ਫੜਿਆ ਤੈਨੂੰ, ਗੱਲ ਕੀ ਹੋ ਗਈ ਗਿਆਨੀ, ਗੱਲ ਕੀ ਹੋਈ ਗੁਰਮੁਖ ਸਿੰਘ, ਗੱਲ ਕੀ ਹੋ ਗਈ। ਉਹ ਕਹਿੰਦਾ ਯਾਰ 20 ਦਿਨ ਹੋ ਗਏ, 3 ਦਿਹਾੜੀ 3 ਘੰਟੇ ਦਾ ਕੰਮ ਆ, ਸਵੇਰ ਤੋਂ ਤੋਰ ਕੇ 3 ਘੰਟੇ 'ਚ ਮੁੱਕਰ ਜਾਂਦੀ ਹੈ। 20 ਦਿਨ ਹੋ ਗਏ ਗੱਲ ਹੀ ਨਹੀਂ ਨਿਬੇੜਦੇ ਯਾਰ। ਨਿਬੇੜਨ ਤਾਂ ਸਹੀ ਕਿਸੇ ਪਾਸੇ, ਅੱਧਾ ਕੁ ਘੰਟਾ ਲਾਉਂਦੇ ਆ, ਮੁੱਛਾਂ ਮਾਛਾਂ ਦੀਆਂ ਪਾਊਡਰ ਕਰੀਮ ਲਾ ਕੇ ਬੁੜੀਆਂ ਕੁੜੀਆਂ ਦੀਆਂ ਬਣਾ ਕੇ ਅੱਧੇ ਘੰਟੇ ਤੁਰ ਜਾਂਦੇ ਆ। ਰਾਤ ਨੂੰ 2 ਵਜੇ ਇੱਥੋਂ ਜੋ ਘਰ ਵਾਲੀਆਂ ਜਾਂਦੀਆਂ ਨੇ, ਸਵੇਰੇ ਚਾਹ ਨਹੀਂ ਬਣਾਉਂਦੀਆਂ, 4:30 ਵਜੇ ਉਹ ਨਹੀਂ ਉੱਠਦੀ। ਵਿਗੜ ਜਾਂਦਾ ਸੀ ਉਹ ਬੰਦਾ। ਜਦ ਗਰਮੀ ਆਉਣੀ ਠੰਡ ਤੋਂ ਉਹਨੇ ਕਹਿਣਾ ਲੈ ਵੀ ਗਿਆਨੀ ਦੇ ਦਿਨ ਆ ਗਏ, ਬਸ ਫੇਰ ਉਹਨੇ ਗਰਮੀ ਤੋਂ ਠੰਡ ਜੋੜੀ ਫੇਰ ਹੁੰਦਾ। ਪਤਾ ਨਹੀਂ ਉਹ ਵਿਚਾਰੇ ਨੂੰ ਕੀ ਨੁਕਸ ਸੀ। ਫੇਰ ਇੱਕ ਵਾਰ ਜਦ ਉਹਨੂੰ ਟਰੱਕ 'ਚ ਲੱਦ ਕੇ ਲੈ ਕੇ ਪਿੰਡ 'ਚ ਸਾਰੇ ਰੌਲਾ ਪਿਆ, ਕਹਿੰਦੇ ਗਿਆਨੀ ਨੂੰ ਅੰਮ੍ਰਿਤਸਰ ਨੂੰ ਲੈ ਕੇ ਕੀ ਕਰਨਾ, ਕਹਿੰਦੇ ਬਿਜਲੀਆਂ ਲਵਾਉਣ ਗਏ ਨੇ ਉੱਥੇ। ਮਤਲਬ ਅੰਮ੍ਰਿਤਸਰ ਜਿਹੜੀਆਂ ਇਕੱਲੀਆਂ ਅੰਮ੍ਰਿਤਸਰ ਬਿਜਲੀਆਂ ਲੱਗਦੀਆਂ ਹੁੰਦੀਆਂ। ਬਹੁਤ ਪੁਰਾਣੀਆਂ ਜਿਹੜੀਆਂ ਗੱਲਾਂ ਕਈ ਵਾਰ ਪਿੰਡ ਦੀਆਂ ਮੈਨੂੰ ਯਾਦ ਆ ਜਾਂਦੀਆਂ, ਫਿਰ ਮੈਨੂੰ ਐ ਹੁੰਦਾ ਤੁਹਾਨੂੰ ਸੁਣਾ ਦਿਆਂ ਜਦੇ, ਫੇਰ ਰਹਿ ਜਾਂਦੀ ਹੈ ਗੱਲ। 1:55 ਹੋਏ ਨੇ ਜੀ। ਜਿਹੜੀ ਮੈਂ ਗੱਲ ਕਹਿ ਰਿਹਾ ਵੀ ਮੈਂ ਬਿਲਕੁਲ ਕਹਿੰਦਾ ਸੋਇਸ ਘੁੰਮ ਕੇ ਆਓ ਜਾਓ, ਪਰ ਕਰਾਊਡ ਤੋਂ ਬਚੋ, ਆਪਣੀ ਬੱਚਤ ਆਪ ਰੱਖੋ। ਇਉਂ ਤਾਂ ਹੈ ਨਹੀਂ, ਹੁਣ ਇੱਥੇ ਵੀ ਆਪਾਂ ਤੁਰੇ ਹੀ ਫਿਰਦੇ ਹਾਂ ਸਾਰਾ ਦਿਨ, ਬਾਹਰ ਜਾਂਦੇ ਹਾਂ, ਪਲਾਜ਼ਿਆਂ ਜਾਂਦੇ ਹਾਂ, ਸ਼ਾਪਿੰਗ ਕਰਦੇ ਹਾਂ। ਬੱਚਤ ਰੱਖੋ ਬਸ, ਇਹੀ ਮੈਂ ਗੱਲ ਕਹਿਣਾ। ਮੈਂ ਤਾਂ ਇਹਦੇ ਵਿੱਚੋਂ ਨਹੀਂ ਕਹਿੰਦਾ ਵੀ ਨਾ ਜਾਓ, ਪਰ ਬੱਚਤ ਜ਼ਰੂਰ ਰੱਖੋ। ਜਿੱਥੋਂ ਖਿਆਲ ਰੱਖ ਸਕਦੇ ਹੋ, ਗਲਵਜ਼ ਵਗੈਰਾ ਪਾ ਕੇ, ਮੂੰਹ ਢੱਕ ਕੇ। ਹੋਟਲਸ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਉਹਨੂੰ ਸੈਨੀਟਾਈਜ਼ਰ ਕਰਦੇ ਆ, ਉਹਨਾਂ ਦੀਆਂ ਬੈੱਡ ਸ਼ੀਟਸ ਵਗੈਰਾ ਜੇ ਬਹੁਤ ਵੱਧ ਤੋਂ ਵੱਧ ਕੀ ਹੈ, ਕੁਛ ਆਪਣਾ ਕੱਪੜਾ ਲੈ ਜਾਓ। ਉੱਥੇ ਕਿਹੜਾ ਹੁਣ ਠੰਡ ਹੈ ਪਰ ਲੈਣ ਨੂੰ, ਦਾਲੇ ਲੈਣ ਨੂੰ। ਤੇ ਰੋਕ ਹੁਣ ਮੇਰੇ ਕਹਿਣ ਦੇ ਨਾ ਕਹਿਣ ਦੀ ਗੱਲ, ਮੈਂ ਤਾਂ ਕਹਿ ਰਿਹਾ ਵੀ ਦੂਰ ਲੋਕ ਵਕੇਸ਼ਨ ਨਹੀਂ ਕਰਨ ਜਾਂਦੇ, ਨੇੜੇ ਤੁਸੀਂ ਜਾ ਕੇ ਆਓ। ਹਾਂ, ਬਾਕੀ ਜਿਹੜੀ ਆਪਣੀ ਪਰਸਨਲ ਸੇਫਟੀ ਆ ਉਹ ਤਾਂ ਸਦਾ ਹੀ ਆਪਾਂ ਨੂੰ ਰੱਖਣੀ ਪੈਂਦੀ ਹੈ। ਇਹਦਾ ਇਹ ਨਹੀਂ ਮਤਲਬ ਕਿ ਆਪਾਂ ਗਲਤ ਕਰਨਾ, ਕੁਛ ਖਿਆਲ ਰੱਖੋ। ਬਾਕੀ ਜ਼ਿੰਮੇਵਾਰੀ ਦੇ ਨਾਲ ਘਰ ਦੇ ਵਿੱਚ ਵੀ ਹੁਣ ਆਪਾਂ ਫੇਰ ਛੱਡਤਾ। ਪਹਿਲੇ 20 ਦਿਨ ਬਹੁਤ ਡਰੇ ਸੀ, ਹਰੇਕ ਬੰਦਾ ਜਾਂਦਾ ਹੀ ਸਿੰਕ ਵੱਲ ਨੂੰ ਜਾਂਦਾ ਹੀ ਭੱਜਿਆ। ਸਾਡੀ ਬੇਹੱਥ ਧੋਵੋ,
ਸ਼ੂ ਰੱਖੋ, ਬਾਹਰੋਂ ਜਿਹੜੀ ਗਰੋਸਰੀ ਵਗੈਰਾ ਆਉਂਦੀ ਹੈ ਉਹਨੂੰ ਧੋ ਕੇ ਸਵਾਰ ਕੇ ਅੰਦਰ ਰੱਖੋ, ਖਿਆਲ ਰੱਖੋ ਪੂਰਾ ਆਪਣਾ। ਪਰ ਇਹ ਤਾਂ ਹੈ ਨਹੀਂ ਹੁਣ ਵੀ ਜ਼ਿੰਦਗੀ ਖੜ ਜਾਣੀ ਹੈ। ਹੁਣ ਤੋਰਾ ਫੇਰਾ ਤਾਂ ਆਪਾਂ ਕਰਦੇ ਹੀ ਆ, ਇੱਥੇ ਕਿਹੜਾ ਆਪਾਂ ਘਰੇ ਜਿਹੜਾ ਹਟਦੇ ਆ, ਇੱਥੇ ਵੀ ਆਪਾਂ ਜਾਣੇ ਹੀ ਆ। ਬਚਤ ਰੱਖੋ। ਇਹ ਸੀ ਅੱਜ ਦਾ ਪ੍ਰੋਗਰਾਮ। ਤੇ ਨਿਗਾਹ ਆਪਣੀ ਖੁੱਲੀ ਰੱਖਿਆ ਕਰੋ, ਆਪਣੇ ਵਤਨ ਦਾ ਖਿਆਲ ਰੱਖਿਆ ਕਰੋ। ਜਿੱਥੇ ਪੂਰਵਜ ਆਏ ਨੇ, ਜਿਹੜੀਆਂ ਧਰਤ ਤੇ ਤੇਗਾਂ ਮਾਰੀਆਂ, ਜਿੱਥੇ ਦੇਗਾਂ ਵਰਤਦੀਆਂ, ਜਿੱਥੇ ਬਾਜ ਖੁੱਲੀਆਂ ਅਡਾਰੀਆਂ ਭਰਦੇ ਆ, ਹਲੇ ਉਹ ਧਰਤ ਸਾਡੀ ਹੈ ਤੇ ਸਾਡੀ ਉਹ ਰਹੂਗੀ। ਰੱਬ